ਸੋ ਜੂਨ 84 ਘੱਲੂਘਾਰਾ, ਨੀਲਾ ਤਾਰਾ ਪਿਛੋਕੜ। ਲਾਇਬ੍ਰੇਰੀ ਨੂੰ ਅੱਗ 8-9 ਜੂਨ ਨੂੰ ਲਗਾਈ ਗਈ, ਪਰੰਤੂ 6-7 ਜੂਨ ਨੂੰ ਫੌਜ ਦਰਬਾਰ ਸਾਹਿਬ ਤੇ ਕਾਬਜ ਹੋ ਚੁੱਕੀ ਸੀ ਤੇ ਅੰਦਰ ਕੋਈ ਖਾੜਕੂ ਨਹੀਂ ਸੀ ਜਿਸ ਦਾ ਬਹਾਨਾ ਬਣ ਸਕੇ। ਭਰੋਸੇਯੋਗ ਸੂਤਰਾਂ ਅਨੁਸਾਰ ਕੌਮ ਦਾ ਧਾਰਮਿਕ ਸਾਹਿਤ ਸਾੜਿਆ ਨਹੀਂ ਗਿਆ, ਬਲਕਿ ਸਰਕਾਰ ਦੇ ਪਾਸ ਮੌਜੂਦ ਹੈ। ਕੌਮ ਨੂੰ ਜਥੇਬੰਦਕ ਹੋ ਕੇ ਇਸ ਅਣਮੁੱਲੇ ਸਾਹਿਤ ਦੀ ਪ੍ਰਾਪਤੀ ਲਈ ਉਪਰਾਲਾ ਕਰਨਾ ਚਾਹੀਦਾ ਹੈ। ਅਸੀਂ ਪਹਿਲਾਂ ਹੀ ਬਹੁਤ ਸੰਤਾਪ ਭੋਗ ਚੁੱਕੇ ਹਾਂ, ਪਰੰਤੂ ਇਤਿਹਾਸ ਦੀ ਰੱਦੋ ਬਦਲ ਦੁਆਰਾ ਕੀਤਾ ਗਿਆ ਬੌਧਿਕ ਹਮਲਾ ਕੌਮ ਨੂੰ ਝੰਜੋੜ ਕੇ ਰੱਖ ਦੇਵੇਗਾ। ਡਾਕਟਰ ਸੁਖਪ੍ਰੀਤ ਸਿੰਘ ਉਦੋਕੇ। ਹਿੰਦੁਸਤਾਨ ਦੀ ਸੰਸਕ੍ਰਿਤੀ, ਸੀਮਾਵਾਂ, ਧਰਮ, ਅਣਖ, ਆਬਰੂ, ਗੈਰਤ ਦੀ ਰਾਖੀ ਹੇਤ ਸਿੱਖਾਂ ਨੇ ਆਪਣਾ ਖੂਨ ਪਾਣੀ ਦੀ ਤਰ੍ਹਾਂ ਵਹਾਇਆ ਹੈ। ਦੂਸਰੇ ਸ਼ਬਦਾਂ ਵਿੱਚ ਜੇਕਰ ਸਿੱਖ ਗੁਰੂ ਸਾਹਿਬ ਤੇ ਉਹਨਾਂ ਵੱਲੋਂ ਪ੍ਰਗਟ ਕੀਤਾ ਖਾਲਸਾ ਪੰਥ ਆਪਣੀ ਰੱਤ ਨਾਲ ਇਸ ਧਰਤੀ ਨੂੰ ਲਾ ਰੰਗਤ ਨਾ ਦਿੰਦਾ ਤਾਂ ਸ਼ਾਇਦ ਹਿੰਦੁਸਤਾਨ ਦਾ ਨਕਸ਼ਾ ਤੇ ਇਤਿਹਾਸ ਹੋਰ ਹੀ ਹੁੰਦਾ। ਕਈ ਹਮਲਾਵਰ ਆਉਂਦੇ ਰਹੇ ਤੇ ਹਿੰਦੁਸਤਾਨ ਦੀ ਗੈਰਤ ਤੇ ਇੱਜ਼ਤ ਨੂੰ ਪੈਰਾਂ ਹੇਠ ਰੋਲਦੇ ਰਹੇ, ਪਰ ਕਿਸੇ ਹਿੰਦੁਸਤਾਨੀ ਦੇ ਜੋਸ਼ ਨੇ ਉਬਾਲਾ ਨਾ ਖਾਧਾ, ਕਿਸੇ ਦੇ ਡੌਲੇ ਨਾ ਫੜ ਕੇ, ਸਗੋਂ ਮੂਕ ਦਰਸ਼ਕ ਬਣ ਕੇ ਆਪਣੀ ਲੁੱਟੀ ਪੱਤ ਦਾ ਨਜ਼ਾਰਾ ਦੇਖਿਆ। ਨਿਰਮਲ ਪੰਥ ਦੇ ਸੰਸਥਾਪਕ ਜਗਤ ਗੁਰੂ ਦੇ ਸੰਸਾਰ ਮੰਚ ਦੇ ਕਦਮ ਰੱਖਦਿਆਂ ਤਾਂ ਹਮਲਾਵਰ ਹੋ ਕੇ ਆਏ ਬਾਬਰ ਨੂੰ ਜਾਬਰ ਤੇ ਉਸਦੀ ਹਮਲਾਵਰ ਫੌਜ ਨੂੰ ਪਾਪ ਦੀ ਜੰਝ ਆਖਿਆ। ਸ਼ਹਾਦਤ ਸਮੇਂ ਦੀ ਲੋੜ ਬਣੀ ਤਾਂ ਕਿਸੇ ਮੁਗਲ ਅਹਿਲਕਾਰ ਅੱਗੇ ਕੌਮੀ ਅਣਖ ਨਹੀਂ ਗਵਾਈ, ਸਗੋਂ ਕੌਮੀ ਗੈਰਤ ਦੀ ਰੱਖਿਆ ਹੇਠ ਸ਼ਹਾਦਤ ਦੀ ਪ੍ਰਾਪਤੀ ਵਿੱਚ ਫਖਰ ਮਹਿਸੂਸ ਕੀਤਾ। ਮੈਦਾਨੇ ਜੰਗ ਵਿੱਚ ਜੂਝਣ ਦਾ ਸਮਾਂ ਆਇਆ ਤਾਂ ਅਕਾਲ ਤਖਤ ਪ੍ਰਗਟ ਕਰਕੇ ਮੀਰੀ ਪੀਰੀ ਦੀਆਂ 2 ਤਲਵਾਰਾਂ ਪਹਿਨ ਕੇ ਧਰਮ ਤੇ ਰਾਜਨੀਤੀ ਦਾ ਸੁਮੇਲ ਕਰਕੇ ਅਜਿਹੇ ਹਲੀਮੀ ਰਾਜ ਦਾ ਅਬਚਲ ਨਗਰ ਦੀ ਨੀਂਹ ਰੱਖ ਦਿੱਤੀ ਕਿ ਮੁਗਲ ਹਕੂਮਤ ਦੀਆਂ ਜੜ੍ਹਾਂ ਹਿਲਾ ਦਿੱਤੀਆਂ ਗਈਆਂ। ਪਰ ਸੰਸਾਰ ਦੇ ਲੋਕਾਂ ਨੇ ਅਜੀਬ ਨਜ਼ਾਰਾ ਵੇਖਿਆ। ਕਿਸੇ ਕਰਮਕਾਂਡੀ ਚਿੰਨ੍ਹ ਨੂੰ ਪਹਿਲੇ ਜਾਮੇ ਵਿੱਚ ਵਿਪਰਵਾਦ ਦਾ ਜੂੜਾ ਕਹਿ ਕੇ ਤਿਰਸਕਾਰ ਦਿੱਤਾ। ਉਸਦੇ ਸਮਰਥਕ ਬਹਿਬਲਤਾ ਦੀ ਹਾਲਤ ਵਿੱਚ ਧਰਮ ਦੀ ਰਾਖੀ ਦੀ ਜੋਦੜੀ ਲੈ ਕੇ ਆਏ ਤਾਂ 9ਵੇਂ ਜਾਮੇ ਵਿੱਚ ਗੈਰ ਧਰਮ ਦੀ ਰਾਖੀ ਹੇਤ ਆਪਣੇ ਸਰੀਰ ਦਾ ਠੀਕਰਾ ਦਿੱਲੀ ਵਿੱਚ ਭੰਨਣਾ ਕਬੂਲ ਕੀਤਾ। 10ਵੇਂ ਜਾਮੇ ਵਿੱਚ ਹਿੰਦੁਸਤਾਨ ਦੀ ਬੇਅਣਖ ਤੇ ਆਬਰੂਹੀਣ ਹੋ ਚੁੱਕੀ ਮਿੱਟੀ ਨੂੰ ਤੀਰਾਂ ਦੀ ਨੋਕ ਨਾਲ ਉਲੱਥਿਆ। ਮੋਈ ਮਿੱਟੀ ਵਿੱਚ ਨਵੀਂ ਰੂਹ ਫੂਕ ਕੇ ਨਿੱਜ ਰੂਪ ਕਹਿ ਕੇ ਨਿਵਾਜਿਆ। ਅਕਾਲ ਪੁਰਖ ਦੀ ਫੌਜ ਦੇ ਵਜਾਏ ਰਣਜੀਤ ਨਗਾਰੇ ਨੇ ਤਾਂ ਮੁਗਲ ਹਕੂਮਤ ਦੇ ਸਿਰ ਪੀੜ ਲਾ ਦਿੱਤੀ। ਪਰ ਉਸ ਤੋਂ ਪਹਿਲਾਂ ਵੀ ਧੋਤੀ ਟੋਪੀ ਤੇ ਅਲੰਬਰਦਾਰ ਪਹਾੜੀ ਰਾਜੇ ਹਮਲਾਵਰ ਹੋ ਆਏ, ਜੋ ਖਾਲਸੇ ਦਾ ਜਾਹੋ ਜਲਾਲ ਅੱਗੇ ਟਿਕ ਨਾ ਸਕੇ। ਸਾਰਾ ਸਰਬੰਸ ਕੌਮ ਦੀ ਭੇਟ ਚਾੜ ਦਿੱਤਾ। ਰਿੱਧੀਆਂ ਸਿੱਧੀਆਂ ਤੇ ਤੰਤਰ ਸਾਧਨਾ ਨਾਲ ਬੇਅਣਖ ਹੋ ਕੇ ਸੁੱਤੇ ਜੋਗੀ ਮਾਧੋ ਦਾਸ ਨੂੰ ਖੰਡੇ ਦੀ ਠੋਕਰ ਨਾਲ ਹਿਲਾਉਣਿਆ ਪਹੁਲ ਦੇ ਕੇ ਐਸਾ ਸੂਰਮਾ ਬਣਾ ਦਿੱਤਾ ਜਿਸ ਨੇ ਜ਼ੁਲਮੀ ਜੜ ਉਖੇੜ ਕੇ ਰੱਖ ਦਿੱਤੀ। ਸੋ ਆਪਾਂ ਅਨੰਦਪੁਰ ਸਾਹਿਬ ਦਾ ਜੀ ਜਦੋਂ ਪਿਛੇ ਆਪਾਂ ਪੜ੍ਹਿਆ ਸੀਗਾ, ਕਿਉਂਕਿ ਸਾਡੇ ਕੋਲ ਸਭ ਤੋਂ ਪੁਰਾਣਾ ਸਰੋਤ ਜਿੱਥੋਂ ਇਤਿਹਾਸ ਆਪਾਂ ਪੜ੍ਹਦੇ ਹਾਂ ਉਹ ਭਾਈ ਸਾਹਿਬ ਕਵੀ ਸੰਤੋਖ ਸਿੰਘ ਜੀ ਦਾ ਆਪਣਾ ਸੂਰਜ ਪ੍ਰਕਾਸ਼ ਗ੍ਰੰਥ ਹੁੰਦਾ। ਉਹਨਾਂ ਨੇ ਬੜੀ ਡਿਟੇਲ ਦੇ ਵਿੱਚ ਉਹਦੇ ਵਿੱਚ ਦੱਸਿਆ ਵੀ ਉਹਨਾਂ ਨੇ ਗੁਰੂ ਮਹਾਰਾਜ ਸਾਹਿਬ ਨੇ ਜਿਹੜੀ ਗਿਣਤੀ 10 ਲੱਖ ਦੱਸੀ ਜ਼ਫਰਨਾਮੇ ਵਿੱਚ, ਤੇ ਕਵੀ ਸਾਹਿਬ ਜਿਹੜੀ ਆ ਉਹਦੀ ਆਪਣੇ ਸੂਰਜ ਪ੍ਰਕਾਸ਼ ਵਿੱਚ 14 ਲੱਖ ਦੇ ਕਰੀਬ ਜਿਹੜੀ ਗਿਣਤੀ ਦੱਸਦੇ ਆ। ਤੇ ਉੱਥੇ ਉਹਨਾਂ ਨੇ ਇਹ ਵੀ ਨਾਲ ਜ਼ਿਕਰ ਕੀਤਾ ਸੀਗਾ ਕਿ ਜਿਹੜਾ ਅਨੰਦਪੁਰ ਸਾਹਿਬ ਦੇ ਜਿੱਦਣ ਘੇਰਾ ਪਿਆ ਵਾ, ਇਹ ਪਹਿਲਾਂ ਦਿੱਲੀ ਜਾਂਦੇ ਆ 22 ਧਾਰ ਦੇ ਰਾਜੇ ਜਿਹੜੇ, ਇਹ ਜਾਂਦੇ ਦਿੱਲੀ ਦੇ ਸੂਬੇਦਾਰ ਦੇ ਕੋਲ। ਇਹ ਜਾ ਕੇ ਉਹਨੂੰ ਉੱਥੇ ਪੂਰਾ ਚੁੱਕਦੇ ਆ ਜਾ ਕੇ ਵੀ ਗੁਰੂ ਨੇ ਸਾਨੂੰ ਤੰਗ ਕੀਤਾ ਹੋਇਆ ਵਾ, ਗੁਰੂ ਨਗਾਰਾ ਵਜਾਉਂਦਾ, ਗੁਰੂ ਘੋੜੇ ਦੇ ਉੱਤੇ ਚੜ੍ਹਦਾ ਵਾ, ਗੁਰੂ ਨੇ ਅੱਜ ਸਾਡੇ ਉੱਤੇ ਹਮਲਾ ਕਰਕੇ ਆ ਰਿਹਾ, ਕੱਲ ਨੂੰ ਸਾਨੂੰ ਜਿੱਤ ਕੇ ਤੇ ਕੱਲ ਨੂੰ ਸ਼ਾਹੀ ਦਰਬਾਰ ਦੇ ਉੱਤੇ ਵੀ ਚੜ੍ਹ ਕੇ ਆਊਗਾ ਤੇ ਸਾਡਾ ਸਾਥ ਦਿਓ। ਸੋ ਦਿੱਲੀ ਦਾ ਸੂਬੇਦਾਰ ਜਿਹੜਾ ਅੱਗੋਂ ਲਾਹਣਤਾਂ ਪਾ ਕੇ ਇਹਨਾਂ ਨੂੰ ਭੇਜਦਾ ਉੱਥੋਂ 22 ਧਾਰ ਦੇ ਰਾਜਿਆਂ ਨੂੰ ਕਿ ਭਾਈ ਤੁਸੀਂ ਗੁਰੂ ਤੇ ਫਕੀਰ ਬੰਦਾ, ਤੁਸੀਂ ਉਲਟਾ ਗੁਰੂ ਨੂੰ ਤੰਗ ਕੀਤਾ ਹੋਇਆ, ਤੁਸੀਂ ਬੁੱਤ ਪ੍ਰਸਤ ਹੋ, ਗੁਰੂ ਬੁੱਤ ਪ੍ਰਸਤ ਨਹੀਂ ਹੈਗਾ, ਤੁਸੀਂ ਤਾਂ ਕਰਕੇ ਗੁਰੂ ਤੋਂ ਈਰਖਾ ਕਰਦੇ ਜੀ। ਤੁਸੀਂ ਦਬਲੇ ਕੁਚਲੇ ਲੋਕ ਜਿਹੜੇ ਜਿਨ੍ਹਾਂ ਨੂੰ ਆਪਣੇ ਥੱਲੇ ਲਾ ਕੇ ਰੱਖਿਆ ਏ, ਉਹਨਾਂ ਨੂੰ ਗੁਰੂ ਨੇ ਤੁਹਾਡੇ ਬਰਾਬਰ ਖੜਾ ਕਰ ਦਿੱਤਾ ਵਾ, ਤੇ ਤੁਸੀਂ ਤਾਂ ਕਰਕੇ ਗੁਰੂ ਤੋਂ ਈਰਖਾ ਕਰਦੇ ਜੇ, ਤਾਂ ਕਰਕੇ ਇੱਥੇ ਆਣ ਕੇ ਚੁੱਕਣਾ ਦੇ ਰਹੇ। ਤੁਸੀਂ ਅੱਗੇ ਵੀ ਸਾਨੂੰ ਚੁੱਕਣਾ ਦੇ ਕੇ ਗੁਰੂ ਸਾਹਿਬ ਦੇ ਉੱਤੇ ਚੜ੍ਹ ਕੇ ਖੜਿਆ। ਸੋ ਉਹਨਾਂ ਨੇ ਇੱਥੇ ਉਹ ਕਹਿੰਦੇ ਵੀ ਉੱਥੋਂ ਇਹ ਜਿੰਨੇ ਵੀ ਸੀ 22 ਧਾਰ ਦੇ ਰਾਜੇ, ਜਿਹੜੇ ਪਹਾੜੀ ਰਾਜੇ ਹਿੰਦੂ ਰਾਜੇ ਸੀਗੇ ਸਾਰੇ, ਇਹ ਬੜੇ ਨਿਰਾਸ਼ ਹੋ ਕੇ ਉੱਥੋਂ ਵਾਪਸ ਆਉਂਦੇ ਆ। ਫਿਰ ਇਹਨਾਂ ਨੂੰ ਆਣ ਕੇ ਕੋਈ ਕਹਿੰਦਾ ਵੀ ਤੁਸੀਂ
ਔਰੰਗਜ਼ੇਬ ਦੇ ਕੋਲ ਜਾਓ, ਔਰੰਗਜ਼ੇਬ ਲਾਈ ਲੱਗਾ ਬਹੁਤ ਜ਼ਿਆਦਾ। ਸੋ ਉਹ ਔਰੰਗਾਬਾਦ ਜਿਹੜਾ ਪੈਂਦਾ ਆਪਣਾ ਦੱਖਣ ਦੇ ਵਿੱਚ, ਸਪੈਸ਼ਲ ਉੱਥੇ ਜਾ ਕੇ ਉਹਨੂੰ ਮਿਲ ਕੇ ਆਉਂਦੇ ਆ ਔਰੰਗਜ਼ੇਬ ਨੂੰ। ਇਹ ਸਾਰੇ ਜਾਣੇ ਜਾ ਕੇ ਤੇ ਉਹਨੂੰ ਜਾ ਕੇ ਚੁੱਕਣਾ ਦਿੱਤੀ ਜਾਂਦੀ ਪੂਰੀ, ਕਿ ਇਹ ਸਾਡੇ ਤੇ ਹਮਲੇ ਕਰਦਾ ਵਾ, ਇਹਨੇ ਤੇ ਰਣਜੀਤ ਨਗਾਰਾ ਬਣਾ ਲਿਆ, ਇਹਦੇ ਘੋੜੇ ਦੀ ਸਵਾਰੀ ਕਰਦਾ, ਸ਼ਸਤਰ ਰੱਖ ਲਿਆ, ਇਹ ਸਾਡੇ ਤੇ ਅੱਜ ਚੜ੍ਹਾਈ ਕਰ ਰਿਹਾ, ਕੱਲ ਨੂੰ ਤੈਨੂੰ ਸਾਡਾ ਰਾਜ ਖਤਮ ਹੋ ਗਿਆ, ਤੇਰੇ ਤੇ ਵੀ ਚੜ੍ਹ ਕੇ ਉਹ, ਸਾਨੂੰ ਇਕੱਠਿਆਂ ਹੋ ਕੇ ਇਹਨਾਂ ਦੇ ਖਿਲਾਫ ਜਾਣਾ ਚਾਹੀਦਾ। ਉਹ ਫੇਰ ਜਾ ਕੇ ਔਰੰਗਜ਼ੇਬ ਜਿਹੜਾ ਉਹ ਆਪਣੀ ਸ਼ਾਹੀ ਮੋਹਰ ਲਾ ਕੇ ਤੇ ਆਪਣਾ ਪੱਤਰ ਲਿਖ ਕੇ ਜਿਹੜਾ ਉਹ ਭੇਜਦਾ। ਫਿਰ ਜਿਹੜੇ ਦੂਸਰੇ ਜਿਹੜੇ ਦਿੱਲੀ ਵਾਲਾ ਜਿਹੜਾ ਸੂਬੇਦਾਰ, ਉਹ ਫਿਰ ਇਹਨਾਂ ਨੂੰ ਉੱਥੇ ਵੀ ਇਹਨਾਂ ਨੂੰ ਝਿੜਕ ਪਾਉਂਦਾ ਕਿ ਵੀ ਤੁਸੀਂ ਮੇਰੇ ਤੱਕ ਨਹੀਂ ਰਹੇ, ਤੁਸੀਂ ਉੱਥੇ ਔਰੰਗਜ਼ੇਬ ਤੱਕ ਤੁਸੀਂ ਪਹੁੰਚ ਕੀਤੀ ਹੈ ਜਾ ਕੇ ਇਹ ਚੀਜ਼ ਕਰਨ ਦੀ, ਵੀ ਇੰਨੀ ਤੁਹਾਡੇ ਅੰਦਰ ਈਰਖਾ ਵਾਸਤੇ ਤੁਸੀਂ ਭਰ ਗਏ ਜੇ ਤੁਸੀਂ ਲੋਕ। ਸੋ ਬਾਅਦ ਵਿੱਚ ਜਿਹੜਾ ਸਹੁੰਆਂ ਦਾ ਜ਼ਿਕਰ ਆਉਂਦਾ, ਜਿਹੜੀ ਪਹਿਲੀ ਅੰਦਰੋਂ ਸਹੁੰ ਖਾਧੀ ਜਾਂਦੀ ਆ ਵੀ ਗੁਰੂ ਸਾਹਿਬ ਤੁਸੀਂ ਆਪਣਾ ਕਿਲ੍ਹਾ ਛੱਡ ਦਿਓ ਤੇ ਬਾਹਰ ਨਿਕਲ ਜਾਓ, ਆਪਾਂ ਕੁਝ ਨਹੀਂ। ਉਹ ਪਹਿਲੀ ਸਹੁੰ ਇਹ ਖੁਦ ਖਾਂਦੇ ਆ ਆਪਣੇ ਤੌਰ ਦੇ ਉੱਤੇ। ਪਹਿਲੀ ਸਹੁੰ ਗਊ ਆਟੇ ਦੀ ਗਾਈ ਬਣਾ ਕੇ ਜਿਹੜੀ ਅੰਦਰ ਭੇਜੀ ਜਾਂਦੀ, ਤੇ ਨਾਲ ਕੁਰਾਨ ਦੀ ਜਿਹੜੀ ਆ, ਉਸ ਟਾਈਮ ਤੱਕ ਮੁਗਲਾਂ ਨੂੰ ਦੱਸਿਆ ਨਹੀਂ ਜਾਂਦਾ ਉੱਥੇ ਕਿ ਆਪਾਂ ਸਹੁੰ ਖਾਧੀ ਆ। ਜਦੋਂ ਗੁਰੂ ਸਾਹਿਬ ਕਹਿ ਦਿੰਦੇ ਕਿ ਹਾਂ ਭਾਈ ਸਾਡਾ ਖਜ਼ਾਨਾ ਵਾ ਇੰਨਾ, ਸਾਨੂੰ 500 ਖੱਚਰਾਂ ਚਾਹੀਦੀਆਂ ਤੇ ਗੱਡੇ ਚਾਹੀਦੇ ਆ ਕਿ ਜਿਹੜਾ ਅਸੀਂ ਖਜ਼ਾਨਾ ਬਾਹਰ ਕੱਢ ਸਕੀਏ। ਫਿਰ ਆਣ ਕੇ ਮੁਗਲਾਂ ਨੂੰ ਦੱਸਦੇ ਵੀ ਗੁਰੂ ਮੰਨ ਗਿਆ ਵਾ। ਗੁਰੂ ਪਰ ਕਹਿੰਦਾ ਕਿ ਪਹਿਲਾਂ ਮੈਂ ਆਪਣਾ ਖਜ਼ਾਨਾ ਬਾਹਰ ਕੱਢਣਾ ਤੇ ਮੈਨੂੰ 500 ਜਿਹੜੇ ਆ ਖੱਚਰਾਂ ਉਹ ਦਿੱਤੀਆਂ ਜਾਣ। ਉਹ ਫਿਰ ਉਹ ਵੀ ਉਹ ਚੀਜ਼ ਦੇ ਉੱਤੇ ਸਹਿਮਤ ਹੋ ਜਾਂਦੇ। ਫਿਰ ਦੂਜੀ ਵਾਰ ਤੇ ਫਿਰ ਉਹ ਵੀ ਨਾਲ ਰਲ ਗਏ ਸੀ, ਜਿਹੜੀ ਦੂਸਰੀ ਸਹੁੰ ਦਾ ਜ਼ਿਕਰ ਜਦੋਂ ਆਉਂਦਾ। ਸੋ ਇਹ ਇਹਨਾਂ ਦੀਆਂ ਕਰਤੂਤਾਂ ਰਹੀਆਂ ਹੁਣ ਤੱਕ ਸਿੱਖੀ ਦੇ ਨਾਲ। ਉੱਥੇ ਸਮੇਂ ਦਾ ਗੇੜ ਬਦਲ ਕੇ ਖਾਲਸੇ ਦੇ ਸਿਰਾਂ ਤੇ ਮੁੱਲ ਪਏ, ਤੇ ਮੁੱਲ ਵੀ ਅਣਖ ਅਨੁਸਾਰ ਪਏ। ਗਜਨੀ ਦੇ ਬਾਜ਼ਾਰਾਂ ਵਿੱਚ ਹਿੰਦੁਸਤਾਨ ਦੀਆਂ ਜਿਉਂਦੀ ਜਾਗਦੀ ਇੱਜ਼ਤ ਆਬਰੂ ਟਕੇ ਟਕੇ ਵਿਕਦੀ ਸੀ, ਪਰ ਸਿੰਘਾਂ ਦੇ ਸਿਰਾਂ ਦਾ ਮੁੱਲ ਕਈ ਗੁਣਾ ਵੱਧ ਪਾਇਆ ਗਿਆ। ਨਾਦਰ ਅਬਦਾਲੀ ਤਾਂ ਸਿੱਖਾਂ ਦੀ ਰੱਤ 'ਚ ਨਹਾਉਣਾ ਹੀ ਸੀ, ਨਹਾਉਣਾ ਸੀ। ਅਕਿਰਤ ਘਣ ਜਸਪਤ ਲਖਪਤ ਨੇ ਵੀ ਕੋਈ ਕਸਰ ਨਾ ਛੱਡੀ। ਪਿੰਡੇ ਤੇ ਜ਼ਖਮਾਂ ਦੀਆਂ ਪੰਡਾਂ ਲੈ ਕੇ ਖਾਲਸਾ ਖੁੰਡੀਆਂ ਤੇਗਾਂ ਨਾਲ ਲੜਿਆ। ਅਖੀਰ ਫਤਿਹ ਨੇ ਖਾਲਸੇ ਦੇ ਪੈਰ ਚੁੰਮੇ, ਖਾਲਸਾ ਰਾਜ ਹੋਂਦ ਵਿੱਚ ਆਇਆ। ਖਾਲਸੇ ਦੀ ਗਰਜ ਨਾਲ ਤਿੱਬਤ ਤੋਂ ਲੈ ਕੇ ਕਾਬੁਲ ਕੰਧਾਰ ਕੰਬ ਉੱਠਿਆ। ਵਿਦੇਸ਼ੀ ਹਮਲਾਵਰ ਦੀ ਇਸ ਧਰਤੀ ਵੱਲ ਅੱਖ ਚੁੱਕ ਕੇ ਵੇਖਣ ਦੀ ਹਿੰਮਤ ਨਾ ਪਈ, ਪਰ ਅਕਿਰਤ ਘਣਾਂ ਨੇ ਖਾਲਸੇ ਦੀ ਪਿੱਠ ਵਿੱਚ ਐਸਾ ਛੁਰਾ ਮਾਰਿਆ ਕਿ ਖੂਨ ਨਾਲ ਸਿੰਜਿਆ ਖਾਲਸੇ ਰਾਜ ਦਾ ਬੂਟਾ ਫਰੰਗੀਆਂ ਹੱਥ ਚਲਾ ਗਿਆ। ਇਤਿਹਾਸ ਦੀ ਲੋਅ ਵਿੱਚ ਅਧਿਐਨ ਕੀਤਾ ਜਾਵੇ ਤਾਂ ਖਾਲਸੇ ਦਾ ਇੱਕ ਵਿਸ਼ੇਸ਼ ਗੁਣ ਜਾਂ ਫਿਦਰਤ ਉਘੜ ਕੇ ਸਾਹਮਣੇ ਆਉਂਦੀ ਹੈ ਕਿ ਖਾਲਸਾ ਜਾਂ ਆਜ਼ਾਦ ਹਾਕਮ ਹੁੰਦਾ ਹੈ ਜਾਂ ਬਾਗੀ। ਗੁਲਾਮ ਹੋਣਾ ਖਾਲਸੇ ਦੇ ਸੁਭਾਅ ਦਾ ਅੰਗ ਨਹੀਂ। ਫਰੰਗੀਆਂ ਵਿਰੁੱਧ ਸੰਘਰਸ਼ ਖਾਲਸੇ ਨੇ ਆਰੰਭਿਆ। ਕੁਰਬਾਨੀ ਦੇ ਅੰਕੜੇ ਪੜ੍ਹ ਕੇ ਹੈਰਾਨ ਹੋ ਜਾਈਦਾ ਹੈ। ਆਬਾਦੀ ਕੇਵਲ 1.5% ਤੇ ਕੁਰਬਾਨੀਆਂ 90% ਤੋਂ ਵਧੇਰੇ। ਤੇ ਦੂਸਰੇ ਪਾਸੇ ਖਾਲਸੇ ਦੇ ਖੂਨ ਨਾਲ ਲਿਬੜੇ ਮੋਢਿਆਂ ਤੇ ਚੜ੍ਹ ਕੇ ਰਾਜ ਭਾਗ ਮੰਨਣ ਵਾਲੀ ਕੌਮ ਦੀ ਆਬਾਦੀ 80% ਤੇ ਕੁਰਬਾਨੀਆਂ 2% ਤੋਂ ਵੀ ਘੱਟ। ਆਜ਼ਾਦੀ ਮਿਲਣ ਉਪਰੰਤ ਇਸ ਦੇਸ਼ ਦੀ ਬਹੁਤ ਗਿਣਤੀ ਲੀਡਰਸ਼ਿਪ ਨੇ ਅਕਿਰਤ ਘਣਤਾ ਨੇ ਸਾਰੀ ਹੱਦ ਬੰਨੇ ਤੋੜ ਕੇ ਜਿਹੋ ਜਿਹਾ ਵਿਸਾਹਘਾਤ ਸਿੱਖਾਂ ਨਾਲ ਕੀਤਾ, ਉਸ ਦੀ ਮਿਸਾਲ ਕੋਈ ਕਿਧਰੇ ਨਹੀਂ ਮਿਲਦੀ। ਹਰ ਹੀਲਾ ਖਾਲਸੇ ਦੀ ਅਣਖ ਨੂੰ ਮਲੀਆ ਮੇਟ ਕਰਨ ਦਾ ਵਰਤਿਆ ਗਿਆ। ਸਿੱਖੀ ਦੀ ਅਣਖ ਨੂੰ ਖਤਮ ਕਰਨ ਵਾਸਤੇ, ਕੌਮੀ ਗੈਰਤ ਦੀ ਚਿੰਗਾਰੀ ਨੂੰ ਬੁਝਾਉਣ ਵਾਸਤੇ ਭਾਵੇਂ ਰਾਜ ਭਾਗੀਆਂ ਵੱਲੋਂ ਪਹਿਲੇ ਦਿਨ ਤੋਂ ਹੀ ਹਮਲੇ ਸ਼ੁਰੂ ਹੋ ਗਏ ਸਨ, ਪਰ ਘੱਲੂਘਾਰਾ ਨੀਲਾ ਤਾਰਾ ਐਸਾ ਭਿਆਨਕ ਘੱਲੂਘਾਰਾ ਹੈ ਜਿਸ ਦੇ ਨਿਸ਼ਾਨ ਕੌਮ ਦੇ ਹਿਰਦੇ ਤੋਂ ਕਦੀ ਮਿਟ ਨਹੀਂ ਸਕਦੇ। ਇੱਕ ਐਸਾ ਨਿਛੱਤਰ ਸਿੱਖਾਂ ਖਿਲਾਫ ਵਰਤਿਆ ਗਿਆ ਜਿਸ ਨੇ ਕੌਮ ਨੂੰ ਵਲੂੰਦਰ ਕੇ ਰੱਖ ਦਿੱਤਾ, ਅਤੇ ਇਹੀ ਹੀਰੋਸ਼ੀਮਾ ਤੇ ਨਾਗਾਸਾਕੀ ਦੇ ਹਮਲਿਆਂ ਤੋਂ ਵਧੇਰੇ ਕਰੂਰਤਾਪੂਰਨ ਕਾਰਵਾਈ ਸੀ। ਇੱਕ ਭਿਆਨਕ ਘੱਲੂਘਾਰੇ ਦਾ ਨਿਸ਼ਾਨਾ ਕੇਵਲ ਸਿੱਖ ਨਹੀਂ, ਸਿੱਖੀ ਸੀ। ਮਕਸਦ ਕੇਵਲ ਬਾਬਾ ਜਰਨੈਲ ਸਿੰਘ ਨੂੰ ਖਤਮ ਕਰਨਾ ਨਹੀਂ, ਸਗੋਂ ਕੌਮ ਨੂੰ ਜਲੀਲ ਕਰਨਾ ਸੀ, ਕੌਮ ਦੀ ਗੈਰਤ ਨੂੰ ਰੋਲਣਾ ਸੀ। ਰਾਜ ਭਾਗ ਦੀ ਮਾਲਿਕਾ ਇੰਦਰਾ ਗਾਂਧੀ ਦੀ ਪ੍ਰਬਲ ਇੱਛਾ ਕੌਮ ਨੂੰ ਸਬਕ ਸਿਖਾਉਣ ਦੀ ਸੀ, ਕਿਉਂਕਿ ਉਸ ਵੱਲੋਂ ਲਗਾਈ 1977 ਦੀ ਐਮਰਜੈਂਸੀ ਦੌਰਾਨ ਜਦੋਂ ਸਾਰਾ ਦੇਸ਼ ਸੁਸਰੀ ਵਾਂਗ ਸੌਂ ਗਿਆ ਸੀ, ਤਾਂ ਸਿਰਫ ਗੁਰੂ ਖਾਲਸਾ ਹੀ ਮੈਦਾਨ ਵਿੱਚ ਡਟਿਆ ਸੀ। ਅੱਜ ਕੱਲ੍ਹ ਆਪਣੇ ਆਪ ਨੂੰ ਹਿੰਦੂਤਵਾ ਦੇ ਮੁਦਈ ਅਖਵਾਉਣ ਵਾਲੇ ਅਤੇ ਦੇਸ਼ ਦੇ ਭਗਵੇਂ ਕਰਨ ਦਾ ਸੁਪਨਾ ਲੈਣ ਵਾਲੇ ਖਾਕੀ ਨਿੱਕਰਾਂ ਲੁਕਾ ਕੇ ਖਾਲਸਾ ਪੰਥ ਦੀ ਸ਼ਰਨ ਆਏ ਸਨ। ਤ੍ਰੀਆਂ ਹੱਠ ਸਦਕਾ ਹੰਕਾਰੀ ਬੀਬੀ ਖਾਲਸੇ ਨੂੰ ਜਲੀਲ ਕਰਨਾ ਸੋਚਦੀ ਸੀ। ਨਕਲੀ ਨਿਰੰਕਾਰੀਆਂ ਵਰਗੇ ਪਖੰਡੀਆਂ ਨੇ ਸਿੱਖ ਸਿਧਾਂਤਾਂ ਦਾ ਮਜ਼ਾਕ ਉਡਾਇਆ। ਗੁਪਤ ਸਰਕਾਰੀ ਫੰਡ
ਸਰਕਾਰੀ ਮਸ਼ੀਨਰੀ ਨੇ ਪੂਰਾ ਸਹਿਯੋਗ ਦਿੱਤਾ। ਇੱਥੋਂ ਤੱਕ ਕਿ ਪੰਜਾਬ ਦੀਆਂ ਉੱਚ ਪਦਵੀਆਂ ਉੱਪਰ ਵੀ ਉਸੇ ਵਿਚਾਰਧਾਰਾ ਦੇ ਸਮਰਥਕਾਂ ਨੂੰ ਬਿਠਾਇਆ ਗਿਆ। 13 ਅਪ੍ਰੈਲ 1978 ਨੂੰ ਨਕਲੀ ਨਿਰੰਕਾਰੀਆਂ ਨੇ ਅੰਮ੍ਰਿਤਸਰ ਵਿਖੇ ਖਾਲਸੇ ਦੇ ਖੂਨ ਨਾਲ ਹੋਲੀ ਖੇਡੀ। ਪੁਲਿਸ ਦੇ ਪ੍ਰਸ਼ਾਸਨ ਨੇ ਮੂਕ ਦਰਸ਼ਕ ਬਣ ਕੇ ਸਭ ਕੁਝ ਦੇਖਿਆ। ਪੰਜਾਬ ਦੀ ਅਕਾਲੀ ਸਰਕਾਰ ਪੰਥਕ ਹਿੱਤਾਂ ਤੋਂ ਮੂੰਹ ਮੋੜ ਗਈ। ਇਸ ਮੁਕੱਦਮੇ ਦੌਰਾਨ ਹੋਏ ਪੱਖਪਾਤ ਨੂੰ ਲੈ ਕੇ ਸਿੱਖ ਕੌਮ ਦਾ ਵਿਸ਼ਵਾਸ ਇਸ ਫਿਰਕੂ ਭਾਰਤੀ ਨਿਆਂ ਪ੍ਰਣਾਲੀ ਤੋਂ ਵੀ ਬਿਲਕੁਲ ਚੁੱਕਿਆ ਗਿਆ। ਕੌਮ ਦੀ ਗੈਰਤ ਉੱਪਰ, ਸਿੱਖੀ ਉੱਪਰ ਹੋ ਰਹੇ ਨਿੱਤ ਪ੍ਰਤੀ ਹਮਲਿਆਂ ਨੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲੇ ਨੂੰ ਮੈਦਾਨ ਵਿੱਚ ਨਿੱਤਰਨ ਲਈ ਮਜਬੂਰ ਕੀਤਾ। ਸਰਕਾਰੀ ਸ਼ਹਿ ਪ੍ਰਾਪਤ ਗੁੰਡਿਆਂ, ਖਾਸ ਕਰਕੇ ਹਰਬੰਸ ਲਾਲ ਖੰਨਾ ਨੇ ਕਈ ਥਾਵਾਂ ਤੇ ਸਿੱਖ ਸਰੂਪ ਦੀ ਬੇਅਦਬੀ ਕੀਤੀ। ਪੰਜਾਬ ਦੀ ਧਰਤੀ ਤੇ ਇਹ ਨਾਅਰੇ ਸੁਣੇ ਜਾ ਰਹੇ ਸਨ, ਕੱਛ ਕੜਾ ਕੰਘਾ ਕਿਰਪਾਨ, ਧੱਕ ਦਿਆਂਗੇ ਪਾਕਿਸਤਾਨ। ਜੇ ਅਜਿਹੇ ਦੁਰਵਿਹਾਰ ਦੇਖ ਕੇ ਕੌਮੀ ਜੋਸ਼ ਨੇ ਉਬਾਲਾ ਖਾਧਾ। ਜਿਸ ਕੌਮ ਨੇ ਪਰਾਇਆਂ ਦੀ ਇੱਜ਼ਤ ਰੁਲਦੀ ਵੇਖ ਕੇ ਖੂਨ ਵਹਾਇਆ ਹੋਵੇ, ਉਹ ਕੌਮ ਆਪਣੀ ਇੱਜ਼ਤ ਰੁਲਦੀ ਕਿਵੇਂ ਵੇਖ ਸਕਦੀ ਸੀ? ਗੁਰੂ ਸਰੂਪਾਂ ਦੀ ਬੇਅਦਬੀ, ਸਰਕਾਰੀ ਧੱਕੇਸ਼ਾਹੀ, ਵਿਤਕਰਾ ਅਤੇ ਸਰਕਾਰੀ ਗੁੰਡਾਗਰਦੀ ਨੇ ਕੌਮ ਦੇ ਜਜ਼ਬਾਤਾਂ ਨੂੰ ਹਲੂਣਿਆ। ਪੰਜਾਬ ਦੀਆਂ ਹੱਕੀ ਮੰਗਾਂ ਨੂੰ ਲੈ ਕੇ ਸ਼ੁਰੂ ਕੀਤਾ ਧਰਮ ਯੁੱਧ ਮੋਰਚਾ ਪੂਰੇ ਜੋਬਨ ਤੇ ਸੀ। ਕੌਮੀ ਅਣਖ ਉੱਪਰ ਹੋਏ ਹਮਲਿਆਂ ਦਾ ਜਵਾਬ ਸਿੱਖ ਜਵਾਨੀ ਨੇ ਦਿੱਤਾ। ਸਰਕਾਰੀ ਮਸ਼ੀਨਰੀ, ਪ੍ਰਚਾਰ ਸਾਧਨਾਂ ਨੇ, ਖਾਸ ਕਰਕੇ ਮਹਾਸਾ ਪ੍ਰੈਸ ਨੇ ਸਿੱਖ ਨੌਜਵਾਨੀ ਨੂੰ ਅੱਤਵਾਦੀ, ਦਹਿਸ਼ਤਵਾਦ ਗਰਦਾਨਣ ਵਿੱਚ ਕੋਈ ਕਸਰ ਨਾ ਛੱਡੀ। ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੇ ਉਹਨਾਂ ਦੇ ਸਾਥੀ ਜੋ ਦਰਬਾਰ ਸਾਹਿਬ ਟਿਕੇ ਹੋਏ ਸਨ ਨੂੰ ਵੱਖਵਾਦੀ ਪਾਕਿਸਤਾਨ ਦੇ ਏਜੰਟ ਗਰਦਾਨਿਆ ਗਿਆ। ਧਰਮ ਯੁੱਧ ਮੋਰਚੇ ਨੂੰ ਕੁਚਲਣ ਵਾਸਤੇ ਸਰਕਾਰ ਨੇ ਪੂਰਾ ਤਾਣ ਲਾਇਆ, ਪਰ ਕੌਮ ਦੇ ਭੜਕੇ ਜਜ਼ਬਾਤਾਂ ਸਾਹਮਣੇ ਕੋਈ ਪੇਸ਼ ਨਾ ਗਈ। ਮਹਾਸਾ ਪ੍ਰੈਸ ਪਾਵਨ ਧਾਰਮਿਕ ਸਥਾਨਾਂ ਨੂੰ ਅੱਤਵਾਦੀਆਂ ਦਾ ਅੱਡਾ, ਅਸਲਾ ਫੈਕਟਰੀ, ਵਿਦੇਸ਼ੀ ਏਜੰਸੀਆਂ ਦਾ ਘਰ ਤੇ ਮੁਜਰਮਾਂ ਦਾ ਕੇਂਦਰ ਕਹਿ ਕੇ ਨਵਾਜ ਰਹੀ ਸੀ ਤੇ ਸਿੱਖਾਂ ਦੇ ਖਿਲਾਫ ਆਮ ਜਨਤਾ ਨੂੰ ਭੜਕਾ ਕੇ ਨਫ਼ਰਤ ਦੇ ਬੀਜ ਰਹੀ ਸੀ। ਇਹ ਉਹੀ ਪ੍ਰੈਸ ਸੀ ਜਿਸ ਨੇ ਪੰਜਾਬ ਨੂੰ ਮੁੜ ਦੋਭਾਸ਼ੀ ਬਣਾਉਣ ਦੇ ਯਤਨ ਕੀਤੇ ਸਨ ਤੇ ਹਿੰਦੂਆਂ ਨੂੰ ਮਾਂ ਬੋਲੀ ਪੰਜਾਬੀ ਅਪਣਾਉਣ ਤੋਂ ਰੋਕਿਆ। ਉਸ ਸਮੇਂ ਦੇ ਪੁਲਿਸ ਮੁਖੀ PS ਭਿੰਡਰ ਨੇ ਮਹਾਸ਼ਿਆਂ ਵੱਲੋਂ ਲਾਏ ਤਕਰੀਬਨ ਉਪਰੋਕਤ ਸਾਰੇ ਦੋਸ਼ਾਂ ਨੂੰ ਰੱਦ ਕੀਤਾ ਸੀ। ਸੰਤ ਬਾਬਾ ਜਰਨੈਲ ਸਿੰਘ ਨੂੰ ਵੀ ਪ੍ਰੈਸ ਨਾਲ ਅਕਸਰ ਇਹੀ ਗਿਲਾ ਸੀ ਕਿ ਉਸ ਦੀਆਂ ਤਕਰੀਰਾਂ ਨੂੰ ਗਲਤ ਰੰਗਤ ਦੇ ਕੇ ਤੋੜ ਮਰੋੜ ਕੇ ਪੇਸ਼ ਕੀਤਾ ਜਾਂਦਾ ਹੈ। ਪੱਤਰਕਾਰ ਕਾਰਪੇਕਰ ਨੇ ਇਸ ਦੀ ਪੁਸ਼ਟੀ ਕਰਦਿਆਂ ਲਿਖਿਆ ਸੀ ਕਿ ਭਿੰਡਰਾਂਵਾਲਾ ਅਖੀਰ ਤੱਕ ਇਹੀ ਕਹਿੰਦਾ ਰਿਹਾ ਕਿ ਉਹ ਉਹਨਾਂ ਕਤਲਾਂ ਵਾਸਤੇ ਜ਼ਿੰਮੇਵਾਰ ਨਹੀਂ ਜਿਨ੍ਹਾਂ ਦੀ ਆੜ ਹੇਠ ਫੌਜ ਹਮਲਾਵਰ ਹੋ ਕੇ ਆਉਣਾ ਚਾਹੁੰਦੀ ਹੈ। ਭਾਰਤੀ ਫੌਜ ਦਾ ਤਜਰਬੇਕਾਰ ਜਰਨੈਲ ਮੇਜਰ ਜਨਰਲ ਸੁਬੇਗ ਸਿੰਘ, ਅਤ ਵਿਸ਼ਿਸ਼ਟ ਸੇਵਾ ਮੈਡਲ ਵਿਜੇਤਾ, ਜਿਸਨੇ ਪਾਕਿਸਤਾਨੀ ਫੌਜ ਤੋਂ ਹਥਿਆਰ ਸਟਾਉਣ ਅਤੇ ਬੰਗਲਾਦੇਸ਼ ਦੀ ਹੋਂਦ ਲਈ ਅਹਿਮ ਹਿੱਸਾ ਪਾਇਆ, ਉਸ ਨੂੰ ਇਮਾਨਦਾਰੀ ਨਾਲ ਕੀਤੀ ਸੇਵਾ ਦਾ ਇਵਜ਼ਾਨਾ ਸਜ਼ਾ ਦੇ ਰੂਪ ਵਿੱਚ ਮਿਲਿਆ। ਦੇਸ਼ ਦੀ ਬੇਸ਼ਕੀਮਤੀ ਸੇਵਾ ਉਪਰੰਤ ਬ੍ਰਾਹਮਣਵਾਦੀ ਸਰਕਾਰ ਪਾਸੋਂ ਖੁਆਰੀ ਮਿਲੀ। ਉਸਨੇ ਸਿੱਖਾਂ ਨਾਲ ਹੁੰਦੇ ਵਿਤਕਰੇ ਦੇ ਜ਼ਖਮਾਂ ਨੂੰ ਆਪਣੀ ਦੇਹੀ ਤੇ ਹੰਢਾਇਆ। ਇਹ ਜਰਨੈਲ ਬਾਬਾ ਜਰਨੈਲ ਸਿੰਘ ਜੀ ਸੱਜੀ ਬਾਂਹ ਦੇ ਰੂਪ ਵਿੱਚ ਉੱਭਰਿਆ ਤੇ ਸ੍ਰੀ ਦਰਬਾਰ ਸਾਹਿਬ ਦੀ ਰੱਖਿਆ ਲਈ ਵਿਉਂਤਬੰਦੀ ਦਾ ਜ਼ਿੰਮਾ ਆਪਣੇ ਸਿਰ ਲਿਆ। 2 ਜੂਨ 1984 ਨੂੰ ਦੇਸ਼ ਦੀ ਮਲਿਕਾ ਇੰਦਰਾ ਗਾਂਧੀ ਇੱਕ ਪਾਸੇ ਦੇਸ਼ ਦੇ ਨਾਮ ਸੰਦੇਸ਼ ਜਾਰੀ ਕਰਕੇ ਅਕਾਲੀਆਂ ਨੂੰ ਪੰਜਾਬ ਮਸਲੇ ਦੇ ਹੱਲ ਦਾ ਸੱਦਾ ਦੇ ਰਹੀ ਸੀ ਤੇ ਦੂਜੇ ਪਾਸੇ ਫੌਜ ਨੂੰ ਪੰਜਾਬ ਵੱਲ ਕੂਚ ਕਰਨ ਦਾ ਲੁਕਵਾਂ ਹੁਕਮ ਦਿੱਤਾ ਜਾ ਰਿਹਾ ਸੀ। ਕੁਝ ਹੀ ਸਮੇਂ ਬਾਅਦ ਇਹ ਖਬਰ ਪ੍ਰਸਾਰਿਤ ਹੋਈ ਕਿ ਪੰਜਾਬ ਵਿੱਚ ਸਿਵਲ ਪ੍ਰਸ਼ਾਸਨ ਦੀ ਮਦਦ ਵਾਸਤੇ ਫੌਜ ਤਾਇਨਾਤ ਕੀਤੀ ਜਾ ਰਹੀ ਹੈ। ਪੱਛਮੀ ਕਮਾਂਡ ਦੇ ਲੈਫਟੀਨੈਂਟ ਜਨਰਲ RS ਦਿਆਲ ਨੂੰ ਗਵਰਨਰ ਪੰਜਾਬ ਦਾ ਸਲਾਹਕਾਰ ਨਿਯੁਕਤ ਕਰ ਦਿੱਤਾ। ਉਧਰ ਦਰਬਾਰ ਸਾਹਿਬ ਕੰਪਲੈਕਸ ਦੁਆਲੇ ਤਾਇਨਾਤ CRPF ਅਤੇ BSF ਨੇ ਬਿਨਾਂ ਕਿਸੇ ਭੜਕਾਹਟ ਦੇ ਗੋਲੀਬਾਰੀ ਆਰੰਭ ਕਰ ਦਿੱਤੀ। ਫੌਜ ਦੀ ਆਮਦ ਹੁੰਦਿਆਂ ਹੀ ਸਾਰਾ ਪੰਜਾਬ ਸੀਲ ਕਰ ਦਿੱਤਾ ਗਿਆ ਅਤੇ CRPF ਦੇ ਟਿਕਾਣਿਆਂ ਉੱਪਰ ਫੌਜ ਆ ਬੈਠੀ। 3 ਜੂਨ ਨੂੰ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਪੁਰਬ ਹੋਣ ਸਦਕਾ ਕਾਫੀ ਸੰਗਤ ਪਾਵਨ ਸਥਾਨ ਤੇ ਪਹੁੰਚੀ ਹੋਈ ਸੀ ਅਤੇ ਇਸ ਦਿਨ ਗੋਲੀਬਾਰੀ ਸਦਕਾ ਅੰਦਰ ਕਾਫੀ ਸਿੰਘ ਜੋ ਕਿ ਸ਼ਰਧਾਲੂ ਸਨ ਸ਼ਹੀਦ ਹੋਏ। ਫੌਜੀ ਮੁਖੀ KS ਬਰਾੜ ਜੋ ਇਹ ਵਿਚਾਰ ਲੈ ਕੇ ਆਇਆ ਸੀ ਕਿ ਤੋਪਾਂ ਤੇ ਗੋਲਿਆਂ ਦੀ ਗੂੰਜ ਨਾਲ ਵੱਡੇ ਵੱਡੇ ਜਰਨੈਲ ਕੰਬ ਜਾਂਦੇ ਹਨ, ਨੂੰ ਬੜੀ ਨਾਮੋਸ਼ੀ ਦਾ ਸਾਹਮਣਾ ਕਰਨਾ ਪਿਆ। ਜਦੋਂ ਅੰਦਰ ਜਾਣ ਦੀ ਕੋਸ਼ਿਸ਼ ਕਰਨ ਵਾਲੇ ਫੌਜੀ ਦਸਤਿਆਂ ਦਾ ਅੰਦਰਲੇ ਸਿੰਘਾਂ ਨੇ ਯਥਾ ਸ਼ਕਤੀ ਸਵਾਗਤ ਕੀਤਾ। ਕਮਾਂਡੋ ਦਸਤੇ ਅੰਦਰ ਜਾਣ ਵਿੱਚ ਨਾਕਾਮ ਹੋ ਗਏ। ਬਾਹਰੋਂ ਆਧੁਨਿਕ ਹਥਿਆਰਾਂ ਨਾਲ ਹੋ ਰਹੀ ਗੋਲਾਬਾਰੀ ਦਾ ਜਵਾਬ ਸਿੰਘਾਂ ਨੇ ਸੀਮਤ ਸਾਧਨਾਂ ਨਾਲ ਦਿੱਤਾ। ਭਾਵੇਂ ਸ਼ਸਤਰਾਂ ਦਾ ਅਭਾਵ ਸੀ, ਪਰ
ਗੁਰਧਾਮਾਂ ਦੀ ਰੱਖਿਆ ਅਤੇ ਕੌਮੀ ਗੈਰਤ ਉੱਪਰ ਹੋ ਰਹੇ ਇਸ ਹਮਲੇ ਦਾ ਮੂੰਹ ਤੋੜ ਜਵਾਬ ਦੇਣ ਦਾ ਜਜ਼ਬਾ ਮਨ ਅੰਦਰ ਸੀ। 2 ਜੂਨ ਤੋਂ ਲੈ ਕੇ 5 ਜੂਨ ਤੱਕ ਫੌਜ ਨੂੰ ਕੋਈ ਬਹੁਤੀ ਸਫਲਤਾ ਹਾਸਲ ਨਾ ਹੋਈ। ਅਖੀਰ ਵਿਸ਼ੇਸ਼ ਹਦਾਇਤਾਂ ਪ੍ਰਾਪਤ ਕਰਕੇ ਦਰਬਾਰ ਸਾਹਿਬ ਅੰਦਰ ਵਿਜ਼ੰਤ 72 ਟੈਂਕ APC ਗੱਡੀਆਂ ਅੰਦਰ ਭੇਜੀਆਂ। ਇਹਨਾਂ ਨੇ ਪ੍ਰਕਰਮਾਂ 'ਚ ਮੋਰਚਾ ਲਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਉੱਪਰ ਗੋਲਾਬਾਰੀ ਆਰੰਭੀ ਅਤੇ ਸ਼੍ਰੀ ਅਕਾਲ ਤਖਤ ਸਾਹਿਬ ਦੀ ਇਮਾਰਤ ਨੂੰ ਢਹਿ ਢੇਰੀ ਕਰ ਦਿੱਤਾ। ਅੰਦਰਲੇ ਸਿੰਘਾਂ ਨੇ ਜਨਰਲ ਸੁਭੇਗ ਸਿੰਘ ਜੀ ਦੀ ਅਗਵਾਈ ਵਿੱਚ ਜਿਸ ਤਰ੍ਹਾਂ ਫੌਜੀ ਹਮਲੇ ਦਾ ਜਵਾਬ ਦਿੱਤਾ, ਉਸਨੇ ਖਾਲਸਾਈ ਰਵਾਇਤਾਂ ਨੂੰ ਮੁੜ ਉਜਾਗਰ ਕੀਤਾ। ਫੌਜ ਵੱਲੋਂ ਭਾਵੇਂ ਕਿ ਅੰਦਰ ਨਿਹੱਥੇ ਸ਼ਰਧਾਲੂਆਂ ਦਾ ਬੇਇੰਤਹਾ ਕਤਲੇਆਮ ਕੀਤਾ ਗਿਆ, ਪਰੰਤੂ ਦਰਬਾਰ ਸਾਹਿਬ ਦੀ ਰੱਖਿਆ ਕਰ ਰਹੇ ਜੋਸ਼ੀਲੇ ਸਿੰਘਾਂ ਨੇ ਫੌਜ ਦਾ ਢੁਕਵਾਂ ਜਾਨੀ ਨੁਕਸਾਨ ਕੀਤਾ। 6 ਜੂਨ ਨੂੰ ਬਾਬਾ ਜਰਨੈਲ ਸਿੰਘ ਜੀ ਅਤੇ ਉਹਨਾਂ ਦੇ ਸਾਥੀ ਦਰਬਾਰ ਸਾਹਿਬ ਜੀ ਦੀ ਰੱਖਿਆ ਕਰਦਿਆਂ ਫੌਜ ਨਾਲ ਲੋਹਾ ਲੈਂਦਿਆਂ ਜਾਮੇ ਸ਼ਹਾਦਤ ਪੀ ਗਏ। ਫੌਜ ਪੂਰੇ ਦਰਬਾਰ ਸਾਹਿਬ ਕੰਪਲੈਕਸ ਉੱਤੇ ਕਾਬਜ ਹੋ ਗਈ। ਸਿੰਘਾਂ ਦੇ ਯੁੱਧ ਨੀਤਿਕ ਕਰਤੱਵਾਂ ਅਤੇ ਬਾਬਾ ਜਰਨੈਲ ਸਿੰਘ ਦੀ ਦ੍ਰਿੜਤਾ ਦਾ ਪ੍ਰਗਟਾਵਾ ਕਰਦਾ ਜਨਰਲ KS ਬਰਾੜ ਲਿਖਦਾ ਹੈ ਕਿ ਸੰਤ ਜਰਨੈਲ ਸਿੰਘ ਤੇ ਉਸਦੇ ਸਾਥੀ ਦ੍ਰਿੜਤਾ ਨਾਲ ਡਟੇ, ਪੂਰੀ ਸੂਰਮਤਾਈ ਦਾ ਪ੍ਰਗਟਾਵਾ ਕੀਤਾ। ਭਿੰਡਰਾਂਵਾਲਾ ਉੱਚ ਦਰਜੇ ਦਾ ਸੂਰਮਾ ਹੋ ਨਿਬੜਿਆ। ਦੀ ਟਰੂ ਸਟੋਰੀ ਆਪਰੇਸ਼ਨ ਬਲੂ ਸਟਾਰ। ਇਸ ਘੱਲੂਘਾਰੇ ਨੇ ਕੌਮ ਅੰਦਰ ਪੰਥ ਪ੍ਰਸਤੀ ਦਾ ਅਥਾਹ ਜਜ਼ਬਾ ਪੈਦਾ ਕੀਤਾ, ਪਰੰਤੂ ਰੋਹ ਤੋਂ ਉੱਠੀ ਖਾੜਕੂ ਲਹਿਰ ਜਲਦੀ ਹੀ ਸਰਕਾਰੀ ਏਜੰਸੀਆਂ ਦੇ ਜਾਲ ਦਾ ਸ਼ਿਕਾਰ ਹੋ ਗਈ। ਸਰਕਾਰੀ ਸਾਜ਼ਿਸ਼ ਅਧੀਨ ਸੰਤ ਬਾਬਾ ਜਰਨੈਲ ਸਿੰਘ ਦੀ ਸ਼ਹਾਦਤ ਨੂੰ ਛੁਪਾਇਆ ਗਿਆ ਅਤੇ ਉਸ ਨੂੰ ਕੌਮੀ ਸ਼ਹੀਦ ਦੇ ਤੌਰ ਤੇ ਉੱਭਰਨ ਨਾ ਦਿੱਤਾ ਗਿਆ। ਕਾਫੀ ਸਾਰੇ ਖਾੜਕੂਆਂ ਅਤੇ ਗਰਮਦਲੀਆਂ ਧਿਰਾਂ ਤੋਂ ਸੰਤ ਬਾਬਾ ਜਰਨੈਲ ਸਿੰਘ ਜੀ ਦੀ ਸੰਸਥਾ ਪ੍ਰਭਾਵ ਕਬੂਲਦੀਆਂ ਸਨ ਤੇ ਬਾਬਾ ਜਰਨੈਲ ਸਿੰਘ ਤੇ ਜਿੰਦਾ ਹੋਣ ਦਾ ਅਤੇ ਦੁਬਾਰਾ ਪ੍ਰਗਟ ਹੋਣ ਦਾ ਪ੍ਰਚਾਰ ਕੀਤਾ। ਇਸ ਦੇ ਸਿੱਟੇ ਵਜੋਂ ਕੋਈ ਨਵੀਂ ਲੀਡਰਸ਼ਿਪ ਨਾ ਉੱਭਰ ਸਕੀ ਅਤੇ ਪੰਥ ਦੋਖੀਆਂ ਨੂੰ ਖਾੜਕੂ ਸੰਘਰਸ਼ ਵਿੱਚ ਘੁਸਪੈਠ ਕਰਨ ਦਾ ਸੁਨਹਿਰਾ ਅਵਸਰ ਮਿਲਿਆ। ਖਾੜਕੂ ਜਥੇਬੰਦੀਆਂ ਵਿੱਚ ਆਪਸੀ ਖਿੱਚੋਤਾਣ, ਇੱਕ ਜਥੇਬੰਦਕ ਢਾਂਚੇ ਅਤੇ ਅਨੁਸ਼ਾਸਨ ਦੀ ਘਾਟ ਨੇ ਇਸ ਲਹਿਰ ਨੂੰ ਖਤਮ ਕਰਨ ਵਿੱਚ ਅਥਾਹ ਯੋਗਦਾਨ ਪਾਇਆ। ਪੰਥ ਪ੍ਰਸਤੀ ਦੀ ਗੱਲ ਕਰਨ ਵਾਲਿਆਂ ਨੂੰ ਜਿੱਥੇ ਸਰਕਾਰੀ ਦਹਿਸ਼ਤ ਗਰਦੀ ਦਾ ਸ਼ਿਕਾਰ ਹੋਣਾ ਪਿਆ, ਉੱਥੇ ਖਾੜਕੂਆਂ ਦੇ ਭੇਸ਼ ਵਿੱਚ ਸਰਕਾਰੀ ਏਜੰਟਾਂ ਨੇ ਵੀ ਕੋਈ ਘੱਟ ਨਾ ਕੀਤਾ। ਪੇਂਡੂ ਲੋਕਾਂ ਦੇ ਘਰ ਖਾੜਕੂਆਂ ਦੀਆਂ ਛੁਪਣਗਾਹਾਂ ਸਨ, ਪਰੰਤੂ ਖਾੜਕੂਆਂ ਦੇ ਭੇਸ਼ ਵਿੱਚ ਸਰਕਾਰੀ ਕਾਲੀਆਂ ਬਿੱਲੀਆਂ ਦੀਆਂ ਕਾਲੀਆਂ ਕਰਤੂਤਾਂ ਨੇ ਖਾੜਕੂਆਂ ਨੂੰ ਪੇਂਡੂ ਲੋਕਾਂ ਵਿੱਚ ਨਫ਼ਰਤ ਦਾ ਪਾਤਰ ਬਣਾ ਦਿੱਤਾ। ਸਿਆਸੀ ਮਹਾਰਥੀਆਂ ਨੇ ਖਾੜਕੂਆਂ ਨੂੰ ਪੁੱਜ ਕੇ ਆਪਣੇ ਹਿੱਤ ਦੀ ਪੂਰਤੀ ਵਾਸਤੇ ਵਰਤਿਆ। ਸਰਕਾਰੀ ਆਸ਼ੀਰਵਾਦ ਪ੍ਰਾਪਤ ਸੰਤਾਂ ਨੇ ਮਤਲਬ ਉਹ ਜਿਹੜੇ ਸੰਤ ਸਰਕਾਰ ਦੇ ਉਹਨਾਂ ਦੇ ਹੱਥ ਸੀਗਾ ਜਿੰਨਾ ਪਿੱਛੇ, ਉਹ ਸੰਤ ਉਹਨਾਂ ਦੀ ਗੱਲ ਕੀਤੀ ਇੱਥੇ ਉਹਨੇ। ਸਰਕਾਰੀ ਆਸ਼ੀਰਵਾਦ ਪ੍ਰਾਪਤ ਸੰਤਾਂ ਨੇ ਜਿੱਥੇ ਅਜਿਹੇ ਘੱਲੂਘਾਰੇ ਦੀ ਯਾਦ ਦੇ ਨਿਸ਼ਾਨ ਵੀ ਮਿਟਾ ਦਿੱਤੇ, ਉੱਥੇ ਕੌਮ ਨੇ ਵੀ ਸੰਗਠਿਤ ਹੋ ਕੇ ਸਿੱਖ ਰੈਫਰੈਂਸ ਲਾਇਬ੍ਰੇਰੀ, ਜਿਸ ਦਾ ਇੱਕ ਖਾਸ ਸਾਜ਼ਿਸ਼ ਅਧੀਨ ਨੁਕਸਾਨ ਕੀਤਾ ਗਿਆ ਸੀ, ਪੂਰਤੀ ਬਾਰੇ ਕੋਈ ਨਿੱਘਰ ਪ੍ਰੋਗਰਾਮ ਨਾ ਉਲੀਕਿਆ, ਕਿਉਂਕਿ ਲਾਇਬ੍ਰੇਰੀ ਨੂੰ ਅੱਗ 8-9 ਜੂਨ ਨੂੰ ਲਗਾਈ ਗਈ, ਪਰੰਤੂ 6-7 ਜੂਨ ਨੂੰ ਫੌਜ ਦਰਬਾਰ ਸਾਹਿਬ ਤੇ ਕਾਬਜ ਹੋ ਚੁੱਕੀ ਸੀ ਤੇ ਅੰਦਰ ਕੋਈ ਖਾੜਕੂ ਨਹੀਂ ਸੀ ਜਿਸ ਦਾ ਬਹਾਨਾ ਬਣ ਸਕੇ। ਭਰੋਸੇਯੋਗ ਸੂਤਰਾਂ ਅਨੁਸਾਰ ਕੌਮ ਦਾ ਧਾਰਮਿਕ ਸਹਿਜ ਸਾੜਿਆ ਨਹੀਂ ਗਿਆ, ਬਲਕਿ ਸਰਕਾਰ ਦੇ ਪਾਸ ਮੌਜੂਦ ਹੈ। ਕੌਮ ਨੂੰ ਜਥੇਬੰਦਕ ਹੋ ਕੇ ਇਸ ਅਣਮੁੱਲੇ ਸਹਿਜ ਦੀ ਪ੍ਰਾਪਤੀ ਲਈ ਉਪਰਾਲਾ ਵੀ ਕਰਨਾ ਚਾਹੀਦਾ ਹੈ। ਅਸੀਂ ਪਹਿਲਾਂ ਹੀ ਬਹੁਤ ਸੰਤਾਪ ਭੋਗ ਚੁੱਕੇ ਹਾਂ, ਪਰੰਤੂ ਇਤਿਹਾਸ ਦੀ ਰੱਦੋ ਬਦਲ ਦੁਆਰਾ ਕੀਤਾ ਗਿਆ ਬੌਧਿਕ ਹਮਲਾ ਕੌਮ ਨੂੰ ਝੰਜੋੜ ਕੇ ਰੱਖ ਦੇਵੇਗਾ। RSS ਦੀਆਂ ਰਾਜਨੀਤਿਕ ਸ਼ਾਖਾ ਜੋ ਰਾਜ ਗੱਦੀ ਉੱਪਰ ਬਿਰਾਜਮਾਨ ਰਹੀ ਸੀ ਵੱਲੋਂ ਬਣਾਇਆ ਗਿਆ ਭਾਰਤੀ ਇਤਿਹਾਸ ਪ੍ਰਕਲਪ ਬੋਰਡ ਭਾਰਤ ਦੇ 5000 ਸਾਲ ਇਤਿਹਾਸ ਨੂੰ ਮਨਮਰਜ਼ੀ ਨਾਲ ਤੋੜ ਮਰੋੜ ਕੇ ਇਹ ਸਿੱਧ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਕਿ ਹਿੰਦੂ ਆਰੀਆ ਹਮਲਾਵਰ ਨਹੀਂ ਬਲਕਿ ਮੂਲ ਹਿੰਦੂ ਵਾਸੀ ਹਨ। ਭਾਰਤ ਸਰਕਾਰ ਦੇ ਕਬਜ਼ੇ 'ਚ ਪਿਆ ਸਿੱਖ ਰੈਫਰੈਂਸ ਲਾਇਬ੍ਰੇਰੀ ਤੋਂ ਲੁੱਟਿਆ ਸਾਡਾ ਵਡਮੁੱਲਾ ਸਾਹਿਤ ਜੇਕਰ ਕਿਸੇ ਅਜਿਹੀ ਸੰਸਥਾ ਦੇ ਹੱਥ ਆਇਆ ਤਾਂ ਮਨਮਰਜ਼ੀ ਦਾ ਖਿਲਵਾੜ ਕੀਤਾ ਜਾਵੇਗਾ। ਅਜੇ ਵੀ ਸਮਾਂ ਹੈ ਕਿ ਵਿਦਵਾਨ ਜਥੇਬੰਦ ਹੋ ਕੇ ਇਹ ਮਸਲਾ ਸਰਕਾਰ ਅੱਗੇ ਪੇਸ਼ ਕਰ ਸਕਦੇ ਹਨ। ਸਿੱਖ ਲੀਡਰਸ਼ਿਪ ਨੂੰ ਵੀ ਸੰਜੀਦਾ ਹੋ ਕੇ ਇਸ ਪ੍ਰਤੀ ਨਿੱਘਰ ਉਪਰਾਲਾ ਕਰਨਾ ਚਾਹੀਦਾ ਹੈ। ਮਗਰੋਂ ਹੱਥ ਛੱਡ ਕੇ ਅਰਕਾਂ ਚੱਟਣੀਆਂ ਔਖੀਆਂ ਹੋਣਗੀਆਂ, ਪਲਾਂ ਦੇ ਖੁੰਝੇ ਸਦੀਆਂ ਤੇ ਡਿੱਗ ਪਾਵਾਂਗੇ। ਇਤਿਹਾਸ ਗਵਾਹ ਹੈ, वो वक्त भी देखा है तारीख की राहों ने, लम्हों ने खता की सदियों ने सजा पाई। ਇਹਦਾ ਮੈਂ ਤੁਹਾਨੂੰ ਇੱਕ ਹਵਾਲਾ ਹੋਰ ਦਿੰਦਾ ਵਾਂ। ਡਾਕਟਰ ਸੁਖਦਿਆਲ ਸਿੰਘ ਪੰਜਾਬ ਯੂਨੀਵਰਸਿਟੀ, ਜਿਹੜੀ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਾ, ਉਹਦੇ ਵਿੱਚ ਜਿਹੜਾ ਆਪਣਾ ਰਿਸਰਚ ਬੋਰਡ ਹੁੰਦਾ ਵਾ ਉਹਦੇ ਉਹ ਰਹੇ ਆ ਆਪਣੇ ਪ੍ਰੈਜ਼ੀਡੈਂਟ ਰਹੇ ਆ। ਸੋ
ਉਹਨਾਂ ਨੇ ਵੀ ਆਪਣੀ ਜਿਹੜੀ ਉਹਨਾਂ ਦੀ ਬੁੱਕ ਆ 4 ਜਿਲਦਾਂ ਉਹਨਾਂ ਦੀਆਂ ਬੁੱਕ ਦੀਆਂ ਆ ਚੁੱਕੀਆਂ, ਪੰਜਾਬ ਆਦਿ ਕਾਲ ਤੋਂ ਆਧੁਨਿਕ ਕਾਲ ਤੱਕ। ਜੇ ਤੁਸੀਂ ਉਹਨਾਂ ਦੀ ਪਹਿਲੀ ਜਿਲਦ ਹੀ ਪੜ੍ਹੋਗੇ ਨਾ, ਪੰਜਾਬ ਆਦਿ ਕਾਲ ਤੋਂ ਆਧੁਨਿਕ ਕਾਲ ਤੱਕ, ਉਹਨਾਂ ਨੇ ਵੀ ਇਹ ਚੀਜ਼ ਦਾ ਜ਼ਿਕਰ ਕੀਤਾ ਕਿ ਜਿਹੜਾ ਆਰੀਆ, ਜਿਹੜਾ ਸਾਨੂੰ ਬਹੁਤ ਮੈਂ ਸੁਣਿਆ ਕਿ ਜੀ ਸਾਡਾ DNA ਆਰੀਅਨਾਂ ਨਾਲ ਮਿਲਦਾ ਜੀ, ਸਾਡੇ ਅਸੀਂ ਉੱਥੋਂ ਆਏ ਫਲਾਣੇ ਥਾਂ ਤੋਂ ਜੀ, ਸਾਡਾ ਲਹੂ ਉਹਨਾਂ ਨਾਲ ਮਿਲਦਾ, ਫਲਾਣਾ ਢਿਮਕਣਾ, ਜੇ ਉਹ ਲਟਣ ਪਟਣ, ਪਤਾ ਨਹੀਂ ਕੀ ਕੀ ਬਕਵਾਸ ਝੱਗ ਮਾਰੀ ਜਾਂਦੀ ਇੱਥੇ ਬਹਿ ਕੇ। ਸੋ ਡਾਕਟਰ ਸਾਹਿਬ ਨੇ ਵੀ ਇਹ ਗੱਲ ਦਾ ਜ਼ਿਕਰ ਕੀਤਾ ਕਿ ਜਿਹੜੇ ਆਰੀਅਨ ਲੋਕ ਇਹ ਸਾਡੇ ਉੱਤੇ ਹਮਲਾਵਰ ਹੋ ਕੇ ਆਏ ਸੀਗੇ। ਜਿਹੜੀ ਸਾਡੀ ਹੜੱਪਾ ਮੁਹੱਜੋਦੜੋ ਦੀ ਜਿਹੜੀ ਆਪਣੇ ਆਉਂਦੀ ਆ ਜਿਹੜੀ ਸਿਵਲਾਈਜੇਸ਼ਨ, ਜਿਹੜੀ ਉਹਦੇ ਨਾਲ ਉਹਨਾਂ ਨੇ ਸਾਨੂੰ ਜੋੜਿਆ ਕਿ ਅਸੀਂ ਇੱਥੇ ਦੇ ਰਹਿਣ ਵਾਲੇ ਜਿਹੜੇ ਮੇਨ ਆਪਾਂ ਜਦੋਂ ਵੀ ਇਹ ਇੱਥੇ ਧਰਤੀ ਦੀ ਹੋਂਦ ਆਈ ਆ, ਇੱਥੇ ਜਦੋਂ ਵੀ ਜੀਵਨ ਸ਼ੁਰੂ ਆ, ਆਪਾਂ ਇਸ ਪੰਜਾਬ ਦੀ ਧਰਤੀ ਦੇ ਵਾਸੀ ਆ। ਜਿਹੜੇ ਆਰੀਅਨ ਸੀਗੇ ਇਹਨਾਂ ਨੇ ਸਾਡੀ ਸਿਵਲਾਈਜੇਸ਼ਨ ਖਤਮ ਕੀਤੀ, ਹੜੱਪਾ ਵਾਲੀ ਤੇ ਦੂਜੀ ਜਿਹੜੀ ਆਣ ਕੇ ਇਹ ਹਮਲਾਵਰ ਹੋ ਕੇ ਆਏ ਸੀ। ਤੇ ਅੱਜ ਵਾਲੇ ਵਿਦਵਾਨ ਸਾਡਾ DNA ਉਹਨਾਂ ਨਾਲ ਜੋੜ ਦਿੰਦੇ ਇੱਥੇ ਬਹਿ ਕੇ। ਤੀਜੇ ਘੱਲੂਘਾਰੇ ਦਾ ਪਿਛੋਕੜ। ਸਰਦਾਰ ਰਣਜੋਤ ਸਿੰਘ ਜੀ ਨੇ ਹਥਲੇ ਲੇਖ ਵਿੱਚ ਜੂਨ 1984 ਦੇ ਘੱਲੂਘਾਰੇ ਦੀ ਕੁਝ ਰਾਜਨੀਤਿਕ ਅਤੇ ਸਮਾਜਿਕ ਕਾਰਨਾਂ ਨੂੰ ਉੱਪਰ ਬਹੁਤ ਹੀ ਸੰਖੇਪ ਰੂਪ ਵਿੱਚ ਚਾਨਣਾ ਪਾਇਆ ਹੈ। ਕੁਛ ਬਾਤ ਹੈ ਕਿ ਹਸਤੀ ਮਿਟਤੀ ਨਹੀਂ ਹਮਾਰੀ, ਸदियों रहा है दुश्मन ਦੌਰੇ ਜਮਾ ਹਮਾਰਾ। ਸੰਖੇਪ ਪਿਛੋਕੜ। ਵਰਤਮਾਨ ਭਾਰਤ ਵਿੱਚ ਸਿੱਖ ਸੰਘਰਸ਼ ਦਾ ਮੁੱਢ ਤਾਂ ਉਦੋਂ ਹੀ ਵੱਜ ਗਿਆ ਸੀ ਜਦੋਂ 1950 ਵਿੱਚ ਕੰਸਟੀਟਿਊਸ਼ਨ ਅਸੈਂਬਲੀ ਵਿੱਚ ਸਿੱਖ ਨੁਮਾਇੰਦਗੀ ਵੱਲੋਂ ਭਾਰਤੀ ਸੰਵਿਧਾਨ ਨੂੰ ਨਕਾਰਨਾ ਪਿਆ, ਕਿਉਂਕਿ ਇਹ ਉਹਨਾਂ ਸਾਰਿਆਂ ਵਾਅਦਿਆਂ, ਅਹਿਦਨਾਮਿਆਂ ਅਤੇ ਭਰੋਸਿਆਂ ਦੀ ਉਲੰਘਣਾ ਸੀ ਜੋ ਸੁਤੰਤਰਤਾ ਤੋਂ ਪਹਿਲਾਂ ਭਾਰਤੀ ਕਾਂਗਰਸੀ ਲੀਡਰਾਂ ਨੇ ਸਮੇਂ-ਸਮੇਂ ਘੱਟ ਗਿਣਤੀ ਪ੍ਰਤੀ ਕੀਤੇ ਸਨ। ਇਸ ਸੰਵਿਧਾਨ ਵਿੱਚ ਕਿਤੇ ਉਸ ਫੈਡਰਲ ਨਿਜ਼ਾਮ ਦੀ ਝਲਕ ਨਹੀਂ ਸੀ ਜਿਸ ਵਿੱਚ ਘੱਟ ਗਿਣਤੀ ਕੌਮਾਂ ਆਪਣੀਆਂ ਭਾਵਨਾਵਾਂ ਅਤੇ ਆਕਾਂਖਾਵਾਂ ਅਨੁਸਾਰ ਆਪਣੀ ਸਮਾਜਿਕ, ਭਾਈਚਾਰਕ, ਧਾਰਮਿਕ ਅਤੇ ਆਰਥਿਕ ਉੱਨਤੀ ਲਈ ਯਤਨ ਕਰ ਸਕਣ। ਇਹ ਇੱਕ ਕੇਂਦਰੀ ਕਰਨ ਵਾਲਾ ਸੰਵਿਧਾਨ ਹੈ ਜਿਸ ਵਿੱਚ ਪ੍ਰਤੱਖ ਲੋੜਾਂ ਅਤੇ ਕਾਰਜ ਪ੍ਰਣਾਲੀ ਦਾ ਨਿਰਣਾ ਸਭ ਕੇਂਦਰ ਬਹੁ ਗਿਣਤੀ ਦੇ ਵੱਸ ਹੈ। ਇਸ ਸਾਰੀ ਮਸ਼ਕ ਤੋਂ ਘੱਟ ਗਿਣਤੀਆਂ ਪ੍ਰਤੀ ਇੱਕ ਅਵਿਸ਼ਵਾਸ ਦੀ ਝਲਕ ਵੀ ਮਿਲਦੀ ਹੈ ਅਤੇ ਐਸੀ ਮਾਨਸਿਕਤਾ ਦਾ ਪ੍ਰਗਟਾਵਾ ਵੀ ਕਈ ਲੀਡਰਾਂ ਵੱਲੋਂ ਕੀਤਾ ਜਾ ਚੁੱਕਾ ਹੈ। ਹਾਲਾਂਕਿ ਸੁਤੰਤਰਤਾ ਸੰਗਰਾਮ ਵਿੱਚ ਸਾਰੇ ਭਾਰਤੀਆਂ ਦੇ ਮੁਕਾਬਲੇ ਇਕੱਲੇ ਸਿੱਖਾਂ ਦੀ ਕੁਰਬਾਨੀ ਕਰੀਬ 80% ਤੋਂ ਜ਼ਿਆਦਾ ਸੀ ਅਤੇ ਸੁਤੰਤਰਤਾ ਤੋਂ ਮਗਰੋਂ ਵੀ ਸਿੱਖ ਕੌਮ ਦੇਸ਼ ਦੀ ਰੱਖਿਆ ਅਤੇ ਉੱਨਤੀ ਲਈ ਮੋਹਰਲੀਆਂ ਕਤਾਰਾਂ ਵਿੱਚ ਰਹੀ ਹੈ। ਖਸੂਸੀ ਤੌਰ ਤੇ ਪੰਜਾਬ ਨੂੰ ਆਮ ਪ੍ਰਾਂਤਾਂ ਦੀ ਤਰ੍ਹਾਂ ਨਾ ਦੇਖ ਕੇ ਸਿੱਖਾਂ ਦਾ ਘਰ ਸਮਝ ਕੇ ਇਸ ਨਾਲ ਖਾਸ ਤਰ੍ਹਾਂ ਦੀ ਦੁਰੰਡੀ ਵੀ ਸਪਸ਼ਟ ਹੈ ਅਤੇ ਇਹ ਇੱਕ ਬਹੁਤ ਵੱਡਾ ਕਾਰਨ ਹੈ ਕਿ ਆਪਣੀਆਂ ਕੂਟਨੀਤੀਆਂ ਅਤੇ ਕੋਝੀਆਂ ਚਾਲਾਂ ਨਾਲ ਇਸ ਪ੍ਰਾਂਤ ਦੀ ਵਸੋਂ ਨੂੰ ਹਿੰਦੂ ਸਿੱਖ ਧੜਿਆਂ ਵਿੱਚ ਵੰਡ ਕੇ ਇਹਨਾਂ ਲੀਡਰਾਂ ਨੇ ਆਪਣੀ ਵੋਟ ਬੈਂਕ ਬਣਾਈ ਹੈ ਅਤੇ ਦੇਸ਼ ਦੇ ਹਿੱਤਾਂ ਅਤੇ ਜਨਤਾ ਦੀ ਭਲਾਈ ਅਜਿਹੇ ਮੁੱਦਿਆਂ ਨੂੰ ਸਿੱਕੇ ਟੰਗ ਰੱਖਿਆ ਹੈ। ਇਸ ਪਾੜੋ ਅਤੇ ਰਾਜ ਕਰੋ ਦੀ ਘਟੀਆ ਅਤੇ ਨਿੰਦਣਯੋਗ ਨੀਤੀ ਦਾ ਹੀ ਨਤੀਜਾ ਹੈ ਕਿ ਜਦੋਂ ਵੀ ਪੰਜਾਬ ਦੇ ਹੱਕ ਦੀ ਗੱਲ ਹੋਵੇ ਤਾਂ ਉਹ ਕੇਵਲ ਸਿੱਖ ਹੀ ਕਰਨ ਅਤੇ ਇਸ ਸਾਰੇ ਮਸਲੇ ਨੂੰ ਹਿੰਦੂ ਸਿੱਖ ਮਸਲਾ ਅਤੇ ਸਿੱਖਾਂ ਨੂੰ ਦੇਸ਼ ਧਰੋਹੀ ਗਰਦਾਨਣ ਦਾ ਮੌਕਾ ਬਣੇ। ਬੋਲੀ ਤੇ ਆਧਾਰਿਤ ਪੰਜਾਬੀ ਸੂਬਾ ਲੈਣ ਲਈ ਵੀ ਸਿੱਖਾਂ ਨੂੰ 1.5 ਦਹਾਕੇ ਦਾ ਲੰਮਾ ਸੰਘਰਸ਼ ਕਰਨਾ ਪਿਆ ਜਿਸ ਵਿੱਚ ਲੱਖਾਂ ਨੇ ਜੇਲ੍ਹਾਂ ਕੱਟੀਆਂ ਤੇ ਸੈਂਕੜੇ ਮਾਰੇ ਗਏ। ਸਰਦਾਰ ਦਰਸ਼ਨ ਸਿੰਘ ਫੇਰੂਮਾਨ ਜੀ ਦੀ ਵਸੀਅਤ ਜੋ ਕਿ ਸਾਰੇ ਪੰਥ ਨੂੰ ਉਘੇੜਦੀ ਹੈ ਅੰਤਿਕਾ ਵਿੱਚ ਹੈ। ਪੰਜਾਬੀ ਬੋਲਦੇ ਲੋਕਾਂ ਨੂੰ ਪੰਜਾਬੀ ਤੋਂ ਇਨਕਾਰੀ ਬਣਾਉਣਾ ਵੀ ਕਿਸੇ ਕੂਟਨੀਤੀ ਦਾ ਹਿੱਸਾ ਸੀ। ਲੰਗੜਾ ਲੂਲਾ ਪੰਜਾਬ ਬਣਾ ਕੇ ਉਸਦੀ ਤਰੱਕੀ ਦੇ ਸਾਰੇ ਦਰਵਾਜ਼ੇ ਬੰਦ ਕਰ ਦੇਣੇ ਅਤੇ ਕਿਸੇ ਗੈਰ ਸਿੱਖ ਵੱਲੋਂ ਇਸ ਵਿਰੁੱਧ ਆਵਾਜ਼ ਨਾ ਚੁੱਕਣਾ ਇਸ ਕੂਟਨੀਤੀ ਦੀ ਹੀ ਸਫਲਤਾ ਕਹੀ ਜਾ ਸਕਦੀ ਹੈ। ਚੰਡੀਗੜ੍ਹ ਪੰਜਾਬੀ ਬੋਲਦੇ ਇਲਾਕਿਆਂ ਸੰਬੰਧੀ ਅਤੇ ਪੰਜਾਬ ਦੇ ਪਾਣੀ, ਬਿਜਲੀ ਅਤੇ ਹੋਰ ਵਸੀਲਿਆਂ ਪਰ ਅੰਤਰਰਾਸ਼ਟਰੀ ਕਾਨੂੰਨ ਦੇ ਖਿਲਾਫ ਕੇਂਦਰ ਦਾ ਕੰਟਰੋਲ, ਪੰਜਾਬੀ ਲੋਕਾਂ ਦੀਆਂ ਬੈਂਕਾਂ ਵਿੱਚ ਜਮ੍ਹਾਂ ਕੀਤੀ ਬਚਤ ਦਾ 75% ਦੂਜੇ ਰਾਜਾਂ ਵਿੱਚ ਨਿਵੇਸ਼ ਕਰਨਾ ਅਤੇ ਪੰਜਾਬ ਦੀ ਪੈਦਾਵਾਰ ਨੂੰ ਵਰਤੋਂਯੋਗ ਬਣਾਉਣ ਲਈ ਪੰਜਾਬ ਵਿੱਚ ਵਸੀਲੇ ਨਾ ਬਣਾ ਕੇ ਦੂਜੇ ਰਾਜਾਂ ਨੂੰ ਘੱਲਣਾ ਅਤੇ ਉੱਥੋਂ ਮਹਿੰਗੇ ਭਾਅ ਵਾਪਸ ਲੈਣਾ ਅਤੇ ਐਸੇ ਹੋਰ ਮਸਲੇ ਪ੍ਰਤੱਖ ਹਨ, ਪਰ ਇਹਨਾਂ ਲਈ ਕਦੇ ਕਾਂਗਰਸ ਜਾਂ BJP ਨੇ ਆਵਾਜ਼ ਨਹੀਂ ਉਠਾਈ। ਇਸ ਤੋਂ ਸਪਸ਼ਟ ਹੋਰ ਕੀ ਸੰਕੇਤ ਹੋ ਸਕਦੇ ਹਨ ਕਿ ਇਹ ਸਾਰੀਆਂ ਪਾਰਟੀਆਂ ਪੰਜਾਬ ਦੀ ਪ੍ਰਤੀਨਿਧਤਾ ਨਹੀਂ ਕਰਦੀਆਂ ਬਲਕਿ ਬਹੁਤ ਗਿਣਤੀ ਮਾਨਸਿਕਤਾ ਦਾ ਸ਼ਿਕਾਰ ਹਨ। ਇਸ ਸਾਰੇ
ਵਰਤਾਰੇ ਤੋਂ ਸਪਸ਼ਟ ਹੈ ਕਿ ਸਿੱਖਾਂ ਦੀ ਆਜ਼ਾਦ ਹਸਤੀ ਅਤੇ ਪਹਿਚਾਣ ਹੀ ਬਹੁ ਗਿਣਤੀ ਦੀ ਅੱਖ ਦੀ ਰੜਕ ਹੈ। ਸਿੱਖ ਆਪਣੀ ਅਡੇਰੀ ਹਸਤੀ ਸਮੇਤ ਫਿਰਕੂ ਏਕਤਾ ਦੇ ਚਾਹਵਾਨ ਹਨ, ਜਦ ਕਿ ਬਹੁ ਗਿਣਤੀ ਏਕਤਾ ਦੀ ਬਜਾਏ ਸਭ ਦੀ ਅਲੱਗ ਹਸਤੀ ਮਿਟਾ ਕੇ ਇੱਕ ਸਰਤਾ ਦੀ ਇੱਛੁਕ ਹੈ। 1975 ਵਿੱਚ ਇਲਾਹਾਬਾਦ ਹਾਈ ਕੋਰਟ ਤੋਂ ਚੋਣ ਸੰਬੰਧੀ ਕੇਸ ਹਾਰ ਕੇ ਇੰਦਰਾ ਗਾਂਧੀ ਨੇ ਪ੍ਰਧਾਨ ਮੰਤਰੀ ਦੀ ਗੱਦੀ ਛੱਡਣ ਦੀ ਬਜਾਏ ਸਾਰੇ ਦੇਸ਼ ਅੰਦਰ ਹੰਗਾਮੀ ਹਾਲਾਤ ਦੀ ਸਥਿਤੀ ਲਾਗੂ ਕਰਕੇ ਆਪਣਾ ਦਮਨ ਚੱਕਰ ਚਲਾਇਆ। 1,20,000 ਲੋਕ ਜੇਲ੍ਹਾਂ ਵਿੱਚ ਡੱਕ ਦਿੱਤੇ ਗਏ ਅਤੇ ਮੀਸਾ ਅਤੇ DIR ਵਰਗੇ ਦਾਨਵੀ ਕਾਨੂੰਨ ਬਣਾ ਕੇ ਭਾਰਤੀਆਂ ਤੋਂ ਉਹਨਾਂ ਦੇ ਮੁੱਢਲੇ ਅਧਿਕਾਰ ਵੀ ਖੋਹ ਲਏ। ਉਸ ਵੇਲੇ ਵੀ ਇਸ ਜ਼ੁਲਮ ਅਤੇ ਅਨਿਆਏ ਵਿਰੁੱਧ ਸਾਰੇ ਦੇਸ਼ ਵਿੱਚੋਂ ਕੇਵਲ ਸਿੱਖ ਕੌਮ ਨੇ ਸ਼੍ਰੋਮਣੀ ਅਕਾਲੀ ਦਲ ਨੇ ਝੰਡੇ ਥੱਲੇ ਜਥੇਬੰਦਕ ਰੂਪ ਵਿੱਚ ਇਸ ਦੀ ਵਿਰੋਧਤਾ ਕੀਤੀ ਅਤੇ ਕਰੀਬ 45,000 ਸਿੱਖਾਂ ਨੇ ਗ੍ਰਿਫਤਾਰੀਆਂ ਦਿੱਤੀਆਂ। ਹੁਣ ਅਕਾਲੀ ਸਿੱਖ ਇੰਦਰਾ ਗਾਂਧੀ ਦੇ ਸੀਨੇ ਦਾ ਕੰਡਾ ਬਣ ਗਏ। ਸਿੱਖਾਂ ਨੂੰ ਕਮਜ਼ੋਰ ਕਰਨ ਅਤੇ ਸਬਕ ਸਿਖਾਉਣ ਲਈ ਇਸ ਬਹੁ ਗਿਣਤੀ ਮਾਨਸਿਕਤਾ ਨੇ ਸਮੇਂ-ਸਮੇਂ ਅਨੇਕਾਂ ਹੱਥਕੰਡੇ ਅਪਣਾਏ ਹਨ। ਏਸ਼ੀਆਡ ਖੇਡਾਂ ਸਮੇਂ ਬੱਸਾਂ ਵਿੱਚੋਂ ਅਤੇ ਰਾਹ ਜਾਂਦੇ ਸਿੱਖਾਂ ਨੂੰ ਫੜ ਕੇ ਬੇਇੱਜ਼ਤ ਕਰਨੀ, ਨਕਲੀ ਨਿਰੰਕਾਰੀਆਂ ਵਰਗੀਆਂ ਸਿੱਖ ਵਿਰੋਧੀ ਇਕਾਈਆਂ ਨੂੰ ਸ਼ਹਿ ਦੇਣੀ, ਸਿੱਖਾਂ ਪ੍ਰਤੀ ਮਜ਼ਾਕ ਉਡਾਉਣ ਦਾ ਕੋਈ ਮੌਕਾ ਨਾ ਜਾਣ ਦੇਣਾ ਆਦਿ ਇਸ ਮਾਨਸਿਕਤਾ ਦੀ ਦੇਣ ਹੈ। ਸ਼੍ਰੀ ਅਨੰਦਪੁਰ ਸਾਹਿਬ ਦਾ ਮਤਾ ਧਰਮ ਯੁੱਧ ਮੋਰਚੇ ਦੌਰਾਨ ਅਤੇ ਘੱਲੂਘਾਰਾ ਜੂਨ 84 ਤੋਂ ਬਾਅਦ ਅਨੰਦਪੁਰ ਸਾਹਿਬ ਦੇ ਮਤੇ ਦਾ ਜ਼ਿਕਰ ਆਮ ਸਿੱਖ ਦੀ ਜ਼ੁਬਾਨ ਉੱਪਰ ਰਿਹਾ ਹੈ। ਪੰਥਕ ਦਸਤਾਵੇਜ਼ ਦੇ ਪਹਿਲੇ ਭਾਗ ਵਿੱਚ ਸਰਦਾਰ ਨਾਰਾਇਣ ਸਿੰਘ ਲਿਖਦੇ ਹਨ ਕਿ ਇਹ ਅਕਾਲੀ ਦਲ ਵੱਲੋਂ ਤਿਆਰ ਕੀਤਾ ਗਿਆ ਅਕਾਲੀ ਦਲ ਦਾ ਨਵਾਂ ਪਾਲਸੀ ਪ੍ਰੋਗਰਾਮ ਹੀ ਸੀ, ਜਿਹੜਾ ਕਿ ਅਨੰਦਪੁਰ ਸਾਹਿਬ ਵਿਖੇ ਪਾਸ ਕੀਤਾ ਗਿਆ ਹੋਣ ਕਰਕੇ ਇਸ ਦਾ ਨਾਮ ਆਮ ਸਿੱਖ ਦੀ ਜ਼ੁਬਾਨ ਉੱਪਰ ਅਨੰਦਪੁਰ ਦਾ ਮਤਾ ਹੀ ਚੜ੍ਹ ਗਿਆ ਹੈ। ਦਰਅਸਲ ਜਦੋਂ ਅਸੀਂ ਜੂਨ 84 ਦੇ ਕਾਰਨਾਂ ਵੱਲ ਝਾਤ ਮਾਰਦੇ ਹਾਂ ਤਾਂ ਅਨੰਦਪੁਰ ਸਾਹਿਬ ਦਾ ਮਤਾ ਵੀ ਇੱਕ ਮੂਲ ਕਾਰਨ ਦੇ ਰੂਪ ਵਿੱਚ ਸਿੱਖ ਮਾਨਸਿਕਤਾ ਦੇ ਜਿਹਨ ਵਿੱਚ ਉੱਭਰਦਾ ਹੈ ਅਤੇ ਕੋਈ ਸ਼ੱਕ ਵੀ ਨਹੀਂ ਕਿ ਸਿੱਖ ਵਿਰੋਧੀ ਰਾਜਸੀ ਧਿਰ ਨੇ ਇਸ ਨੂੰ ਸਿੱਖ ਕੌਮ ਖਿਲਾਫ ਬਹੁਤ ਹੀ ਚਲਾਕੀ ਨਾਲ ਵਰਤਿਆ ਅਤੇ ਪੰਜਾਬ ਦਾ ਗੈਰ ਸਿੱਖ ਵਰਗ ਵੀ ਇਸ ਕੁਟਲਨੀਤੀ ਨੂੰ ਸਮਝਣ ਵਿੱਚ ਅਸਫਲ ਰਿਹਾ। ਜੇਕਰ ਪੰਜਾਬ ਦਾ ਗੈਰ ਸਿੱਖ ਖਾਸ ਕਰਕੇ ਹਿੰਦੂ ਵਰਗ ਇਸ ਮਤੇ ਦਾ ਸੁਹਿਰਦਤਾ ਨਾਲ ਅਧਿਐਨ ਕਰਦਾ ਅਤੇ ਕੋਖਦਾ ਕਿ ਇਸ ਮਤੇ ਦੀਆਂ ਬਹੁਤੀਆਂ ਮੰਗਾਂ ਦਾ ਸੰਬੰਧ ਪੰਜਾਬੀਅਤ ਨਾਲ ਹੈ, ਨਾ ਕਿ ਕੇਵਲ ਸਿੱਖਾਂ ਨਾਲ, ਤਾਂ ਸ਼ਾਇਦ ਇੰਨੀ ਵੱਡੀ ਸਮੱਸਿਆ ਦਾ ਮੁੱਢ ਵੀ ਨਾ ਵੱਜਦਾ। ਧਰਮਾਸਿਕ ਪੱਤਰ ਸ਼ਮਸ਼ੀਰੇ ਕੌਮ ਵਿੱਚ ਇਸ ਮਤੇ ਦੀਆਂ ਮੰਗਾਂ ਨੂੰ ਬੜੀ ਹੀ ਸੁਖੈਲੇ ਸ਼ਬਦਾਂ ਵਿੱਚ ਪੇਸ਼ ਕੀਤਾ ਗਿਆ ਹੈ, ਜੋ ਕਿ ਇਸ ਤਰ੍ਹਾਂ ਹੈ। ਇਸ ਮਤੇ ਪ੍ਰਤੀ ਭਾਰਤੀ ਹਕੂਮਤੀ ਨੀਤੀ ਤਾਂ ਕੁਝ ਇਸ ਤਰ੍ਹਾਂ ਦੀ ਸੀ। ਨੰਬਰ 1, ਭਾਰਤ ਸਰਕਾਰ ਦਾ ਵੋਟਾਂ ਦੀ ਰਾਜਨੀਤੀ ਖਾਤਰ ਸਿੱਖਾਂ ਨੂੰ ਹਿੰਦੂ ਬਹੁ ਗਿਣਤੀ ਦੀ ਨਿਗਾਹ ਵਿੱਚ ਹਊਆ ਸਾਬਤ ਕਰਨਾ। ਨੰਬਰ 2, ਸਿੱਖ ਆਗੂਆਂ ਦੀ ਆਪਸੀ ਫੁੱਟ ਕਾਰਨ ਇੱਕ ਦੂਸਰੇ ਨੂੰ ਠਿੱਬੀ ਲਾਉਣ ਦੀ ਪ੍ਰਵਿਰਤੀ ਦੇ ਚੱਲਦਿਆਂ ਹਰ ਕਿਸੇ ਨੇ ਪੂਰਾ ਧਾਨ ਆਪਣੇ ਵਿਰੋਧੀਆਂ ਦਾ ਸਫਾਇਆ ਕਰਨ 'ਚ ਲਗਾਇਆ। ਕਿਸੇ ਨੇ ਵੀ ਭਾਰਤ ਦੀ ਬਹੁ ਗਿਣਤੀ ਨੂੰ ਅਨੰਦਪੁਰ ਸਾਹਿਬ ਦੇ ਮਤੇ ਦੀ ਜਾਣਕਾਰੀ ਦੇਣ ਦੀ ਕੋਸ਼ਿਸ਼ ਹੀ ਨਹੀਂ ਕੀਤੀ, ਜਦ ਕਿ ਇਸ ਨਾਲ ਮਿਲਦੇ ਜੁਲਦੇ ਮਤੇ ਭਾਰਤ ਦੇ 6 ਤੋਂ ਵੱਧ ਰਾਜ ਪਾਸ ਕਰਾ ਚੁੱਕੇ ਹਨ। ਆਓ ਇਹ ਵੇਖੀਏ ਕਿ ਅਨੰਦਪੁਰ ਦੇ ਮਤੇ ਵਿੱਚ ਕੀ ਹੈ। ਮੁੱਖ ਤੌਰ ਤੇ ਇਹਨਾਂ ਮਤਿਆਂ ਨੂੰ 5 ਭਾਗਾਂ ਵਿੱਚ ਵੰਡਿਆ ਗਿਆ ਹੈ। ਸਿਧਾਂਤ: ਸ਼੍ਰੋਮਣੀ ਅਕਾਲੀ ਦਲ ਸਿੱਖ ਧਰਮ ਦੀਆਂ ਇੱਛਾਵਾਂ ਨੂੰ ਪ੍ਰਗਟਾਉਣ ਦਾ ਇੱਕੋ ਇੱਕ ਵਸੀਲਾ ਹੈ। ਇਸ ਨੂੰ ਧਰਮ ਦੀ ਨੁਮਾਇੰਦਗੀ ਕਰਨ ਦਾ ਪੂਰਾ ਅਧਿਕਾਰ ਹੈ। ਇਹ ਸਿਧਾਂਤ ਸਿੱਖਾਂ ਦੇ ਬਾਨੀ ਸ੍ਰੀ ਗੁਰੂ ਨਾਨਕ ਸਾਹਿਬ ਦੇ 3 ਉਪਦੇਸ਼ ਨਾਮ ਜਪੋ, ਕਿਰਤ ਕਰੋ ਅਤੇ ਵੰਡ ਕੇ ਛਕੋ ਤੇ ਆਧਾਰਿਤ ਹੈ। ਉਦੇਸ਼: ਮੂਲ ਮੰਤਰ ਦਾ ਪ੍ਰਚਾਰ ਕਰਨਾ, ਨਾਸਤਿਕਤਾ ਤੇ ਮੁੜੋ ਮਤ ਦਾ ਖਾਤਮਾ ਕਰਨਾ, ਸਿੱਖਾਂ ਵਿੱਚ ਧਾਰਮਿਕ ਸੁਤੰਤਰਤਾ ਦੇ ਜਜ਼ਬੇ ਦੀ ਜੋਤ ਜਗਾਈ ਰੱਖਣਾ, ਧਾਰਮਿਕ ਸੁਤੰਤਰਤਾ ਨੂੰ ਸਥਿਰ ਰੱਖਣਾ ਅਤੇ ਭੇਦਭਾਵ ਵਾਲੀ ਨੀਤੀ ਨੂੰ ਖਤਮ ਕਰਨ ਲਈ ਯਤਨ ਕਰਨੇ, ਗਰੀਬ ਅਤੇ ਬੇਰੁਜ਼ਗਾਰ ਲੋਕਾਂ ਨੂੰ ਆਸਰਾ ਦੇਣ ਦਾ ਯਤਨ ਕਰਨਾ, ਨਿਆਂ ਪ੍ਰਣਾਲੀ ਦੇ ਉਚਿਤ ਸਾਧਨਾਂ ਨੂੰ ਸਥਿਰ ਰੱਖਣਾ ਅਤੇ ਭੇਦਭਾਵ ਵਾਲੀ ਨੀਤੀ ਨੂੰ ਖਤਮ ਕਰਨ ਲਈ ਯਤਨ ਕਰਨੇ। ਨੰਬਰ 4, ਗੁਰੂ ਸਾਹਿਬ ਦੇ ਕਥਨ ਅਨੁਸਾਰ ਛੂਤ ਛਾਤ ਅਤੇ ਜਾਤ ਪਾਤ ਦੇ ਭੇਦਭਾਵ ਨੂੰ ਦੂਰ ਕਰਨਾ। ਨੰਬਰ 5, ਬਿਮਾਰ ਲੋਕਾਂ ਦੇ ਇਲਾਜ ਲਈ ਸਾਧਨ ਪੈਦਾ ਕਰਨਾ। ਅਨੰਦਪੁਰ ਸਾਹਿਬ ਦੇ ਮਤੇ ਦੇ ਪਹਿਲੇ ਭਾਗ ਵਿੱਚ ਕਿਹਾ ਗਿਆ ਹੈ ਕਿ ਸਿੱਖਾਂ ਵਿੱਚ ਧਾਰਮਿਕ ਭਾਵਨਾਵਾਂ ਪੈਦਾ ਕਰਨਾ ਅਤੇ ਉਹਨਾਂ ਵਿੱਚ ਸਿੱਖ ਹੋਣ ਪ੍ਰਤੀ ਮਾਣ ਪੈਦਾ ਕਰਨਾ ਸ਼੍ਰੋਮਣੀ ਅਕਾਲੀ ਦਲ ਦਾ ਮੁੱਖ ਫਰਜ਼ ਹੈ ਅਤੇ ਇਸ ਉਦੇਸ਼ ਦੀ ਪੂਰਤੀ ਲਈ ਅਕਾਲੀ ਦਲ ਹੇਠਾਂ ਲਿਖੇ ਕਦਮ ਚੁੱਕੇਗਾ। ਨੰਬਰ 1, ਵਾਹਿਗੁਰੂ ਦਾ ਨਾਮ ਜਪਣਾ ਤੇ ਗੁਰਬਾਣੀ ਦਾ ਪ੍ਰਚਾਰ ਕਰਨਾ, ਗੁਰੂ ਗ੍ਰੰਥ ਸਾਹਿਬ ਵਿੱਚ ਦ੍ਰਿੜ ਨਿਸ਼ਚਾ ਪੈਦਾ ਕਰਨਾ ਅਤੇ ਉਹਨਾਂ ਦੇ ਸਿਧਾਂਤ ਨੂੰ ਆਪਣੇ ਰੋਜ਼ਾਨਾ ਜੀਵਨ ਵਿੱਚ ਅਪਣਾਉਣਾ। ਨੰਬਰ 2, ਗੁਰੂ ਸਾਹਿਬ ਦੇ ਉਪਦੇਸ਼ ਦਾ ਪ੍ਰਚਾਰ ਕਰਨਾ। ਨੰਬਰ 3, ਵੱਡੇ ਪੈਮਾਨੇ ਤੇ ਅੰਮ੍ਰਿਤ ਸੰਚਾਰ ਕਰਨਾ। ਨੰਬਰ 4, ਦਸਵੰਧ ਦੀ ਪ੍ਰਥਾ ਨੂੰ ਮੁੜ ਜੀਵਿਤ ਕਰਨ ਲਈ ਸਿੱਖਾਂ ਨੂੰ ਪ੍ਰੇਰਿਤ ਕਰਨਾ। ਨੰਬਰ 5, ਗੁਰਦੁਆਰਿਆਂ ਦੇ ਪ੍ਰਬੰਧ ਨੂੰ ਵਧੇਰੇ ਸੁਚੱਜਾ ਬਣਾਉਣਾ, ਗੁਰਦੁਆਰਿਆਂ ਦੇ ਕਰਮਚਾਰੀਆਂ ਨੂੰ ਜਨਤਕ ਵਤੀਰੇ ਅਤੇ ਧਰਮ
ਅਧਿਐਨ ਦੀ ਸਿਖਲਾਈ ਦੇਣ ਦਾ ਉਚਿਤ ਪ੍ਰਬੰਧ ਕਰਨਾ। ਨੰਬਰ 6 ਗੁਰਦੁਆਰਿਆਂ ਦੀਆਂ ਇਮਾਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ। ਨੰਬਰ 7 ਸਮੁੱਚੇ ਸੰਸਾਰ ਦੇ ਸਮੂਹ ਗੁਰਦੁਆਰਿਆਂ ਅਤੇ ਗੁਰਧਾਮਾਂ ਨੂੰ ਜਿਨ੍ਹਾਂ ਨੂੰ ਸਿੱਖ ਪੰਥ ਤੋਂ ਵਿਛੋੜਿਆ ਗਿਆ ਉਹਨਾਂ ਦੇ ਦਰਸ਼ਨਾਂ ਦਾ ਅਧਿਕਾਰ ਬਿਨਾਂ ਕਿਸੇ ਰੋਕ ਟੋਕ ਦੇ ਸਮੂਹ ਸੰਗਤਾਂ ਨੂੰ ਦੇਣਾ। ਰਾਜਨੀਤਿਕ ਉਦੇਸ਼ ਰਾਜਸੀ ਉਪਦੇਸ਼ਾਂ ਦੀ ਪੂਰਤੀ ਲਈ ਹੇਠਾਂ ਲਿਖੇ ਯਤਨ ਕਰਨੇ। ਨੰਬਰ 1 ਜੋ ਪੰਜਾਬੀ ਬੋਲਣ ਵਾਲੇ ਇਲਾਕੇ ਪੰਜਾਬ ਤੋਂ ਵੱਖ ਕਰਕੇ ਦੂਜੇ ਰਾਜਾਂ ਵਿੱਚ ਮਿਲਾਏ ਗਏ ਹਨ, ਜਿਵੇਂ ਕਿ ਅੰਬਾਲਾ, ਚੰਡੀਗੜ੍ਹ, ਪੰਜੋਰ, ਕਾਲਕਾ, ਡਲਹੌਜੀ, ਕਰਨਾਲ, ਜ਼ਿਲ੍ਹੇ ਦਾ ਸ਼ਾਹਬਾਦ ਬਲਾਕ, ਹਿਸਾਰ ਜ਼ਿਲ੍ਹੇ ਦੇ ਕੁਝ ਭਾਗ, ਇਹਨਾਂ ਸਾਰਿਆਂ ਨੂੰ ਮੁੜ ਪੰਜਾਬ ਵਿੱਚ ਸ਼ਾਮਲ ਕਰਨ ਦੇ ਯਤਨ ਕਰਨੇ। ਨੰਬਰ 2 ਰਾਜਾਂ ਵਿੱਚ ਕੇਂਦਰ ਦਾ ਦਖਲ ਸਿਰਫ ਦੇਸ਼ ਦੀ ਰੱਖਿਆ, ਡਾਕ ਤਾਰ, ਰੇਲ ਤੇ ਕਰੰਸੀ ਤੱਕ ਹੀ ਸੀਮਿਤ ਕਰਨਾ ਅਤੇ ਦੂਜੇ ਸਾਰੇ ਵਿਭਾਗ ਪੰਜਾਬ ਦੇ ਅਧਿਕਾਰ ਖੇਤਰ ਅਧੀਨ ਕਰਵਾਓ। ਨੰਬਰ 3 ਪੰਜਾਬ ਤੋਂ ਬਾਹਰ ਰਹਿਣ ਵਾਲੀ ਸਿੱਖ ਵਸੋਂ ਦੀ ਸੁਰੱਖਿਆ ਦਾ ਪੂਰਾ ਪ੍ਰਬੰਧ ਕਰਨਾ ਤਾਂ ਜੋ ਕਿਸੇ ਕਿਸਮ ਦਾ ਵਿਤਕਰਾ ਨਾ ਹੋ ਸਕੇ। ਨੰਬਰ 4 ਕੇਂਦਰ ਅਤੇ ਪ੍ਰਾਂਤਾਂ ਕੋਲੋਂ ਸਿੱਖਾਂ ਅਤੇ ਦੂਜੇ ਧਰਮ ਦੇ ਲੋਕਾਂ ਨੂੰ ਨਿਆਂ ਦਿਵਾਉਣ ਲਈ ਯਤਨ ਕਰਨੇ ਅਤੇ ਉਹਨਾਂ ਨਾਲ ਹੋਣ ਵਾਲੇ ਅਤਿਆਚਾਰ ਵਿਰੁੱਧ ਆਵਾਜ਼ ਚੁੱਕਣਾ। ਨੰਬਰ 5 ਹਰ ਇੱਕ ਮਰਦ ਅਤੇ ਔਰਤ ਜਿਸ ਨੂੰ ਅਦਾਲਤ ਵਜੋਂ ਸਜ਼ਾ ਨਾ ਦਿੱਤੀ ਗਈ ਹੋਵੇ, ਛੋਟੇ ਹਥਿਆਰ ਜਿਵੇਂ ਬੰਦੂਕ, ਪਿਸਤੌਲ, ਰਿਵਾਲਵਰ, ਰਾਈਫਲ ਆਦਿ ਰੱਖਣ ਦੀ ਪੂਰੀ ਆਜ਼ਾਦੀ ਪ੍ਰਦਾਨ ਕਰਨਾ। ਨੰਬਰ 6 ਸ਼ਰਾਬ ਤੇ ਦੂਜੀਆਂ ਨਸ਼ੀਲੀਆਂ ਵਸਤੂਆਂ ਦੀ ਮਨਾਹੀ ਲਈ ਪ੍ਰਯਤਨ ਕਰਨੇ ਅਤੇ ਤੰਬਾਕੂ ਦੇ ਪ੍ਰਯੋਗ ਤੇ ਪਾਬੰਦੀ ਲਗਾਉਣੀ। ਆਰਥਿਕ ਉਦੇਸ਼ ਨੰਬਰ 1 ਰਾਜ ਵਿੱਚ ਖੇਤੀਬਾੜੀ ਦੀ ਉੱਨਤੀ ਲਈ ਯਤਨ ਕਰਨੇ। ਨੰਬਰ 2 ਅਮੀਰ ਅਤੇ ਗਰੀਬ ਵਿੱਚ ਅੰਤਰ ਘਟਾਉਣ ਲਈ ਅਤੇ ਖੇਤੀ ਦੀ ਉਪਜ ਵਧਾਉਣ ਲਈ ਭੂਮੀ ਸੁਧਾਰ ਕਰਨੇ। ਫਾਲਤੂ ਸਰਕਾਰੀ ਭੂਮੀ ਨੂੰ ਗਰੀਬਾਂ ਵਿੱਚ ਵੰਡਣਾ। ਨੰਬਰ 3 ਖੇਤੀ ਦੇ ਆਧੁਨਿਕੀਕਰਨ ਲਈ ਯਤਨ ਕਰਨੇ। ਨੰਬਰ 4 ਪੇਂਡੂ ਖੇਤਰਾਂ ਵਿੱਚ ਸਹਿਕਾਰੀ ਸੰਸਥਾਵਾਂ ਬਣਾਉਣ ਨੂੰ ਉਤਸ਼ਾਹ ਦੇਣਾ। ਨੰਬਰ 5 ਵੱਡੇ ਪੈਮਾਨੇ ਦੇ ਉਦਯੋਗਾਂ ਨੂੰ ਉਤਸ਼ਾਹ ਅਤੇ ਸਹਾਇਤਾ ਦੇਣਾ, ਛੋਟੇ ਉਦਯੋਗਾਂ ਦੀ ਉੱਨਤੀ ਲਈ ਯਤਨ ਕਰਨੇ। ਨੰਬਰ 6 ਉਦਯੋਗਿਕ ਅਤੇ ਖੇਤੀਬਾੜੀ ਕਿੱਤਿਆਂ ਲਈ ਲੋੜ ਅਨੁਸਾਰ ਤਨਖਾਹ ਨਿਸ਼ਚਿਤ ਕਰਵਾਉਣੀ। ਨੰਬਰ 7 ਦੇਸ਼ ਵਿੱਚ ਅਨਾਜ ਨੂੰ ਇੱਕ ਥਾਂ ਤੋਂ ਦੂਜੀ ਥਾਂ ਲਿਜਾਣ ਵਿੱਚ ਆਉਣ ਵਾਲੀਆਂ ਰੋਕਾਂ ਨੂੰ ਹਟਾਉਣਾ। ਅਨੰਦਪੁਰ ਸਾਹਿਬ ਦੇ ਮਤੇ ਵਿੱਚ ਬੇਰੁਜ਼ਗਾਰੀ ਦੂਰ ਕਰਨ ਅਤੇ ਸਿੱਖਿਆ ਅਤੇ ਸੱਭਿਆਚਾਰ ਦੇ ਪ੍ਰਸਾਰ ਦੇ ਕਦਮ। ਇਸ ਪ੍ਰਸਤਾਵ ਰਾਹੀਂ ਅਕਾਲੀ ਦਲ ਨੇ ਬੇਰੁਜ਼ਗਾਰੀ ਦੂਰ ਕਰਨ ਲਈ ਕੁਝ ਮਹੱਤਵਪੂਰਨ ਕਦਮ ਚੁੱਕਣ ਲਈ ਕਿਹਾ ਹੈ। ਨੰਬਰ 1 ਬੇਰੁਜ਼ਗਾਰੀ ਦੂਰ ਕਰਨ ਲਈ ਕਿੱਤਾ ਸਿਖਲਾਈ ਸੰਸਥਾਵਾਂ ਖੋਲ੍ਹੀਆਂ ਜਾਣ। ਨੰਬਰ 2 ਨੌਜਵਾਨਾਂ ਨੂੰ ਸਵੈ ਰੁਜ਼ਗਾਰ ਅਪਣਾਉਣ ਲਈ ਉਤਸ਼ਾਹਿਤ ਕੀਤਾ ਜਾਵੇ ਅਤੇ ਖੁੱਲ੍ਹੇ ਦਿਲ ਨਾਲ ਕਰਜ਼ੇ ਦਿੱਤੇ ਜਾਣ। ਨੰਬਰ 3 ਬੇਰੁਜ਼ਗਾਰ ਨੂੰ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ ਜਿਸ ਦੀ ਰਕਮ ਹੇਠਾਂ ਲਿਖੇ ਅਨੁਸਾਰ ਹੋਵੇ। ਨੰਬਰ 1 ਮੈਟ੍ਰਿਕ ਪਾਸ ਸਿੱਖਿਅਤ ਕਾਰੀਗਰਾਂ ਲਈ 50 ਰੁਪਏ ਮਹੀਨਾ। ਮੈਟ੍ਰਿਕ ਮਤਲਬ ਜਿਨ੍ਹਾਂ ਨੇ 10ਵੀਂ ਪਾਸ ਕੀਤੀ ਉਹ ਉੱਥੇ ਦੇ ਹਿਸਾਬ ਦੇ ਨਾਲ ਉਹ ਜਿੰਨਾ ਚਿਰ ਉਹਨਾਂ ਨੂੰ ਕੋਈ ਨੌਕਰੀ ਨਹੀਂ ਮਿਲਦੀ ਉਹਨਾਂ ਚਿਰ ਉਹਨਾਂ ਨੂੰ ਉਹ ਉਸ ਟਾਈਮ 84 ਤੋਂ ਜਦੋਂ ਮਤਾ ਇਹ ਅਨੰਦਪੁਰ ਦਾ ਮਤਾ ਆਇਆ ਵਾ ਉਹ ਉਦੋਂ 50 ਰੁਪਏ ਕਾਫੀ ਹੁੰਦੇ ਸੀਗੇ ਉਹਦੇ ਹਿਸਾਬ ਦੇ ਨਾਲ ਉਹਨਾਂ ਨੇ। ਨੰਬਰ 2 BA ਪੜ੍ਹੇ ਲਿਖਿਆਂ ਨੂੰ 75 ਰੁਪਏ ਮਹੀਨਾ। ਨੰਬਰ 3 MA ਪੜ੍ਹੇ ਲਿਖਿਆਂ ਨੂੰ 100 ਰੁਪਇਆ ਮਹੀਨਾ। ਜ਼ਿਕਰਯੋਗ ਹੈ ਕਿ ਇਹ ਭੱਤਾ ਉਸ ਸਮੇਂ ਅਨੁਸਾਰ ਹੈ ਜਦੋਂ ਇਹ ਮਤਾ ਹੋਂਦ ਵਿੱਚ ਆਇਆ ਸੀ। ਇਸ ਪ੍ਰਸਤਾਵ ਵਿੱਚ ਇਹ ਕਿਹਾ ਗਿਆ ਹੈ ਕਿ ਅਕਾਲੀ ਦਲ ਨੂੰ ਸਿੱਖਿਆ ਅਤੇ ਸੱਭਿਆਚਾਰ ਦੇ ਪ੍ਰਸਾਰ ਲਈ ਹੇਠਾਂ ਲਿਖੇ ਕਦਮ ਚੁੱਕਣੇ ਚਾਹੀਦੇ ਹਨ। ਨੰਬਰ 1 ਸਿੱਖ ਜਾਤੀ ਦੇ ਅਧਿਆਪਕਾਂ, ਲੇਖਕਾਂ, ਵਿਦਵਾਨਾਂ, ਦਾਰਸ਼ਨਿਕਾਂ, ਕਲਾਕਾਰਾਂ ਆਦਿ ਨੂੰ ਇਸ ਜਾਤੀ ਦੀ ਵਡਮੁੱਲੀ ਸੰਪੱਤੀ ਸਮਝਦੇ ਹੋਏ ਇਹਨਾਂ ਨੂੰ ਸਮਾਜ ਵਿੱਚ ਵਿਸ਼ੇਸ਼ ਇੱਜ਼ਤ ਮਾਣ ਦੇਣਾ ਚਾਹੀਦਾ ਹੈ। ਨੰਬਰ 2 10ਵੀਂ ਸ਼੍ਰੇਣੀ ਤੱਕ ਸਮੂਹਿਕ, ਲਾਜ਼ਮੀ ਅਤੇ ਮੁਫਤ ਸਿੱਖਿਆ ਦੇਣ ਦੇ ਪ੍ਰਬੰਧ ਕਰਨੇ ਚਾਹੀਦੇ ਹਨ। ਨੰਬਰ 3 ਪੇਂਡੂ ਅਤੇ ਪਿਛੜੇ ਵਰਗਾਂ ਦੇ ਵਿਦਿਆਰਥੀਆਂ ਨੂੰ ਵਿਸ਼ੇਸ਼ ਸਹੂਲਤਾਂ ਅਤੇ ਵਜ਼ੀਫੇ ਦੇਣੇ ਚਾਹੀਦੇ ਹਨ। ਨੰਬਰ 4 10ਵੀਂ ਸ਼੍ਰੇਣੀ ਤੱਕ ਸਭ ਸਕੂਲਾਂ ਵਿੱਚ ਪੰਜਾਬੀ ਦੀ ਪੜ੍ਹਾਈ ਲਾਜ਼ਮੀ ਬਣਾਈ ਜਾਣੀ ਚਾਹੀਦੀ ਹੈ। ਨੰਬਰ 5 ਵਿਗਿਆਨਕ ਅਤੇ ਤਕਨੀਕੀ ਸਿੱਖਿਆ ਦੇਣ ਲਈ ਵਿਸ਼ੇਸ਼ ਪ੍ਰਬੰਧ ਕੀਤੇ ਜਾਣੇ ਚਾਹੀਦੇ ਹਨ। ਨੰਬਰ 6 ਖੇਡਾਂ ਦਾ ਪੱਧਰ ਉੱਚਾ ਕਰਨ ਲਈ ਅੰਤਰਰਾਸ਼ਟਰੀ ਪੱਧਰ ਦੇ ਖਿਡਾਰੀ ਤਿਆਰ ਕੀਤੇ ਜਾਣੇ ਚਾਹੀਦੇ ਹਨ। ਰਾਜਨੀਤਿਕ ਉਦੇਸ਼ ਵਿੱਚੋਂ ਦੂਸਰੇ ਮਤੇ ਨੂੰ ਛੱਡ ਕੇ ਬਾਕੀ ਸਾਰੇ ਅਤੇ ਰੋਜ਼ਾਨਾ ਚਲੰਤ ਮਸਲਿਆਂ ਨਾਲ ਸੰਬੰਧਿਤ ਸਨ ਅਤੇ ਇਹਨਾਂ ਨੂੰ ਪੂਰੀਆਂ ਕਰਨਾ ਹੀ ਅਕਾਲੀ ਦਲ ਦਾ ਫਰਜ਼ ਹੈ। ਪਰ ਜਿਸ ਭਾਰਤ ਵਾਸੀ ਇਸ ਬਾਰੇ ਜਾਣੇ ਬਗੈਰ ਹੀ ਇਸ ਨੂੰ ਖਾਲਿਸਤਾਨ ਦਾ ਮੱਥਾ ਮਿੱਥ ਬੈਠੇ ਅਤੇ ਕੇਂਦਰ ਨੂੰ ਵੋਟਾਂ ਦੀ ਰਾਜਨੀਤੀ ਕਰਨ ਦਾ ਮੌਕਾ ਮਿਲਿਆ। ਇਸ ਨੂੰ ਚੰਗੀ ਤਰ੍ਹਾਂ ਪੜ੍ਹਿਆ ਸਮਝਿਆ ਨਹੀਂ ਗਿਆ
ਕਿ ਇੱਕ ਤਾਂ ਇਸ ਵਿੱਚ ਕੇਂਦਰ ਸਰਕਾਰ ਵੱਲੋਂ ਕੀਤੇ ਗਏ ਗਲਤ ਫੈਸਲੇ ਬਾਰੇ ਜਾਣਕਾਰੀ ਦਿੱਤੀ ਗਈ ਹੈ ਅਤੇ ਦੂਸਰਾ ਕੇਂਦਰ ਵੱਲੋਂ ਵਾਰ-ਵਾਰ ਹੁੰਦੇ ਧੱਕਿਆਂ ਨੂੰ ਰੋਕਣ ਲਈ ਸੁਝਾਅ ਸੀ। ਇਹਨਾਂ ਦੋਵਾਂ ਤੋਂ ਇਲਾਵਾ ਕੇਂਦਰ ਦਾ ਅਨੰਦਪੁਰ ਸਾਹਿਬ ਦੇ ਮਤੇ ਦੀ ਕਿਸੇ ਮੱਦ ਨਾਲ ਵੀ ਕੋਈ ਸੰਬੰਧ ਨਹੀਂ ਹੈ ਅਤੇ ਇਸ ਦੀਆਂ ਮੱਦਾਂ ਵੀ ਅਜਿਹੀਆਂ ਨਹੀਂ ਹਨ ਜਿਨ੍ਹਾਂ ਨੂੰ ਮੁੱਦਾ ਬਣਾ ਕੇ ਅਕਾਲੀਆਂ ਨੂੰ ਜਾਂ ਸਿੱਖਾਂ ਨੂੰ ਬਦਨਾਮ ਕੀਤਾ ਜਾ ਸਕਦਾ ਸੀ। ਯਕੀਨਨ ਭਾਰਤੀ ਫੌਜ ਨੂੰ ਦਰਬਾਰ ਸਾਹਿਬ ਦੇ ਹਮਲੇ ਦੇ ਪਿੱਛੇ ਕੁਝ ਹੋਰ ਕਾਰਨ ਸਨ ਜੋ ਹੌਲੀ-ਹੌਲੀ ਸਾਹਮਣੇ ਆਉਂਦੇ ਜਾਂਦੇ ਹਨ। 1984 ਮਗਰੋਂ ਹਰ ਪਾਰਟੀ, ਹਰ ਫਿਰਕਾ ਕੇਂਦਰ ਸਰਕਾਰ ਵਿੱਚ ਭਾਈਵਾਲ ਬਣਿਆ, ਪਰ ਕਿਸੇ ਨੇ ਵੀ ਅਜਿਹਾ ਘਿਨਾਉਣੀ ਹਰਕਤ ਲਈ ਅਫਸੋਸ ਦੇ ਦੋ ਲਫ਼ਜ਼ ਪਾਸ ਨਹੀਂ ਕੀਤੇ। ਇਸ ਦਾ ਮਤਲਬ ਸਾਫ਼ ਹੈ ਕਿ ਢੱਕੀ ਹੋਈ ਤੌੜੀ ਵਿੱਚ ਜੋ ਕੁਝ ਵੀ ਰਿੱਝ ਰਿਹਾ ਹੈ, ਉਸ ਵਿੱਚ ਅਕਾਲੀ ਦਲ ਸਮੇਤ ਸਾਰੀਆਂ ਪਾਰਟੀਆਂ ਦਾ ਹਿੱਸਾ ਹੈ ਅਤੇ ਇਹੀ ਸਿੱਖਾਂ ਲਈ ਚਿੰਤਾ ਦਾ ਵਿਸ਼ਾ ਹੈ। ਸੋ ਉਹਨਾਂ ਨੇ ਲਾਸਟ ਵਿੱਚ ਮਤੇ ਦੇ ਸਾਰੇ ਪੁਆਇੰਟ ਉਹਨਾਂ ਨੇ ਦਿੱਤੇ ਆ, ਜਿਨ੍ਹਾਂ ਤੋਂ ਬਾਅਦ ਵਿੱਚ 18 ਮੰਗਾਂ ਜਿਹੜੀਆਂ ਇਹਨਾਂ ਚੋਂ ਕੱਢ ਕੇ ਸਾਹਮਣੇ ਲਿਆਂਦੀਆਂ ਗਈਆਂ। ਤੇ ਨਾਲ ਉਹਨਾਂ ਇਹ ਵੀ ਕਹਿਤਾ ਵੀ ਕਹਿੰਦੇ ਵੀ ਇਹਨੂੰ ਪੜ੍ਹ ਕੇ ਨਹੀਂ ਲੱਗਦਾ ਵੀ ਏਡਾ ਤਗੜਾ ਜਿਹੜਾ ਆਨੰਦਪੁਰ ਦੇ ਮਤੇ ਨੂੰ ਹਊਆ ਬਣਾ ਕੇ ਪੇਸ਼ ਕੀਤਾ। ਇਹਦੇ ਪਿੱਛੇ ਜਿਹੜੇ ਕਾਰਨ ਸੀਗੇ ਉਹ ਹੋਰ ਸੀਗੇ। ਸੋ ਉਹ ਕਾਰਨ ਹੌਲੀ-ਹੌਲੀ ਸਾਡੇ ਸਾਹਮਣੇ ਵੀ ਆ ਰਹੇ ਆ ਕਿ ਆਨੰਦਪੁਰ ਦਾ ਮਤਾ ਇਸ਼ੂ ਨਹੀਂ ਸੀ ਹੈਗਾ, ਉੱਥੇ ਮਸਲਾ ਹੋਰ ਸੀਗਾ। ਉੱਥੇ ਸਿੱਖ ਕੌਮ ਨੂੰ ਮੁਕਾਉਣਾ ਸੀ, ਤੁਹਾਡੀ ਹੋਂਦ ਖਤਮ ਕਰਨੀ ਸੀ। ਤੁਸੀਂ ਉਸ ਭਾਰਤ ਵਾਸਤੇ ਖਤਰਾ ਹੋ ਸਿੱਖ। ਆਨੰਦਪੁਰ ਸਾਹਿਬ ਦੇ ਮਤੇ ਬਾਰੇ ਸਰਦਾਰ ਕਪੂਰ ਸਿੰਘ ਦੇ ਵਿਚਾਰ। ਸਰਦਾਰ ਕਪੂਰ ਸਿੰਘ ਸਾਬਕਾ ICS ਸਿੱਖ ਕੌਮ ਦੇ ਉੱਘੇ ਦਾਰਸ਼ਨਿਕ ਅਤੇ ਥਿੰਕ ਟੈਂਕ ਸਨ। ਉਹਨਾਂ ਨੂੰ ਵਿਸ਼ਾਲ ਵਿਦਵਤਾ, ਬੇਮਿਸਾਲ ਸੋਝੀ ਅਤੇ ਸੁਹਿਰਦ ਪੰਥਕ ਸੋਚ ਸਦਕਾ ਮਿਤੀ 13/10/1973 ਨੂੰ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਪ੍ਰੋਫੈਸਰ ਆਫ ਸਿੱਖਇਜ਼ਮ ਦੀ ਪਦਵੀ ਬਖਸ਼ਿਸ਼ ਕੀਤੀ ਗਈ ਸੀ। ਉਹਨਾਂ ਵੱਲੋਂ ਸੁਣਾਈਆਂ ਗਈਆਂ ਖਰੀਆਂ ਅਤੇ ਪ੍ਰਗਟ ਕੀਤੇ ਗਏ ਡੂੰਘੇ ਖਿਆਲਾਂ ਵਿੱਚ ਸਿੱਖ ਕੌਮ ਦੀ ਵਿਗੜੀ ਸਵਾਰਨ ਦਾ ਬਲ ਸੀ। ਸਿੱਖ ਰਾਜਨੀਤੀ ਸਮੇਤ ਖਾਲਸੇ ਦੇ ਹਰ ਖੇਤਰ ਬਾਰੇ ਉਹਨਾਂ ਦੀ ਸਮਝ, ਪਹੁੰਚ ਅਤੇ ਵਿਚਾਰਧਾਰਾ ਨੂੰ ਨਜ਼ਰ ਅੰਦਾਜ਼ ਨਹੀਂ ਕੀਤਾ ਜਾ ਸਕਦਾ। ਧਰਮ ਯੁੱਧ ਮੋਰਚੇ ਦੌਰਾਨ ਉਹਨਾਂ ਵੱਲੋਂ ਲੰਡਨ ਤੋਂ ਛਪਦੇ ਸਪਤਾਹਿਕ ਪੰਜਾਬੀ ਅਖਬਾਰ ਦੇਸ਼ ਪ੍ਰਦੇਸ਼ ਨੂੰ ਦਿੱਤੀ ਗਈ ਇੱਕ ਇੰਟਰਵਿਊ ਵਿੱਚ ਸਿੱਖ ਰਾਜਨੀਤਿਕ ਦੀਆਂ ਕਮਜ਼ੋਰੀਆਂ, ਹਿੰਦੂ ਜ਼ਹਿਨੀਅਤ ਦੇ ਤਾਂਡਵ, ਅਕਾਲੀ ਆਗੂਆਂ ਦੇ ਨੀਵੇਂ ਕਿਰਦਾਰ, ਗਦਾਰਾਂ ਦੀਆਂ ਗਦਾਰੀਆਂ ਅਤੇ ਲਾਲਸਾਵਾਂ ਨੂੰ ਪ੍ਰਗਟ ਕਰਦੀਆਂ ਸਰਦਾਰ ਕਪੂਰ ਸਿੰਘ ਦੀਆਂ ਅਹਿਮ ਟਿੱਪਣੀਆਂ ਹਨ। ਸਰਦਾਰ ਜੀ ਦੀ ਇਹ ਇੰਟਰਵਿਊ ਸਿੱਖਾਂ ਨੂੰ ਗੁਲਾਮੀ ਦੀਆਂ ਜੰਜੀਰਾਂ ਤੋੜਨ ਅਤੇ ਪੂਰਨ ਪ੍ਰਭੂ ਸੱਤਾ ਸੰਪੰਨ ਖਾਲਸਾ ਰਾਜ ਕਰਨ ਲਈ ਇਰਾਦੇ ਨੂੰ ਦ੍ਰਿੜ ਬਣਾਉਣ ਦੀ ਪ੍ਰੇਰਨਾ ਵੀ ਦਿੰਦੀ ਹੈ ਅਤੇ ਸਿੱਖ ਇੱਕ ਵੱਖਰੀ ਕੌਮ ਦੇ ਸੰਕਲਪ ਨੂੰ ਵੀ ਉਜਾਗਰ ਕਰਦੀ ਹੈ ਅਤੇ ਪੰਥ ਦੇ ਵਾਲੀ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਉਪਦੇਸ਼ ਅਨੁਸਾਰ ਚੱਲਣ ਦੀ ਨਸੀਹਤ ਵੀ ਕਰਦੀ ਹੈ। ਇਹ ਇੰਟਰਵਿਊ ਉਹਨਾਂ ਲੋਕਾਂ ਲਈ ਲਾਹੇਵੰਦ ਹੋਵੇਗੀ ਜਿਹੜੇ ਸਿੱਖ ਸਮੱਸਿਆ ਨੂੰ ਜਾਣਨ ਅਤੇ ਸਮਝਣ ਲਈ ਡੂੰਘੀ ਦਿਲਚਸਪੀ ਰੱਖਦੇ ਹਨ। ਦੁਨੀਆ 'ਚ ਰਾਜ ਕੇਵਲ ਸਿੱਖ ਕੌਮ ਨੇ ਕੀਤਾ। ਸਰਦਾਰ ਕਪੂਰ ਸਿੰਘ। ਜਦੋਂ 1934 ਵਿੱਚ ਮੈਂ ਕੈਂਬਰਿਜ ਵਿੱਚ ਫਿਲਾਸਫੀ ਦੀ ਪੜ੍ਹਾਈ ਕਰ ਰਿਹਾ ਸਾਂ ਤਾਂ ਬਾਕੀ ਵਿਦਿਆਰਥੀ ਮੈਨੂੰ ਪਾਗਲ ਸਾਦੇ ਸਨ। ਫਿਲਾਸਫੀ ਦਾ ਮਜ਼ਮੂਨ ਹੀ ਬੰਦੇ ਨੂੰ ਪਾਗਲਾਂ ਵਰਗਾ ਕਰ ਦਿੰਦਾ ਹੈ। ਦੂਜੇ ਮੇਰੇ ਦਿਮਾਗ ਵਿੱਚ ਦੁਨੀਆ ਨੂੰ ਕਲਾਵੇ ਵਿੱਚ ਲੈਣ ਦਾ ਸਵਾਦ ਸੀ। ਜਵਾਨੀ ਦੀ ਉਮਰ ਵਿੱਚ ਬੰਦਾ ਕਹਿੰਦਾ ਹੈ ਜੋ ਵਾਪਰਨਾ ਹੈ ਹੁਣੇ ਵਾਪਰੇ, ਜੋ ਮੈਂ ਸੋਚਦਾ ਹਾਂ ਉਸ ਦਾ ਚਮਤਕਾਰ ਹੁਣੇ ਦਿਸੇ। ਮੈਂ ਹੁਣ 70-72 ਸਾਲ ਦੀ ਉਮਰ ਦਾ ਹਾਂ। ਉਮਰ ਨਾਲ ਸੋਚ ਵੀ ਪਲਟ ਗਈ ਹੈ। ਉਦੋਂ ਮੈਂ ਕੈਂਬਰਿਜ ਵਿੱਚੋਂ ਫਸਟ ਆਇਆ ਸੀ। ਇੱਕ ਗੱਲ ਮੈਂ ਅੱਜ ਤੋਂ ਦਾਅਵੇ ਨਾਲ ਕਹਿ ਸਕਦਾ ਹਾਂ ਕਿ ਭਾਵੇਂ ਮੈਨੂੰ ਦੁਬਾਰਾ ਜਨਮ ਮਿਲ ਜਾਵੇ ਅਤੇ 15,000 ਸਾਲ ਮਿਲਦਾ ਰਹੇ, ਮੈਂ ਫਿਰ ਵੀ ਇਹੀ ਆਖਾਂਗਾ ਕਿ ਸਿੱਖਾਂ ਦਾ ਖੁਦ ਮੁਖਤਿਆਰ ਹਕੂਮਤ ਬਗੈਰ ਗੁਜ਼ਾਰਾ ਨਹੀਂ ਹੈ। ਸੋ ਉਹ ਡਾਕਟਰ ਕਪੂਰ ਸਿੰਘ ਜੀ ਕਹਿੰਦੇ ਕਿ ਸਿੱਖਾਂ ਦਾ ਗੁਜ਼ਾਰਾ ਜਿਹੜਾ ਆਪਣਾ ਦੇਸ਼ ਲੈਣ ਤੋਂ ਬਿਨਾਂ ਨਹੀਂ ਹੈਗਾ। ਜੇ ਸਿੱਖਾਂ ਨੇ ਇੱਥੇ ਰਹਿਣਾ ਜਾਂ ਸਰਵਾਈਵ ਕਰਨਾ ਤੇ ਇਹਨਾਂ ਨੂੰ ਆਪਣਾ ਆਜ਼ਾਦ ਪੰਜਾਬ ਦੇਸ਼ ਲੈਣਾ ਹੀ ਪੈਣਾ ਇਹਨਾਂ ਨੂੰ। ਉੱਦਾਂ ਸਿੱਖਾਂ ਦਾ ਗੁਜ਼ਾਰਾ ਨਹੀਂ ਹੈਗਾ। ਸਿੱਖ 1 ਕਰੋੜ ਹਨ। ਸਾਰੇ ਮੇਰੇ ਖਿਆਲ ਦੇ ਵਿਰੋਧੀ ਸਨ। ਮੈਂ ਇਕੱਲਾ ਹੀ ਡਟਿਆ ਰਿਹਾ। ਅੱਜ ਵੀ ਭਾਰਤ ਸ਼ਰੇਆਮ ਕਹਿੰਦਾ ਹਾਂ ਕਿ ਸਿੱਖਾਂ ਦਾ ਰਾਜ ਭਾਗ ਲਾਜ਼ਮੀ ਹੈ। ਸਮੇਂ ਦੀ ਸਰਕਾਰ ਮੇਰਾ ਜੋ ਵਿਗਾੜਨਾ ਵਿਗਾੜ ਲਵੇ। ਸ਼ਾਇਦ ਸਮੇਂ ਦੀ ਸਰਕਾਰ ਮੈਨੂੰ ਇਸ ਕਰਕੇ ਹੱਥ ਨਹੀਂ ਪਾਉਂਦੀ ਕਿ ਬੰਦਾ 2 ਵੇਲੇ ਦੀ ਰੋਟੀ ਤੋਂ ਤਾਂ ਤੰਗ ਹੈ। ਇਹਨੂੰ ਫੜ ਕੇ ਕੀ ਲੈਣਾ। ਮੈਂ ਆਪਣਾ ਹੱਥ ਨਹੀਂ ਛੱਡਿਆ, ਵਰਨਾ ਸਰਦਾਰ ਹੁਕਮ ਸਿੰਘ ਵਾਂਗੂ ਗਵਰਨਰੀ ਮੇਰੇ ਪੈਰਾਂ ਵਿੱਚ ਰੁਲਦੀ ਸੀ। ਨਵਾਬ ਕਪੂਰ ਸਿੰਘ ਨੇ ਵੀ ਤਾਂ ਨਵਾਬੀ ਨੂੰ ਲੱਤ ਮਾਰ ਦਿੱਤੀ ਸੀ। ਅੱਜ ਮੇਰਾ ਗੁਜ਼ਾਰਾ ਮੁਸ਼ਕਿਲ ਹੈ, ਪਰ ਗੁਲਾਮੀ ਦੀ ਚੋਪੜੀ ਨਾਲੋਂ ਆਜ਼ਾਦੀ ਦੀ ਰੁੱਖੀ ਚੰਗੀ। ਇਹ ਪੁੱਛਣ ਤੇ ਕਿ ਸਮੁੱਚੇ ਭਾਰਤ 'ਚ ਸਿੱਖਾਂ ਨੂੰ ਕਿਸ ਗੱਲ ਦੀ ਘਾਟ ਹੈ ਅਤੇ ਕੀ ਸਿੱਖਾਂ ਉੱਤੇ ਕਿਸੇ ਕਿਸਮ ਦਾ ਜ਼ੁਲਮ ਹੋ ਰਿਹਾ ਹੈ, ਸਰਦਾਰ ਕਪੂਰ ਸਿੰਘ ਨੇ ਆਖਿਆ, ਹਾਂ,
ਗੁਲਾਮ ਰਹਿ ਕੇ ਪੈਸੇ ਬਹੁਤ ਕਮਾਏ ਜਾ ਸਕਦੇ ਹਨ। ਬਥੇਰੇ ਸਿੱਖ ਕਮਾ ਰਹੇ ਹਨ। ਸਰਦਾਰ ਹੁਕਮ ਸਿੰਘ ਨੇ ਬੇਹੱਦ ਕਮਾਏ ਹੀ ਹਨ, ਪਰ ਗੁਲਾਮੀ ਦੇ ਜਿਉਣ ਨਾਲੋਂ ਲੋਕ ਕਹਿੰਦੇ ਹਨ ਕਿ ਮੌਤ ਚੰਗੀ ਹੈ। ਸਿੱਖ ਉੱਤੇ ਜ਼ੁਲਮ ਹੋ ਰਿਹਾ ਹੈ ਜਾਂ ਨਹੀਂ, ਮੇਰੇ ਮੂੰਹੋਂ ਕਿਉਂ ਅਖਵਾਉਂਦੇ ਹੋ? ਭਗਤ ਸਿੰਘ ਨੂੰ ਫਾਂਸੀ ਲੱਗਣ ਤੋਂ ਕੁਝ ਦਿਨ ਪਹਿਲਾਂ ਲੁਧਿਆਣੇ ਭਾਈ ਰਣਧੀਰ ਸਿੰਘ ਉਸ ਨੂੰ ਜੇਲ੍ਹ ਵਿੱਚ ਮਿਲੇ ਸਨ। ਪਹਿਲਾਂ ਤਾਂ ਕਈ ਦਿਨ ਕਹਿੰਦੇ ਰਹੇ ਕਿ ਪਤਿਤ ਹੋ ਗਏ ਸਿੱਖ ਨਾਲ ਮੈਂ ਗੱਲ ਨਹੀਂ ਕਰਾਂਗਾ, ਪਰ ਜਦੋਂ ਭਗਤ ਸਿੰਘ ਕਈ ਦਿਨ ਖਹਿੜੇ ਹੀ ਪੈ ਗਿਆ ਕਿ ਉਸ ਦੀਆਂ ਗੱਲਾਂ ਤਾਂ ਸੁਣ ਲਈ ਉਸ ਦੀ ਗੱਲ ਤਾਂ ਸੁਣ ਲਈ ਜਾਵੇ, ਤਾਂ ਭਾਈ ਸਾਹਿਬ ਨੇ ਮੁਲਾਕਾਤ ਕੀਤੀ। ਪਤਾ ਹੈ ਭਗਤ ਸਿੰਘ ਨੇ ਕੀ ਕਿਹਾ ਸੀ? ਉਸ ਆਖਿਆ ਸੀ ਕਿ ਪਹਿਲਾਂ ਕੇਸ ਕਤਲ ਕਰਨੇ ਲਾਹੌਰ ਚੋਂ ਨਿਕਲਣ ਦਾ ਰਸਤਾ ਸੀ। ਬਾਅਦ ਵਿੱਚ ਕੇਸ ਇਸ ਕਰਕੇ ਨਹੀਂ ਰੱਖੇ ਕਿ ਹਿੰਦੂ ਪ੍ਰੈਸ ਨੇ ਉਸ ਦੀ ਫੋਟੋ, ਤਾਂ ਕਿ ਉਸ ਦੀ ਕੋਈ ਖਬਰ ਵੀ ਨਹੀਂ ਛਾਪਣੀ ਸੀ। ਅੱਜ ਤਾਂ ਹਕੂਮਤ ਹੀ ਹਿੰਦੂਆਂ ਦੇ ਹੱਥ ਹੈ। ਇਹ ਸਿੱਖਾਂ ਦਾ ਖੁਰਾ ਖੋਜ ਕਿਉਂ ਨਾ ਮਿਟਾਉਣਗੇ। ਮਹਾਰਾਜਾ ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਸਿੱਖ ਰਾਜ ਖਤਮ ਹੁੰਦੇ ਸਾਰ ਕਰੀਬ 2 ਲੱਖ ਸਿੱਖ ਮੁਸਲਮਾਨ ਬਣ ਗਏ ਸਨ। ਟਿਵਾਣੇ ਮੁਸਲਮਾਨ ਸਿੱਖ ਹੀ ਤਾਂ ਸਨ। ਹਿੰਦੂ ਗਲਬੇ ਹੇਠ ਸਿੱਖ ਆਪਣਾ ਧਰਮ ਬਰਕਰਾਰ ਨਹੀਂ ਰੱਖ ਸਕਣਗੇ, ਆਪਣੀ ਹਸਤੀ ਮਿਟਾ ਬਹਿਣਗੇ। ਸਿੱਖਾਂ ਦੀ ਵਰਤਮਾਨ ਲੀਡਰਸ਼ਿਪ ਸਿੱਖ ਰਾਜ ਦੀ ਮੰਗ ਨਹੀਂ ਕਰ ਰਹੀ, ਸਿਰਫ ਆਨੰਦਪੁਰ ਦੇ ਮਤੇ ਤੱਕ ਸੀਮਿਤ ਹੈ। ਆਨੰਦਪੁਰ ਦਾ ਮਤਾ ਮੈਂ ਖੁਦ ਹੀ ਬਣਾਇਆ ਸੀ, ਇਹਨੂੰ ਕੋਖ ਕੇ ਪੜੋ। ਮਤੇ ਵਿੱਚ ਸਿੱਖ ਕੌਮ ਭਾਰਤੀ ਸੰਵਿਧਾਨ ਨਹੀਂ ਮੰਨਦੀ, ਆਪਣਾ ਅਲਹਿਦਾ ਰਾਜ ਮੰਗਦੀ ਹੈ। ਦਰਅਸਲ ਗਲਤੀ ਸਰਦਾਰ ਬਲਦੇਵ ਸਿੰਘ ਤੋਂ ਹੋ ਗਈ। ਮਰਨ ਤੋਂ 3 ਦਿਨ ਪਹਿਲੋਂ ਮੈਂ ਉਸ ਨੂੰ ਮਿਲਣ ਗਿਆ ਸੀ। ਮੈਨੂੰ ਕਹਿਣ ਲੱਗਾ ਕਿ ਮੈਂ ਬਚਣਾ ਨਹੀਂ, ਇਸ ਲਈ ਦਿਲ ਦੀਆਂ ਸਾਰੀਆਂ ਗੱਲਾਂ ਕਰ ਦੇਣੀਆਂ ਚਾਹੁੰਦਾ ਹਾਂ। ਉਸਨੇ ਆਖਿਆ ਕਿ 1947 ਵਿੱਚ ਜਦੋਂ ਅੰਗਰੇਜ਼ ਸਿੱਖਾਂ ਨੂੰ ਵੱਖਰਾ ਰਾਜ ਦਿੰਦੇ ਵੀ ਸਨ, ਉਸਨੇ ਅਜਿਹੀ ਭੁੱਲ ਕੀਤੀ ਕਿ ਕਈ ਜਨਮ ਉਹਦੀ ਰੂਹ ਮਾਫੀਆਂ ਮੰਗਦੀ ਰਹੇਗੀ, ਪਰ ਸਿੱਖ ਕੌਮ ਉਸਨੂੰ ਮਾਫ ਨਹੀਂ ਕਰੇਗੀ। ਦੂਜਾ ਆਗੂ ਮਾਸਟਰ ਤਾਰਾ ਸਿੰਘ ਸੀ। ਉਹਦੇ 'ਚ ਅਕਲ ਇੰਨੀ ਨਹੀਂ ਸੀ ਕਿ ਦੂਰ ਤੱਕ ਦੀ ਸੋਚ ਸਕਦਾ। ਵਰਤਮਾਨ ਅਕਾਲੀ ਲੀਡਰਸ਼ਿਪ ਨੂੰ ਮੈਂ ਕੰਜਰੀ ਦਾ ਨਾਂ ਦਿੰਦਾ ਹਾਂ। ਕੰਜਰੀ ਨੂੰ ਭਾਵੇਂ ਲੱਖ ਕਹੋ ਕਿ ਉਹ ਸ਼ਰੀਫ ਬਣ ਜਾਵੇ, ਉਲਟਾ ਤੁਹਾਨੂੰ ਬੇਵਕੂਫ ਕਹੇਗੀ। ਵਰਤਮਾਨ ਲੀਡਰਸ਼ਿਪ ਦੇ ਦਿਲ ਵਿੱਚ ਕੀ ਹੈ ਉਹ ਹੀ ਜਾਣਦੇ ਹੋਣਗੇ। ਸਰਕਾਰ ਬਣਾ ਵੀ ਲੈਣ, ਪਰ ਗੁਲਾਮੀ ਦੀ ਸਰਕਾਰ ਹੀ ਹੋਵੇਗੀ। ਮੈਨੂੰ ਟੌੜਾ ਮਿਲਦਾ ਰਿਹਾ ਹੈ। ਮੇਰੇ ਨਾਲ ਗੱਲ ਕਰਨ ਸਮੇਂ ਆਖਦਾ ਹੈ ਕਿ ਅੰਦਰੋਂ ਉਹ ਸਿੱਖ ਰਾਜ ਦੀ ਮੰਗ ਕਰ ਰਹੇ ਹਨ, ਪਰ ਹੈਰਾਨੀ ਦੀ ਗੱਲ ਹੈ ਕਿ ਜਦੋਂ ਪਬਲਿਕ ਵਿੱਚ ਬੋਲਦੇ ਹਨ ਤਾਂ ਮੰਗਾਂ ਦੀ ਸ਼ਬਦਾਵਲੀ ਬਦਲੀ ਜਾਂਦੀ ਹੈ। ਇਹਨਾਂ ਨੂੰ ਜੇ ਵਜ਼ਾਰਤ ਮਿਲ ਜਾਵੇ ਤਾਂ ਆਨੰਦਪੁਰ ਦਾ ਮਤਾ ਉੱਕਾ ਭੁੱਲ ਜਾਣਗੇ। ਇਹਨਾਂ ਦੇ ਮਨਾਂ ਵਿੱਚ ਕੁਝ ਹੋਰ ਹੈ, ਮੂੰਹ ਤੇ ਕੁਝ ਹੋਰ ਹੈ। ਇਹਨਾਂ ਨੂੰ ਗਾਲਾਂ ਕੱਢ ਲੈਂਦਾ ਸਾਂ। ਕੁੱਤਿਓ, ਹਰਾਮਜ਼ਾਦਿਓ, ਪਬਲਿਕ ਨਾਲ ਧੋਖਾ ਨਾ ਕਰੋ। ਇਹ ਮੈਨੂੰ ਪਾਗਲ ਸੱਦਦੇ ਸਨ। ਪਬਲਿਕ ਦੀ ਕੀ ਮੰਗ ਹੈ? ਇਹ ਕੁਐਸਚਨ ਕੀਤਾ ਅੱਗੋਂ। ਫਿਰ ਉਹਨੇ ਪਬਲਿਕ ਦੀ ਕੀ ਮੰਗ ਹੈ? ਆਮ ਸਧਾਰਨ ਜ਼ਿਮੀਂਦਾਰ ਸਿੱਖ ਵੱਖਰੇ ਸਿੱਖ ਰਾਜ ਦੀ ਮੰਗ ਕਰਦਾ ਹੈ, ਪਰ ਜੇ ਲੀਡਰਸ਼ਿਪ ਦੀ ਕੁਰਸੀ ਨੂੰ ਹੀ ਪਈ ਹੋਵੇ ਤਾਂ ਉਹ ਕੀ ਕਰੇ? ਅਗਲਾ ਕੁਐਸਚਨ, ਸਿੱਖ ਰਾਜ ਦਾ ਮਤਲਬ ਤੁਸੀਂ ਇੱਕ ਹੋਰ ਪਾਕਿਸਤਾਨ ਚਾਹੁੰਦੇ ਹੋ? ਲੈ ਦੱਸ, ਕੀ ਗੱਲ ਕਰਦੇ ਹੋ? ਮੈਂ ਸਿਹਤ ਦੇ ਤੌਰ ਤੇ ਸਹੀ ਨਹੀਂ, ਬਿਮਾਰੀ ਤੋਂ ਉੱਠਿਆ ਹਾਂ। ਸਵਾਲ ਸਿੱਧੇ ਕਰੋ। ਭਾਰਤ ਨੂੰ ਆਜ਼ਾਦੀ ਅੰਗਰੇਜ਼ਾਂ ਨੇ ਦਿੱਤੀ, ਕੇਵਲ ਸਿੱਖਾਂ ਖਾਤਰ ਹੀ। ਉਹ ਸਿੱਖਾਂ ਦਾ ਵੱਖਰਾ ਰਾਜ ਚਾਹੁੰਦੇ ਸਨ ਤਾਂ ਜੋ ਇਹ ਕੌਮ ਮਾਣ ਤੇ ਸ਼ਾਨ ਨਾਲ ਜੀ ਸਕੇ, ਗੁਲਾਮ ਬਣ ਕੇ ਨਹੀਂ। ਮੈਂ ਉਦੋਂ ਡਿਪਟੀ ਸੈਕਟਰੀ ਸੀ ਅਤੇ ਮੇਰੇ ਰਾਹੀਂ ਅੰਗਰੇਜ਼ਾਂ ਨੇ ਪਹੁੰਚ ਕੀਤੀ ਕਿ ਇਸ ਬੇਵਕੂਫ ਕੌਮ ਨੂੰ ਸਮਝਾਓ ਕਿ ਬਾਅਦ ਵਿੱਚ ਕੁਝ ਨਹੀਂ ਮਿਲਣਾ। ਕੋਲ ਕੁਝ ਹੋਵੇ ਤਾਂ ਤੁਸੀਂ ਸੌਦੇ ਦੀ ਗੱਲ ਕਰਦੇ ਹੋ, ਜੇ ਪੱਲੇ ਹੀ ਕੁਝ ਨਹੀਂ ਤਾਂ ਗੱਲਬਾਤ ਦਾ ਅਰਥ ਖਤਮ ਹੋ ਜਾਂਦਾ ਹੈ। ਮੰਗਿਆ ਰਾਜ ਕਦੇ ਕਿਸੇ ਨਹੀਂ ਦਿੱਤਾ, ਮੰਗਤਿਆਂ ਨੂੰ 4 ਪੈਸੇ ਮਿਲ ਸਕਦੇ ਹਨ। ਅਗਲਾ ਕੁਐਸਚਨ, ਤੁਸੀਂ ਸਿੱਖ ਕੌਮ ਦੀ ਗੱਲ ਕਰਦੇ ਹੋ, ਪਰ ਲਾਰਡ ਡੈਨਿੰਗ ਨੇ ਆਖਿਆ ਕਿ ਇਹ ਧਾਰਮਿਕ ਫਿਰਕਾ ਹੈ, ਕੌਮ ਨਹੀਂ। ਆਂਸਰ, ਇਹਨਾਂ ਅੰਗਰੇਜ਼ਾਂ ਨੂੰ ਅੱਜ ਦੀ ਏਸ਼ੀਅਨ ਸਿਆਸਤ ਦਾ ਕੀ ਪਤਾ? ਇਹ ਲੋਕ ਕਿੰਨੀ ਕੁ ਅਕਲ ਰੱਖਦੇ ਹਨ? ਲਾਰਡ ਡੈਨਿੰਗ ਦੇ ਫੈਸਲੇ ਨਾਲ ਸਿੱਖ ਕੌਮ ਫਿਰਕਾ ਨਹੀਂ ਬਣ ਜਾਣ ਲੱਗੀ। ਤੁਸੀਂ ਦੁਨੀਆ ਦੀ ਸਾਰੀ ਤਵਾਰੀਖ ਫਰੋਲ ਲਵੋ, ਰਾਜ ਕੇਵਲ ਸਿੱਖ ਕੌਮ ਨੇ ਕੀਤਾ ਹੈ। ਸਿਕੰਦਰ ਦਾ ਰਾਜ, ਅਕਬਰ ਦਾ ਰਾਜ, ਵਿਕਟੋਰੀਆ ਦਾ ਰਾਜ, ਇੰਦਰਾ ਗਾਂਧੀ ਦਾ ਰਾਜ ਤਾਂ ਹੋ ਸਕਦਾ ਹੈ, ਪਰ ਖਾਲਸੇ ਵਰਗਾ ਰਾਜ ਦੁਨੀਆ ਦੀ ਤਵਾਰੀਖ ਵਿੱਚ ਕਿਧਰੇ ਨਹੀਂ। ਮਹਾਰਾਜਾ ਰਣਜੀਤ ਸਿੰਘ ਦਾ ਰਾਜ ਕੋਈ ਨਹੀਂ ਆਖਦਾ, ਸਿੱਖ ਰਾਜ ਕਿਹਾ ਜਾਂਦਾ ਹੈ। ਅਗਲਾ ਕੁਐਸਚਨ, ਫਿਰ ਤਾਂ ਡਾਕਟਰ ਜਗਜੀਤ ਸਿੰਘ ਜੋ ਕੁਝ ਕਰ ਰਿਹਾ ਹੈ ਤੁਹਾਡੀ ਸੋਚ ਅਨੁਸਾਰ ਠੀਕ ਹੀ ਕਰ ਰਿਹਾ ਹੈ। ਆਂਸਰ, ਪਹਿਲਾਂ ਤਾਂ ਮੈਂ ਡਾਕਟਰ ਅਜੀਤ ਸਿੰਘ ਨੂੰ ਇੱਕ ਚਲਾਕ ਬੰਦਾ ਸਮਝ ਕੇ ਉਸ ਉੱਤੇ ਵਿਸ਼ਵਾਸ ਨਹੀਂ ਸੀ ਕਰਦਾ, ਕਿਉਂਕਿ ਇਹ ਦੂਜੇ ਦਿਨ ਫਿਰ ਜਾਂਦਾ ਹੈ। ਪਰ ਹੁਣ ਮੈਂ ਦੇਖਿਆ ਹੈ ਕਿ ਸਾਰੀ ਕੌਮ ਵਿੱਚ ਇਹੀ ਬੰਦਾ ਸਹੀ ਰਸਤੇ ਉੱਤੇ ਹੈ।
ਆ ਹਾਈਜੈਕ ਕਰਕੇ ਲਾਹੌਰ ਲੈ ਜਾਣ ਵਾਲੇ ਮੁੰਡੇ ਵੀ ਮੈਨੂੰ ਮਿਲਦੇ ਰਹੇ ਸਨ, ਪਰ ਸੀ ਬਹੁਤ ਛੋਟੇ। ਹਾਂ, ਮੈਂ ਇਹ ਵੀ ਦੱਸ ਦਿਆਂ ਕਿ ਕਿਸ ਦਿਨ ਸਿੱਖ ਰਾਜ ਬਣਨਾ ਹੈ। ਤੁਸੀਂ ਦੱਸਦੇ ਹੋ ਕਿ 1 ਲੱਖ ਸਿੱਖ ਇੰਗਲੈਂਡ ਵਿੱਚ ਵੱਸਦੇ ਹਨ। ਮੈਂ ਆਖਦਾ ਹਾਂ ਕਿ ਇਹਨਾਂ ਵਿੱਚ 50,000 ਹੀ, 20,000 ਹੀ, ਜਾਂ ਕੇਵਲ 20 ਹੀ ਜੋ ਆਪਣੇ ਮਿਸ਼ਨ ਵਿੱਚ ਡਾਕਟਰ ਅਜੀਤ ਸਿੰਘ ਬਣ ਜਾਣ ਤਾਂ ਸਿੱਖ ਰਾਜ ਆਇਆ ਹੀ ਆਇਆ। ਸਿੱਖਾਂ ਨੂੰ ਹੌਸਲਾ ਨਹੀਂ ਛੱਡਣਾ ਚਾਹੀਦਾ। ਇੰਦਰਾ ਗਾਂਧੀ ਸਾਰੀ ਉਮਰ ਤਾਂ ਬੈਠੀ ਨਹੀਂ ਰਹਿਣ ਲੱਗੀ, ਬਾਅਦ ਵਿੱਚ ਦੇਖਿਓ ਕੀ ਹੁੰਦਾ ਹੈ। ਗੁਰੂ ਗੋਬਿੰਦ ਸਿੰਘ ਜੀ ਨੂੰ ਐਵੇਂ ਸਿੱਖ ਪੰਜਾਬ ਨਾਲ ਬੰਨੀ ਜਾਂਦੇ ਸਨ। ਉਹਨਾਂ ਦੀਆਂ ਸੋਚਣੀ ਪੂਰੇ ਹਿੰਦੁਸਤਾਨ ਦੀ ਸੀ। ਪੰਜਾਂ ਪਿਆਰਿਆਂ ਵਿੱਚੋਂ ਕੇਵਲ ਇੱਕ ਪੰਜਾਬੀ, ਬਾਕੀ ਦੂਜੇ ਪ੍ਰਾਂਤਾਂ ਦੇ ਸਨ। ਅਫਗਾਨਿਸਤਾਨ ਤੋਂ ਦੱਖਣ ਤੱਕ ਫੈਲੀ ਹੋਈ ਮੁਗਲਿਆ ਸਲਤਨਤ ਢੇਰ ਕਰਕੇ ਰੱਖ ਦਿੱਤੀ ਸਿਰਫ ਜੱਟਾਂ, ਝਿਊਰਾਂ, ਸ਼ਿੰਬਿਆਂ ਤੇ ਹਰੀਜਨਾਂ ਨੇ। ਲੋਕ ਉੱਠ ਖੜਦੇ ਹਨ ਤਾਂ ਉਹ ਸਰਕਾਰਾਂ ਦੀ ਪਰਵਾਹ ਨਹੀਂ ਕਰਦੇ। ਗੁਰੂ ਗੋਬਿੰਦ ਸਿੰਘ ਜੀ ਦਾ ਨਾ ਜਨਮ ਪੰਜਾਬ ਵਿੱਚ ਹੋਇਆ, ਨਾ ਉਹ ਪੰਜਾਬ ਵਿੱਚ ਜੋਤੀ ਜੋਤ ਸਮਾਏ। ਉਹ ਦੱਖਣ ਦਾ ਰਾਜ ਸਿੱਖਾਂ ਨੂੰ ਦਿੰਦੇ ਸੀ, ਪਰ ਸੇਵਕਾਂ ਨੇ ਆਖਿਆ ਸਾਨੂੰ ਆਪਣਾ ਘਰ ਹੀ ਚਾਹੀਦਾ ਹੈ। ਅੱਜ ਇਹ ਲੋਕ ਆਪਣਾ ਘਰ ਵੀ ਨਹੀਂ ਮੰਗ ਰਹੇ। ਨਿਰੰਕਾਰੀ ਮੱਤ, ਸਾਕਾ ਵਿਸਾਖੀ 1978 ਅਤੇ ਕਰਨੀ ਦਾ ਫਲ। ਇਸ ਲੇਖ ਵਿੱਚ ਨਿਰੰਕਾਰੀ ਮੱਤ ਦੀ ਸ਼ੁਰੂਆਤ ਅਤੇ ਉਸ ਤੋਂ ਬਾਅਦ ਉਹਨਾਂ ਦੇ ਮੁਖੀਆਂ ਵੱਲੋਂ ਕੀਤੇ ਗਏ ਕੁਕਰਮਾਂ ਤੋਂ ਲੈ ਕੇ ਉਹਨਾਂ ਦੇ ਮੁਖੀ ਨੂੰ ਕਰਨੀ ਦਾ ਫਲ ਭੁਗਤਾਉਣ ਦਾ ਸਾਰਾ ਵਿਸਥਾਰ ਦਿੱਤਾ ਹੋਇਆ ਹੈ। ਮੌਜੂਦਾ ਪੰਥਕ ਦਸ਼ਾ, ਨੌਜਵਾਨੀ ਦਾ ਕਤਲੇਆਮ, ਗੁਰਧਾਮਾਂ ਦੀ ਬੇਅਦਬੀ, 84 ਦਾ ਕਤਲੇਆਮ, ਸਰਕਾਰੀ ਦਹਿਸ਼ਤਗਰਦੀ ਅਤੇ ਸਿੱਖ ਪੰਥ ਦੀ ਅਸੰਤੁਸ਼ਟਤਾ ਦਾ ਇੱਕ ਕਾਰਨ ਇਹ ਨਕਲੀ ਨਿਰੰਕਾਰੀ ਮੰਡਲ ਹੈ। ਸਮੁੱਚੀ ਸਿੱਖ ਕੌਮ ਨੂੰ ਇਸ ਪ੍ਰਤੀ ਰੋਸ ਅਤੇ ਜ਼ਿਆਦਾ ਰੋਸ ਇਸ ਗੱਲ ਦਾ ਹੈ ਕਿ ਜੇ ਸਰਕਾਰ ਚਾਹੁੰਦੀ ਤਾਂ ਇਸ ਕਤਲੇਆਮ ਨੂੰ ਅਤੇ ਇਸ ਦੇਹਧਾਰੀ ਗੁਰੂ ਡੰਮ ਦੇ ਪਸਾਰੇ ਨੂੰ ਯੋਗ ਤਰੀਕਿਆਂ ਸਦਕਾ ਰੋਕ ਸਕਦੀ ਸੀ। ਇਹ ਗੱਲ ਠੀਕ ਹੈ ਕਿ ਲੋਕਤੰਤਰ ਪ੍ਰਣਾਲੀ ਵਿੱਚ ਕੋਈ ਮਨੁੱਖ ਕੋਈ ਵੀ ਧਰਮ ਅਪਣਾ ਸਕਦਾ ਹੈ, ਪਰ ਕਿਸੇ ਧਰਮ ਵਿਰੁੱਧ ਝੂਠਾ ਪ੍ਰਚਾਰ ਕਰਨ ਦੀ ਖੁੱਲ੍ਹ ਨਹੀਂ, ਤੇ ਖਾਸ ਕਰਕੇ ਉਸ ਧਰਮ ਪ੍ਰਤੀ ਜੋ ਇਸ ਦੇਸ਼ ਦੀ ਰੀੜ੍ਹ ਦੀ ਹੱਡੀ ਹੈ ਅਤੇ ਜੋ ਹਰ ਧਰਮ, ਹਰ ਜਾਤੀ, ਖੱਤਰੀ, ਬ੍ਰਾਹਮਣ, ਸ਼ੂਦਰ, ਵੈਸ਼ ਨੂੰ ਸਰਬ ਸਾਂਝਾ ਉਪਦੇਸ਼ ਦਿੰਦਾ ਹੈ। ਪਿਛਲੇ ਸਮੇਂ ਤੋਂ ਜੋ ਸੰਕਟ ਖਾਲਸਾ ਪੰਥ ਉੱਪਰ ਝੁੱਲਿਆ ਹੈ, ਜੇਕਰ ਉਸ ਦੀ ਪੂਰੀ ਇਮਾਨਦਾਰੀ ਨਾਲ, ਡੂੰਘਾਈ ਨਾਲ ਖੋਜ ਕੀਤੀ ਜਾਵੇ ਤਾਂ ਜਿਸ ਤਹਿ ਤੇ ਅਸੀਂ ਪਹੁੰਚਾਂਗੇ, ਨਿਰੰਕਾਰੀ ਮੰਡਲ ਉਹਨਾਂ ਸੰਕਟਾਂ ਪ੍ਰਤੀ ਆਪਣੀ ਜ਼ਿੰਮੇਵਾਰੀ ਤੋਂ ਭੱਜ ਨਹੀਂ ਸਕਦਾ। ਨਿਰੰਕਾਰੀ ਸ਼ਬਦ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਹੀ ਪ੍ਰਚਲਿਤ ਹੈ, ਭਾਵੇਂ ਕਿ ਅੱਜ ਇੰਝ ਲੱਗਦਾ ਹੈ ਕਿ ਜਿਵੇਂ ਇਹ ਸ਼ਬਦ ਸਿਰਫ ਨਰਕਧਾਰੀਆਂ ਨੇ ਹੀ ਰਜਿਸਟਰਡ ਕਰਵਾ ਲਿਆ ਹੈ। ਪਾਪਾਂ ਅਤੇ ਜਬਰ ਜ਼ੁਲਮ ਦੀ ਅੱਗ ਵਿੱਚ ਸੜ ਰਹੀ ਲੁਕਾਈ ਨੂੰ ਗੁਰੂ ਜੀ ਨੇ ਫੋਲ ਕੇ ਕਰਮ ਕਾਂਡਾਂ ਤੋਂ ਉੱਪਰ ਚੱਕ ਕੇ ਅਕਾਲ ਮੂਰਤ, ਸਦੀਵੀ ਸੱਚ, ਅਜ਼ੂਨੀ ਨਿਰੰਕਾਰ ਨਾਲ ਜੋੜਿਆ, ਜਿਸ ਕਰਕੇ ਕਈ ਪੁਰਾਤਨ ਇਤਿਹਾਸਕਾਰਾਂ ਨੇ ਗੁਰੂ ਜੀ ਨੂੰ ਨਾਨਕ ਨਿਰੰਕਾਰੀ ਵੀ ਲਿਖਿਆ ਹੈ। ਅਜ਼ੂਨੀ, ਅਜੇ, ਅਮਰ, ਅਬਿਨਾਸੀ, ਅਕਾਲ ਪੁਰਖ ਲਈ ਨਿਰੰਕਾਰੀ ਸ਼ਬਦ ਕਿਰਤਮ ਨਾਮ ਦੇ ਤੌਰ ਤੇ ਵਰਤਿਆ ਹੈ। ਗੁਰਮਤ ਵਿਆਕਰਨ ਅਨੁਸਾਰ ਜਿਸ ਦਾ ਕੋਈ ਆਕਾਰ ਨਾ ਹੋਵੇ ਉਸ ਵਾਸਤੇ ਨਿਰੰਕਾਰੀ ਸ਼ਬਦ ਵਰਤਿਆ ਜਾਂਦਾ ਹੈ, ਜੋ ਸੰਗਾਇਆ ਹੈ। ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜਕਾਲ ਦੌਰਾਨ ਸਿੱਖਾਂ ਵਿੱਚ ਕਈ ਕਰਮਕਾਂਡੀ ਬ੍ਰਾਹਮਣਵਾਦੀ ਕੁਰੀਤੀਆਂ ਆ ਗਈਆਂ। ਹਿੰਦੂਵਾਦੀ ਕਰਮਕਾਂਡਾਂ ਗੁਰਮਤ ਮਰਿਆਦਾ ਉੱਪਰ ਭਾਰੀ ਹੋ ਗਏ। ਕਈ ਮਹਾਨ ਗੁਰੂ ਅਸਥਾਨਾਂ ਉੱਪਰ ਮੂਰਤੀ ਪੂਜਾ ਸ਼ੁਰੂ ਹੋ ਗਈ। ਗੁਰਧਾਮਾਂ ਦੇ ਮਾਲਕ ਗੁਰਮਤ ਤੋਂ ਹੀਣੇ ਮਹੰਤ ਬਣ ਬੈਠੇ। ਉਸ ਦੁਬਿਧਾ ਭਰੇ ਸਮੇਂ ਵਿੱਚ ਬਾਬਾ ਦਿਆ ਸਿੰਘ ਜੀ ਨੇ ਨਿਰੰਕਾਰੀ ਦਰਬਾਰ ਨਾਮਕ ਸੰਪਰਦਾ ਦੀ ਨੀਂਹ ਰਾਵਲਪਿੰਡੀ ਵਿੱਚ ਰੱਖੀ। ਗੁਰਮਤ ਮਰਿਆਦਾ ਦਾ ਪ੍ਰਚਾਰ ਕੀਤਾ ਅਤੇ 18 ਮਾਘ 1911 ਨੂੰ ਆਪ ਦਾ ਦੇਹਾਂਤ ਹੋ ਗਿਆ। ਅੱਛਾ, ਇਹ ਉਹਨਾਂ ਨੇ ਮਹਾਨ ਕੋਸ਼ ਦਾ ਦਿੱਤਾ ਹਵਾਲਾ, ਪੰਨਾ 714 ਦੇ। ਇਹਨਾਂ ਤੋਂ ਬਾਅਦ ਬਾਬਾ ਗੁਰਦਿੱਤ ਸਿੰਘ ਇਸ ਸੰਪਰਦਾ ਦੇ ਮੁਖੀ ਬਣੇ। ਇੱਕ ਮਿੰਟ ਦਿਓ ਮੈਨੂੰ, ਮੈਂ ਮਾਰਕ ਕਰ ਲਾਂ। ਇਸ ਤੋਂ ਹਾਂਜੀ, ਇਹਨਾਂ ਤੋਂ ਬਾਅਦ ਬਾਬਾ ਗੁਰਦਿੱਤ ਸਿੰਘ ਇਸ ਸੰਪਰਦਾ ਦੇ ਮੁਖੀ ਬਣੇ। 1930 ਤੱਕ ਇਹ ਸੰਪਰਦਾ ਬੁਰੀ ਤਰ੍ਹਾਂ ਫੁੱਟ ਦਾ ਸ਼ਿਕਾਰ ਹੋ ਗਈ ਅਤੇ ਇੱਕ ਬੂਟਾ ਸਿੰਘ ਨਾਮਕ ਵਿਅਕਤੀ ਨੇ ਆਪਣੇ ਆਪ ਹੀ ਇਸ ਸੰਪਰਦਾ ਤੋਂ ਅਲੱਗ ਹੋ ਕੇ ਨਿਰੰਕਾਰੀ ਮੰਡਲ ਨਾਮਕ ਸੰਸਥਾ ਬਣਾ ਲਈ। ਦੇਸ਼ ਦੀ ਵੰਡ ਤੋਂ ਬਾਅਦ ਬੂਟਾ ਸਿੰਘ ਦਿੱਲੀ ਆ ਗਿਆ ਅਤੇ ਇਸ ਕੂੜ ਦੀ ਦੁਕਾਨ ਦਾ ਪ੍ਰਚਾਰ ਜਾਰੀ ਰੱਖਿਆ।
ਬੂਟਾ ਸਿੰਘ ਦੀ ਮੌਤ ਤੋਂ ਬਾਅਦ ਅਵਤਾਰ ਸਿੰਘ ਇਸ ਦਾ ਮੁਖੀ ਬਣਿਆ ਅਤੇ ਕੂੜ ਦਾ ਪਸਾਰਾ ਜਾਰੀ ਰੱਖਿਆ। 1963 ਵਿੱਚ ਅਵਤਾਰ ਸਿੰਘ ਦੀ ਮੌਤ ਤੋਂ ਬਾਅਦ ਉਸ ਦਾ ਲੜਕਾ ਗੁਰਬਚਨ ਸਿੰਘ ਮੁਖੀ ਬਣਿਆ। ਇਸ ਨੇ ਤਾਂ ਇਸ ਮੱਤ ਦੇ ਪ੍ਰਚਾਰ ਲਈ ਬਹੁਤ ਹੀ ਘਟੀਆ ਹੱਥ ਕੰਡੇ ਵਰਤਣੇ ਸ਼ੁਰੂ ਕੀਤੇ। ਗੁਰੂ ਸਾਹਿਬਾਨਾਂ ਦੇ ਖਿਲਾਫ ਬੋਲਣਾ ਲਿਖਣਾ ਸ਼ੁਰੂ ਕੀਤਾ। ਆਪਣੇ ਅਖੌਤੀ ਸਤਸੰਗ ਵਿੱਚ ਗੁਰਬਾਣੀ ਦੇ ਅਰਥਾਂ ਦੇ ਅਨਰਥ ਕਰਨੇ ਸ਼ੁਰੂ ਕੀਤੇ। ਇਸ ਦੇ ਗੁਰੂ ਕਾਲ ਦੌਰਾਨ ਹੀ ਮੰਡਲ ਦੀਆਂ ਲਿਖਤਾਂ ਵਿੱਚ ਗੁਰੂ ਸਾਹਿਬਾਨ ਪ੍ਰਤੀ ਘਟੀਆ ਸ਼ਬਦਾਵਲੀ ਵਰਤੀ ਗਈ। ਨਿਰੰਕਾਰੀ ਮੰਡਲ ਵੱਲੋਂ ਪ੍ਰਕਾਸ਼ਿਤ 2 ਕਿਤਾਬਾਂ ਸੰਪੂਰਨ ਅਵਤਾਰ ਬਾਣੀ ਅਤੇ ਯੁੱਗ ਪੁਰਸ਼ ਇਸ ਦੀਆਂ ਮਿਸਾਲਾਂ ਹਨ। ਇਹਨਾਂ ਤੋਂ ਇਲਾਵਾ ਹੋਰ ਵੀ ਕਈ ਛੋਟੇ-ਛੋਟੇ ਕਿਤਾਬਚੇ ਮੰਡਲ ਵੱਲੋਂ ਕਾਵ ਅਤੇ ਵਾਰਤਕ ਰੂਪ ਵਿੱਚ ਪ੍ਰਚਲਿਤ ਕੀਤੇ ਗਏ, ਜਿਨ੍ਹਾਂ ਵਿੱਚ ਗੁਰੂ ਨਾਨਕ ਸਾਹਿਬ ਜੀ, ਬਾਬਾ ਬੁੱਢਾ ਜੀ, ਭਾਈ ਗੁਰਦਾਸ ਜੀ ਪ੍ਰਤੀ ਅਪਮਾਨਜਨਕ ਸ਼ਬਦਾਂ ਦੀ ਵਰਤੋਂ ਕੀਤੀ ਗਈ। ਇਸ ਅਖੌਤੀ ਗੁਰੂ ਨੇ ਸਿੱਖ ਪੰਥ ਖਿਲਾਫ ਖੁੱਲ੍ਹ ਕੇ ਬੋਲਣਾ ਸ਼ੁਰੂ ਕੀਤਾ ਅਤੇ ਮੰਡਲ ਦੇ ਕੁਝ ਪ੍ਰਮੁੱਖ ਵਿਅਕਤੀਆਂ ਨੂੰ ਗੁਰੂ ਸਾਹਿਬ ਅਤੇ ਮਹਾਨ ਗੁਰਸਿੱਖਾਂ ਦੇ ਨਾਵਾਂ ਨਾਲ ਪੁਕਾਰਿਆ ਜਾਣ ਲੱਗਾ। ਡੇਰੇ ਅੰਦਰ ਅਸ਼ਲੀਲਤਾ ਦਾ ਬੋਲਬਾਲਾ ਸੀ। ਜੇ ਚੰਗੀ ਤਰ੍ਹਾਂ ਖੋਜ ਕੀਤੀ ਜਾਵੇ ਤਾਂ ਇਸ ਮੱਤ ਨੂੰ ਅਜੋਕੇ ਯੁੱਧ ਦਾ ਆਧੁਨਿਕ ਵਾਮ ਮਾਰਗ ਕਿਹਾ ਜਾ ਸਕਦਾ ਹੈ। ਇਸ ਸਮੇਂ ਦੌਰਾਨ ਹੀ ਇਸ ਅਖੌਤੀ ਗੁਰੂ ਵੱਲੋਂ ਮਸਤੀ ਵਿੱਚ ਡੁੱਬੇ ਆਪਣੇ ਉਪਾਸਕਾਂ ਨੂੰ ਇਸ ਜੱਗ ਮਿੱਠਾ ਅਗਲਾ ਕਿਸਨੇ ਡਿੱਠਾ ਦਾ ਅਖੌਤੀ ਉਪਦੇਸ਼ ਦਿੱਤਾ। ਇਸ ਅਖੌਤੀ ਗੁਰੂ ਨੇ ਚੰਦੋਆ ਲਗਾ ਕੇ 5 ਪਿਆਰਿਆਂ ਵਾਂਗ 7 ਸਿਤਾਰਿਆਂ ਦੀ ਰਚਨਾ ਕਰਨ ਦਾ ਐਲਾਨ ਕੀਤਾ। 13 ਅਪ੍ਰੈਲ 1978 ਨੂੰ ਇਸਨੇ ਆਪ ਪਾਲਕੀ ਵਿੱਚ ਬੈਠ ਕੇ ਅੰਮ੍ਰਿਤਸਰ ਵਿੱਚ ਜਲੂਸ ਕੱਢਿਆ। ਸਿੱਖਾਂ ਨੇ ਇਸ ਨੂੰ ਰੋਕਣ ਲਈ ਇੱਕ ਸ਼ਾਂਤਮਈ ਜਥਾ ਤੋਰਿਆ। ਅਪ੍ਰੈਲ 1978 ਨੂੰ ਅੰਮ੍ਰਿਤਸਰ ਦੀ ਪਾਵਨ ਧਰਤੀ ਤੇ ਦੁਬਾਰਾ ਫਿਰ ਨਨਕਾਣਾ ਸਾਹਿਬ ਦਾ ਸਾਕਾ ਦੁਹਰਾਇਆ ਗਿਆ। ਸ਼ਾਂਤਮਈ ਤਰੀਕੇ ਨਾਲ ਜਾ ਰਹੇ ਸਿੱਖਾਂ ਨੇ ਇਸ ਸਰਕਾਰੀ ਸ਼ਹਿ ਪ੍ਰਾਪਤ ਨਕਲੀ ਗੁਰੂ ਦੇ ਗੁੰਡਿਆਂ ਨੇ ਗੋਲੀਆਂ ਦੀ ਵਰਖਾ ਕੀਤੀ। 13 ਸਿੰਘਾਂ ਨੇ ਜਾਮੇ ਸ਼ਹਾਦਤ ਪੀਤਾ ਅਤੇ ਇਸ ਕਲਯੁਗੀ ਗੁਰੂ ਸਰਕਾਰ ਦੀ ਮਦਦ ਸਦਕਾ ਦਿੱਲੀ ਆ ਗਿਆ। ਇਸ ਤੋਂ ਬਾਅਦ ਕਾਨਪੁਰ ਵੀ ਅਜਿਹਾ ਕਾਂਡ ਵਾਪਰਿਆ, ਪਰ ਸਰਕਾਰ ਨੇ ਕੰਨ ਤੇ ਜੂੰ ਨਾ ਸਰਕੀ। ਸਮੁੱਚਾ ਸਿੱਖ ਪੰਥ ਇਸ ਘਟਨਾ ਪ੍ਰਤੀ ਰੋਸ ਵਿੱਚ ਡੁੱਬਿਆ ਪਿਆ ਸੀ ਅਤੇ ਇਹ ਕਲਯੁਗੀ ਗੁਰੂ ਰੰਗ ਰਲੀਆਂ ਮਨਾ ਰਿਹਾ ਸੀ। ਸੋ ਉਹਨਾਂ ਨੇ ਇਹਦੇ ਵਿੱਚ ਸਪਸ਼ਟ ਕੀਤਾ ਕਿ ਵੀ ਮਹਾਰਾਜਾ ਰਣਜੀਤ ਸਿੰਘ ਤੋਂ ਬਾਅਦ ਜਿਹੜਾ ਟਾਈਮ ਆਇਆ ਵਾ, ਉਦੋਂ ਮਹੰਤਾਂ ਤੇ ਇਹਨਾਂ ਦਾ ਜ਼ਿਆਦਾ ਰਿਹਾ, ਕਿਉਂਕਿ ਸਾਡੇ ਕੋਲ ਰਾਜ ਚਲ ਗਿਆ ਸਾਡੇ ਜਿਹੜੇ ਹੈਗੇ ਸੀਗੇ ਉਹ ਸਾਡੇ ਜਥੇਦਾਰ ਜਰਨੈਲ ਜੇਲ੍ਹਾਂ ਵਿੱਚ ਬੰਦ ਸੀਗੇ। ਤੇ ਇਹ ਨਿਰੰਕਾਰੀ ਜਿਹੜਾ ਆਇਆ ਸੀਗਾ, ਲਹਿਰ ਜਿਹੜੀ ਆਈ ਸੀ ਬੇਸਿਕਲੀ ਜਿਹੜੀ ਜਿੱਦਾਂ ਆਪਾਂ ਤੁਸੀਂ ਸਿੰਘ ਸਭਾ ਮੂਵਮੈਂਟ ਚੱਲੀ, ਉਹਦੇ ਤਰਜ਼ ਦੇ ਉੱਤੇ ਤੁਸੀਂ ਇਹਦਾ ਕੰਪੈਰੀਜ਼ਨ ਕਰ ਸਕਦੇ ਹੋ ਕਿ ਵੀ ਜਿਹੜੇ ਕਰਮਕਾਂਡ ਹੋਣ ਡੈ ਪਏ ਸੀ, ਆਰਤੀਆਂ ਕਰੀ ਜਾਣੀਆਂ, ਮਤਲਬ ਮੂਰਤੀਆਂ ਰੱਖ ਕੇ ਗੁਰਦੁਆਰਿਆਂ ਦੇ ਵਿੱਚ ਉਹ ਚੀਜ਼ਾਂ ਲੱਗ ਪਏ ਸੀ ਕਰਨ, ਉਹਦਾ ਖੰਡਨ ਵਾਸਤੇ ਆਈ ਸੀ। ਉਹ ਜਦੋਂ ਚੱਲੀ ਆ ਉਦੋਂ ਬਹੁਤ ਵਧੀਆ ਤਰੀਕੇ ਨਾਲ ਚੱਲੀ ਉਸ ਟਾਈਮ ਦੇ ਉੱਤੇ। ਸੋ ਉਹਦਾ ਅੱਜ ਵੀ ਜਿਹੜਾ ਉਹ ਇੱਕ ਜਿਹੜਾ ਉਹਦੇ 2 ਪਾਰਟ ਹੋ ਗਏ ਆ, ਤੇ ਇੱਕ ਜਿਹੜਾ ਉਹ ਜਿਹੜੀ ਚੱਲੀ ਉਹ ਪਾਕਿਸਤਾਨ ਤੋਂ ਚੱਲੀ ਸੀ, ਰਾਵਲਪਿੰਡੀ ਤੋਂ, ਤੇ ਆਪੋ ਚ ਦੀ ਫਾੜ ਕਰਕੇ 2 ਹਿੱਸੇ ਹੋ ਗਏ ਉਹਦੇ। ਇੱਕ ਜਿਹੜਾ ਉਹ ਫਿਰ ਸਰਕਾਰ ਨੇ ਹਾਈਜੈਕ ਕੀਤਾ, ਜਿਹੜਾ ਅਵਤਾਰ ਸਿੰਘ ਗੁਰਬਚਨ ਸਿੰਘ ਵਾਲਾ ਜਿਹੜਾ ਨਿਰੰਕਾਰੀ ਮੰਡਲ ਜਿਹੜਾ ਚੱਲਿਆ, ਉਹ ਇਹਨਾਂ ਨੇ ਹਾਈਜੈਕ ਕੀਤਾ। ਉਹਦੇ ਕੋਲੋਂ ਸਰਕਾਰ ਨੇ ਆਪਣਾ ਜਿਹੜਾ ਸਿੱਖਾਂ ਦੇ ਖਿਲਾਫ ਰੱਜ ਕੇ ਜ਼ਹਿਰ ਉਗਲਾਈ ਤੇ ਪੂਰਾ ਉਹਨੂੰ ਫੰਡਿੰਗ ਪੈਸੇ ਤੱਕ ਉਹਨੂੰ ਦਿੱਤੇ ਇਹਨਾਂ ਚੀਜ਼ਾਂ ਵਾਸਤੇ। ਜਦੋਂ ਸਾਕਾ 78 ਦਾ ਜ਼ਿਕਰ ਆਉਂਦਾ ਵਾ, ਖੁਦ ਉਸ ਸਮੇਂ ਦਾ ਮੁੱਖ ਮੰਤਰੀ ਆਪਣੀ ਗੱਡੀ ਵਿੱਚ ਬਿਠਾ ਕੇ ਉਹਨੂੰ ਪੰਜਾਬ ਤੋਂ ਬਾਹਰ ਛੱਡ ਕੇ ਆਉਂਦਾ ਉਹਨੂੰ। ਇਸ ਸਰਕਾਰ ਨੇ ਕਰਨਾ ਵੀ ਕੀ ਸੀ। ਕਾਜੀ ਨੂਰ ਮੁਹੰਮਦ ਨੇ ਜੋ ਸਾਨੂੰ ਮਾਣ ਪੱਤਰ ਅੱਜ ਤੋਂ ਕੁਝ ਸਮਾਂ ਪਹਿਲਾਂ ਸੱਗ ਕਹਿ ਕੇ ਦਿੱਤਾ ਸੀ, ਆਜ਼ਾਦੀ ਮਿਲਣ ਤੋਂ ਸਿਰਫ 56 ਦਿਨ ਬਾਅਦ ਇਸ ਸਰਕਾਰ ਨੇ ਉਸ ਨੂੰ ਨਵੇਂ ਨਾਮ ਜਰਾਇਮ ਪੇਸ਼ਾ ਅਧੀਨ ਜਾਰੀ ਕਰ ਦਿੱਤਾ ਸੀ। ਇਸ ਅਖੌਤੀ ਲੋਕਤੰਤਰਿਕ ਸਰਕਾਰ ਤੋਂ ਹੋਰ ਆਸ ਵੀ ਕੀ ਰੱਖੀ ਜਾ ਸਕਦੀ ਸੀ। ਇਸ ਗੁਰੂ ਦੇ ਸਮੇਂ ਹੀ ਅਵਤਾਰ ਬਾਣੀ ਨਾਮਕ ਗ੍ਰੰਥ ਦੀ ਰਚਨਾ ਕੀਤੀ ਗਈ ਅਤੇ ਖੁੱਲ੍ਹੇ ਤੌਰ ਤੇ ਨਿਰੰਕਾਰੀ ਸਮਾਗਮਾਂ ਵਿੱਚ ਵੰਡਿਆ ਜਾਣ ਲੱਗਾ। ਇਸ ਗ੍ਰੰਥ ਕਿਤਾਬਚੇ ਦਾ ਪੂਰਾ ਨਾਮ ਸੰਪੂਰਨ ਅਵਤਾਰ ਬਾਣੀ ਹੈ। ਜੋ ਅਪਮਾਨਜਨਕ ਸ਼ਬਦ ਇਸ ਕਿਤਾਬਚੇ ਵਿੱਚ ਗੁਰੂ ਸਾਹਿਬਾਨਾਂ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪ੍ਰਤੀ ਵਰਤੇ ਹਨ, ਉਹਨਾਂ ਨੂੰ ਜਾਣਨਾ ਹਰ ਸਿੱਖ ਲਈ ਬਹੁਤ ਜ਼ਰੂਰੀ ਹੈ, ਕਿਉਂਕਿ ਜੋ ਮਨੁੱਖ ਆਪਣੀਆਂ ਗਲਤੀਆਂ ਤੋਂ ਕੁਝ ਨਹੀਂ ਸਿੱਖਦਾ ਨਹੀਂ, ਉਹ ਹੋਰ ਗਲਤੀਆਂ ਦਾ ਕਾਰਨ ਬਣਦਾ ਹੈ। ਇਸ ਕਿਤਾਬ ਦਾ ਮੁੱਖ ਬੰਦ ਰਾਮ ਸ਼ਰਨ ਵੱਲੋਂ ਲਿਖਿਆ ਹੈ, ਜਿਸ ਨੂੰ ਭਾਈ ਰਾਮ ਸ਼ਰਨ ਬ੍ਰਹਮਲੀਨ ਲਿਖਿਆ ਗਿਆ ਅਤੇ ਮੁੱਖ ਬੰਦ ਵਿੱਚ ਇਹ ਲੇਖਕ ਕਹਿੰਦਾ ਹੈ, ਜੋ ਆਦਿ ਗ੍ਰੰਥ ਵਿੱਚ ਲਿਖਿਆ ਗਿਆ ਹੈ, ਉਦੋਂ ਇਸ ਵਿੱਚ ਲਿਖੀ ਗਈ ਬੋਲੀ ਹੀ ਬੋਲਚਾਲ ਦੀ ਆਮ ਬੋਲੀ ਸੀ। ਪਰ ਅੱਜ ਸਮੇਂ ਦੇ ਪਰਿਵਰਤਨ ਨਾਲ ਭਾਸ਼ਾ ਦੀ ਰੂਪ ਰੇਖਾ ਬਦਲ ਗਈ ਹੈ। ਇਸ ਲਈ ਆਮ ਲੋਕਾਂ ਨੂੰ
ਬ੍ਰਹਮ ਗਿਆਨ ਅਤੇ ਸੱਚਾ ਧਰਮ ਸਮਝਾਉਣ ਲਈ ਸਮੇਂ ਦੇ ਮਹਾਂਪੁਰਸ਼ ਨੇ ਸੰਪੂਰਨ ਅਵਤਾਰ ਬਾਣੀ ਦੀ ਰਚਨਾ ਪ੍ਰਚਲਿਤ ਭਾਸ਼ਾ ਵਿੱਚ ਕਰਕੇ ਜਿੱਥੇ ਸਮੇਂ ਦੀ ਲੋੜ ਨੂੰ ਪੂਰਾ ਕੀਤਾ ਹੈ, ਉੱਥੇ ਜਨ ਸਧਾਰਨ ਉੱਪਰ ਵੀ ਮਹਾਨ ਉਪਕਾਰ ਕੀਤਾ ਹੈ। ਇਸ ਕਿਤਾਬ ਦੇ ਨਾਮ ਅਤੇ ਮੁੱਖ ਬੰਦ ਤੋਂ ਪਾਠਕ ਸਹਿਜੇ ਹੀ ਅੰਦਾਜ਼ਾ ਲਾ ਸਕਦੇ ਹਨ ਕਿ ਇਸ ਨਿਰੰਕਾਰੀ ਮੰਡਲ ਦੇ ਆਗੂਆਂ ਨੂੰ ਕਿੰਨਾ ਕੁ ਗਿਆਨ ਹੈ। ਇੰਨੀ ਨਫ਼ਰਤ ਹੈ ਇਹਨਾਂ ਦੇ ਮਨਾਂ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਕਿ ਇਹਨਾਂ ਨੇ ਆਦ ਗ੍ਰੰਥ ਸਾਹਿਬ ਲਿਖਿਆ ਹੈ, ਨਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ। ਸ਼ਾਇਦ ਇਹਨਾਂ ਵੀਰਾਂ ਨੂੰ ਇਹ ਗਿਆਨ ਨਹੀਂ ਕਿ ਸ੍ਰੀ ਗੁਰੂ ਸਾਹਿਬ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਹਨ। 10ਵੇਂ ਜਾਮੇ ਵਿੱਚ ਗੁਰੂ ਨਾਨਕ ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਰੂਪ ਵਿੱਚ ਆਪਣੀ ਆਤਮਿਕ ਜੋਤ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਰੱਖ ਕੇ ਖਾਲਸਾ ਪੰਥ ਨੂੰ ਹੁਕਮ ਦਿੱਤਾ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਨ ਸੇਵਕ ਮਹਾਨ ਕਵੀ ਭਾਈ ਨੰਦ ਲਾਲ ਜੀ ਆਪਣੇ ਰਹਿਤਨਾਮੇ ਵਿੱਚ ਲਿਖਦੇ ਹਨ ਕਿ ਗੁਰੂ ਜੀ ਨੇ ਸਿੱਖਾਂ ਨੂੰ ਹੁਕਮ ਕੀਤਾ ਹੈ, ਅੱਜ ਤੋਂ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਹਨ। ਆਪ ਫਰਮਾਉਂਦੇ ਹਨ, ਦੂਸਰ ਰੂਪ ਗ੍ਰੰਥ ਜੀ ਜਾਣ, ਉਹ ਕੋ ਅੰਗ ਮੇਰੋ ਕਰਮਾਨ, ਮੇਰਾ ਰੂਪ ਗ੍ਰੰਥ ਜੀ ਜਾਣ, ਇਸਮੇ ਭੇਦ ਨਹੀਂ ਕਿਛ ਜਾਣ। ਰਹਿਤਨਾਮਾ ਭਾਈ ਨੰਦ ਲਾਲ ਜੀ। ਕਿੰਨਾ ਸਤਿਕਾਰ ਦਿੱਤਾ ਹੈ ਦਸ਼ਮੇਸ਼ ਪਿਤਾ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ, ਪਰ ਪਤਾ ਨਹੀਂ ਕਿਉਂ ਇਹਨਾਂ ਵੀਰਾਂ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਕਹਿੰਦਿਆਂ ਸ਼ਰਮ ਆਉਂਦੀ ਹੈ। ਦੂਸਰੀ ਗੱਲ ਜੋ ਇਸ ਮੁੱਖ ਬੰਦ ਦੇ ਲੇਖਕ ਨੇ ਲਿਖੀ ਹੈ ਉਹ ਇਹ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਭਾਸ਼ਾ ਸਮਝ ਤੋਂ ਬਾਹਰ ਹੈ। ਬੜੀ ਅਜੀਬ ਗੱਲ ਹੈ ਕਿ ਜਿਸ ਮਹਾਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਰੇ ਵਿਸ਼ਵ ਪ੍ਰਸਿੱਧ ਇਤਿਹਾਸਕਾਰਾਂ ਨੇ ਲਿਖਿਆ ਹੈ ਕਿ ਜੋ ਕਿਤੇ ਸਾਰਾ ਸੰਸਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨ ਕੇ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਦਾ ਸਿਧਾਂਤ ਅਪਣਾ ਲਵੇ ਤਾਂ ਸਾਰੇ ਸੰਸਾਰ ਦੀ ਬੇਰੁਜ਼ਗਾਰੀ, ਝਗੜਿਆਂ ਆਦਿ ਦਾ ਅੰਤ ਹੋ ਜਾਵੇਗਾ। ਪਰ ਉਹ ਮਹਾਨ ਗੁਰੂ ਗ੍ਰੰਥ ਸਾਹਿਬ ਦੀ ਭਾਸ਼ਾ ਇਹਨਾਂ ਵੀਰਾਂ ਦੀ ਸਮਝ ਤੋਂ ਬਾਹਰ ਹੈ। ਪੁਰਾਤਨ ਸਮਿਆਂ ਵਿੱਚ ਕਈ ਵੇਦ ਗ੍ਰੰਥ ਸ਼ਾਸਤਰ ਹਿੰਦੁਸਤਾਨ ਦੇ ਅੰਦਰ ਰਚੇ ਗਏ। ਕੁਰਾਨ, ਬਾਈਬਲ ਹਿੰਦੁਸਤਾਨ ਤੋਂ ਬਾਹਰ ਰਚੀਆਂ ਗਈਆਂ, ਪਰ ਸਾਰੇ ਵਿਸ਼ਵ ਅੰਦਰ ਕੋਈ ਅਜਿਹਾ ਗ੍ਰੰਥ ਨਹੀਂ ਜੋ ਗੁਰੂ ਗ੍ਰੰਥ ਸਾਹਿਬ ਜਿੰਨੀ ਅਧਿਆਤਮਕ ਅਹਿਮੀਅਤ ਰੱਖਦਾ ਹੋਵੇ ਜਾਂ ਕੋਈ ਗੁਰੂ ਪਦ ਦਾ ਅਧਿਕਾਰੀ ਹੋਵੇ। ਸਭ ਤੋਂ ਵੱਡੀ ਗੱਲ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰੂਹਾਨੀਅਤ ਦਾ ਇਹ ਸੰਦੇਸ਼ ਬਿਨਾਂ ਕਿਸੇ ਜਾਤੀ ਵਿਤਕਰੇ ਦੇ ਦਰਜ ਹੈ। ਇਸ ਮਹਾਨ ਗੁਰੂ ਗ੍ਰੰਥ ਸਾਹਿਬ ਵਿੱਚ ਪ੍ਰਮੁੱਖ ਭਾਰਤੀ ਬੋਲੀਆਂ ਤੋਂ ਇਲਾਵਾ ਗੈਰ ਭਾਰਤੀ ਬੋਲੀਆਂ ਅਰਬੀ, ਫਾਰਸੀ ਆਦਿ ਵੀ ਸ਼ਾਮਲ ਹਨ। ਪ੍ਰਸਿੱਧ ਅੰਗਰੇਜ਼ੀ ਵਿਦਵਾਨ ਮੇਜਰ ਜਾਂ ਸਮਥਿੰਗ ਮੇਜਰ ਜਾਂ ਮੰਮੇ ਨੂੰ ਸਿਹਾਰੀ ਲਿਖੀ ਗਾੜੀ ਬਿੰਦੀ ਪਾਈ ਅੱਗੇ ਪਤਾ ਨਹੀਂ ਕੀ ਪੂਰਾ ਟਿਆਨਬੀ ਟਿਆਨਬੀ ਲਿਖਦਾ ਹੈ ਕਿ ਅੱਛਾ ਡੋਟ ਆ ਉਹ ਮੈਂ ਉਹਦੇ ਉੱਦਾਂ ਪੜ੍ਹ ਰਿਹਾ, ਪਤਾ ਨਹੀਂ ਮੇਜਰ ਟਿਆਨਬੀ ਜੇ ਜਾਂ ਕੀ ਆ, ਸੋ ਉਹ ਮੈਨੂੰ ਨਹੀਂ ਜੇ ਪਤਾ ਇਸ ਚੀਜ਼ ਦਾ। ਲਿਖਦਾ ਹੈ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਭਾਰਤੀ ਬੋਲੀਆਂ ਦਾ ਖਜ਼ਾਨਾ ਹੈ। ਅਵਤਾਰ ਬਾਣੀ ਦੇ ਮੁੱਖ ਬੰਦ ਦੇ ਲੇਖਕ ਨੇ ਇਸ ਨੂੰ ਬ੍ਰਹਮ ਗਿਆਨ ਦੀ ਬਾਣੀ ਕਿਹਾ ਹੈ। ਪਰ ਕੀ ਇਹ ਵੀਰ ਇਹ ਗੱਲ ਦੱਸ ਸਕਦੇ ਹਨ ਕਿ ਇਸ ਬ੍ਰਾਹਮਣ ਬਾਣੀ ਵਿੱਚ ਕਿਹੜਾ ਅਧਿਆਤਮਕ ਉਪਦੇਸ਼ ਹੈ? ਇਸ ਅਖੌਤੀ ਬਾਣੀ ਦੀਆਂ ਕੁਝ ਸਤਰਾਂ ਪਾਠਕਾਂ ਦੀ ਪੇਸ਼ੇ ਖਿਦਮਤ ਹਨ। ਜਗਤ ਮਾਤਾ ਨੇ ਜਗਤ ਨੂੰ ਕਿਹਾ ਅੰਤ ਪੁਕਾਰ, ਗੁਰਬਚਨ ਗੁਰੂ ਹੈ ਜਗਤ ਦਾ ਆਪੇ ਹੈ ਅਵਤਾਰ। ਧੰਨ ਆਖੋ ਜਗਤ ਮਾਂ ਜਿਸ ਜਾਇਆ ਦਿਆਲ, ਨਿਰਗੁਣ ਸਰਗੁਣ ਆਪ ਹੈ ਹਰਦਮ ਰਹਿੰਦਾ ਨਾਲ। ਅਵਤਾਰ ਬਾਣੀ ਪੰਨਾ 1। ਇਸ ਮੰਗਲਾਚਰਨ ਵਿੱਚ ਅਵਤਾਰ ਸਿੰਘ ਦੀ ਪਤਨੀ ਅਤੇ ਗੁਰਬਚਨ ਸਿੰਘ ਦੀ ਮਾਤਾ ਨੂੰ ਜਗਤ ਮਾਤਾ ਕਿਹਾ ਗਿਆ, ਪਰ ਸਮਝ ਇਹ ਨਹੀਂ ਆਉਂਦੀ ਕਿ ਇਸ ਜਗਤ ਮਾਤਾ ਨੇ ਸੰਸਾਰ ਨੂੰ ਕਿਹੜਾ ਆਤਮਿਕ ਉਪਦੇਸ਼ ਦਿੱਤਾ ਹੈ, ਕੋਈ ਤਿਆਗ ਕੀਤਾ ਹੈ ਜਾਂ ਕੋਈ ਬਲੀਦਾਨ ਦਿੱਤਾ ਹੈ। ਦੇਸ਼ ਦੀ, ਕੌਮ ਦੀ, ਧਰਮ ਦੀ ਰੱਖਿਆ ਵਾਸਤੇ ਕੋਈ ਔਂਕੜ ਸਹੀ ਹੈ ਇਸਨੇ? ਅਖੌਤੀ ਅਵਤਾਰ ਬਾਣੀ ਦੇ ਰਚਨਹਾਰਿਓ, ਕਿਤੇ ਗੁਰੂ ਨਾਨਕ ਦੇ ਨਿਰਮਲ ਪੰਥ ਦੇ ਇਤਿਹਾਸ ਵੱਲ ਗੌਰ ਨਾਲ ਤੱਕੋ। ਕਿਤੇ ਮਾਤਾ ਖੀਵੀ ਸੰਗਤ ਲਈ ਲੰਗਰ ਤਿਆਰ ਕਰਦੀ ਨਜ਼ਰ ਆਵੇਗੀ, ਕਿਤੇ ਮਾਤਾ ਭਾਨੀ ਗੁਰੂ ਘਰ ਦੀ ਸੇਵਾ ਕਰ ਰਹੀ ਨਜ਼ਰ ਆਵੇਗੀ, ਕਿਤੇ ਮਾਤਾ ਸੁੰਦਰ ਕੌਰ ਅੰਮ੍ਰਿਤ ਦਾ ਬਾਟਾ ਤਿਆਰ ਕਰਵਾ ਰਹੀ ਹੈ, ਕਿਤੇ ਬਿਰਧ ਮਾਤਾ ਗੁਜਰੀ ਛੋਟੇ ਛੋਟੇ ਲਾਲਾਂ ਨੂੰ ਜਾਮੇ ਸ਼ਹਾਦਤ ਪੀਣ ਵਾਸਤੇ ਤੋਰ ਰਹੀ ਹੈ, ਅਤੇ ਕਿਤੇ ਮਾਈ ਭਾਗੋ ਹੱਥ ਵਿੱਚ ਨੇਜਾ ਫੜ ਕੇ ਮੈਦਾਨੇ ਜੰਗ ਵਿੱਚ ਵੈਰੀਆਂ ਨਾਲ ਜੂਝ ਰਹੀ ਹੈ। ਪਰ ਇਸ ਮਾਤਾ ਨੇ ਪਤਾ ਨਹੀਂ ਕਿਹੜਾ ਪਰਉਪਕਾਰ ਕੀਤਾ ਹੈ। ਹਾਂ, ਇੰਨਾ ਜ਼ਰੂਰ ਕੀਤਾ ਹੈ ਕਿ ਜਗਤ ਨੂੰ ਇਹ ਸੋਝੀ ਜ਼ਰੂਰ ਦਿੱਤੀ ਕਿ ਜਗਤ ਗੁਰੂ ਗੁਰਬਚਨ ਹੈ, ਪਰ ਨਾਲ ਹੀ ਆਪਣੇ ਪੁੱਤਰ ਦੀ ਤੁਲਨਾ ਨਿਰਗੁਣ ਸਰਗੁਣ ਨਿਰੰਕਾਰ ਸਰਾਕਾਰ ਅਜੂਨੀ ਅਕਾਲ ਪੁਰਖ ਨਾਲ ਕੀਤੀ ਹੈ। ਪਰ ਮੇਰੇ ਗੁਰਦੇਵ ਪਾਤਸ਼ਾਹ ਦਾ ਫਰਮਾਨ ਹੈ, ਸਰਗੁਣ ਨਿਰਗੁਣ ਥਾਪੇ ਨਾਉ, ਦੋਹੇ ਮਿਲ ਏਕੇ ਕੀਨੋ ਠਾਓ। ਸ੍ਰੀ ਗੁਰੂ ਗ੍ਰੰਥ ਸਾਹਿਬ। ਅਰਥਾਤ
ਸਰਗੁਣ ਨਿਰਗੁਣ ਦੋਵੇਂ ਹੀ ਅਕਾਲ ਪੁਰਖ ਅਜੂਨੀ ਦੇ ਰੂਪ ਹਨ, ਅਤੇ ਜੋ ਦੇਹ ਨੂੰ ਨਿਰਗੁਣ ਸਰਗੁਣ ਅਕਾਲ ਪੁਰਖ ਦੱਸਦਾ ਹੈ, ਉਸ ਬਾਰੇ ਗੁਰੂ ਜੀ ਦਾ ਫਰਮਾਨ ਹੈ, ਜੋ ਮੁਖ ਉਜਲੋ ਚਿਤ ਕਹਿਓ ਠਾਕੁਰ ਜੋਨੀ। ਅਕਾਲ ਪੁਰਖ ਜੋ ਕਿ ਸਭ ਦਾ ਚਰਨਹਾਰ ਨਿਰਗੁਣ ਸਰਗੁਣ ਬ੍ਰਹਮ ਹੈ ਦੀ ਉਪਾਸਨਾ ਛੱਡ ਕੇ ਆਪਣੇ ਆਪ ਨੂੰ ਬ੍ਰਹਮ ਦੱਸਿਆ ਜਾ ਰਿਹਾ ਹੈ। ਨਿਰੰਕਾਰੀ ਅਖਾਉਣ ਵਾਲੇ ਗੁਰਮਤ ਤੋਂ ਅਣਜਾਣ ਇਹ ਭਾਈ ਸ਼ਾਇਦ ਇਹ ਨਹੀਂ ਜਾਣਦੇ ਕਿ ਨਿਰੰਕਾਰ ਆਕਾਰ ਤੋਂ ਰਹਿਤ ਹੈ। ਦਸਮ ਪਾਤਸ਼ਾਹ ਦਾ ਪਾਵਨ ਫਰਮਾਨ ਹੈ, ਚੱਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਿਣ ਜਿਹ, ਰੂਪ ਰੰਗ ਅਰ ਰੇਖ ਪੇਕ ਕਉ ਕਹਿ ਨ ਸਕਤ ਕਿਹ। ਜਾਪ ਸਾਹਿਬ ਪਾਤਸ਼ਾਹੀ 10ਵੀਂ। ਇਸ ਤੋਂ ਅੱਗੇ ਜਾ ਕੇ ਸਫਾ 37 ਉੱਪਰ ਇਹ ਚਰਨਹਾਰੇ ਲਿਖਦੇ ਹਨ ਕਿ ਗਲੇ ਸੜੇ ਨਾ ਪਾਣੀ ਡੋਬੇ, ਦਾਤ ਅਨੋਖੀ ਪਾ ਲਈਏ, ਅਵਤਾਰ ਦੇ ਚਰਨੀ ਲੱਗ ਕੇ ਆਵਣ ਜਾਣ ਮੁਕਾ ਲਈਏ। ਅਵਤਾਰ ਬਾਣੀ ਪੰਨਾ 37 ਕਾਵਬੰਦ 76। ਕਿੰਨਾ ਵਧੀਆ ਪਖੰਡ ਰਚਿਆ ਹੈ ਇਹਨਾਂ ਕਲਯੁਗੀ ਗੁਰੂਆਂ ਨੇ ਕਲਯੁਗੀ ਜੀਵਾਂ ਨੂੰ ਮੁਕਤ ਕਰਨ ਦਾ। ਸ਼ਾਇਦ ਇਹ ਅਖੌਤੀ ਗੁਰੂ ਇਸ ਗੱਲ ਤੋਂ ਅਣਜਾਣ ਹਨ ਕਿ ਦੇਹ ਬਿਨਸਯੋਗ ਹੈ, ਸ਼ਬਦ ਸਦੀਵੀ ਅਟਲ ਹੈ, ਦੇਹ ਕਿਸੇ ਭਵਜਲ ਤੋਂ ਪਾਰ ਨਹੀਂ ਲੰਘ ਸਕਦੀ ਹੈ। ਜਿਸ ਮਨੁੱਖ ਨੇ ਆਤਮਿਕ ਸ਼ਾਂਤੀ ਪ੍ਰਾਪਤ ਕਰਨੀ, ਉਸ ਨੂੰ ਸ਼ਬਦ ਗੁਰੂ ਦਾ ਆਸਰਾ ਲੈ ਕੇ ਅਕਾਲ ਪੁਰਖ ਨਾਲ ਜੁੜਨਾ ਪਵੇਗਾ। ਜੋ ਸੰਗਤਾਂ ਨੂੰ ਸ਼ਬਦ ਦਾ ਆਸਰਾ ਲੈ ਕੇ ਦੇਹ ਨਾਲ ਜੋੜਦੇ ਹਨ, ਉਹ ਧੋਖੇਬਾਜ਼ ਫਰੇਬੀ ਹਨ। ਗੁਰੂਦੇਵ ਪਾਤਸ਼ਾਹ ਫਰਮਾਉਂਦੇ ਹਨ ਕਿ ਮੈਂ ਉਸ ਗੁਰੂ ਸ਼ਬਦ ਦੇ ਬਲਿਹਾਰ ਜਾਂਦਾ ਹਾਂ ਜੋ ਆਪ ਮੁਕਤ ਅਤੇ ਮੁਕਤੀ ਦਾਤਾ ਹੈ। ਗੁਰੂ ਪਾਤਸ਼ਾਹ ਦਾ ਫਰਮਾਨ ਹੈ, ਐਸੇ ਗੁਰੂ ਕੋ ਬਲ ਬਲ ਜਾਈਏ, ਆਪ ਮੁਕਤ ਮੋਹਿ ਤਾਰੇ। ਗੁਰੂ ਗ੍ਰੰਥ ਸਾਹਿਬ ਜੀ। ਜਿਹੜੇ ਦੇਹ ਦੀ ਪੂਜਾ ਕਰਦੇ ਹਨ ਉਹ ਮੁਕਤ ਕਿਵੇਂ ਹੋ ਸਕਦੇ ਹਨ, ਕਿਉਂਕਿ ਦੇਹ ਤਾਂ ਖੁਦ ਬਿਨਸਣਯੋਗ ਹੈ। ਨੌਵੇਂ ਪਾਤਸ਼ਾਹ ਦਾ ਫਰਮਾਨ ਹੈ, ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ। ਗੁਰੂ ਗ੍ਰੰਥ ਸਾਹਿਬ। ਜਿਹੜੇ ਆਪ ਵਿਸ਼ੇ ਵਿਕਾਰਾਂ ਤ੍ਰਿਸ਼ਨਾ ਵਾਸਨਾ ਤੇ ਸਮੁੰਦਰਾਂ ਵਿੱਚ ਡੁੱਬੇ ਹੋਏ ਹਨ, ਉਹ ਕਿਸੇ ਨੂੰ ਕੀ ਮੁਕਤ ਕਰ ਸਕਦੇ ਹਨ, ਸਗੋਂ ਉਹਨਾਂ ਦੇ ਚਰਨੀ ਲੱਗਣ ਵਾਲੇ ਮਨੁੱਖ ਅਗਿਆਨ ਹਨ। ਦਸਮ ਪਿਤਾ ਦਾ ਪਾਵਨ ਫਰਮਾਨ ਹੈ, ਕੈਸੇ ਤਹਿ ਤਾਰ ਹੈ ਸੁਨ ਜੜ ਆਪ ਡੋਬਿਓ ਭਵ ਸਾਗਰ। ਸ਼ਬਦ ਹਜ਼ਾਰੇ ਪਾਤਸ਼ਾਹੀ 10ਵੀਂ। ਇਸ ਅਖੌਤੀ ਰੂਹਾਨੀ ਅਵਤਾਰ ਬਾਣੀ ਦੇ ਚਰਨਹਾਰੇ ਨੇ ਇਸ ਕਿਤਾਬ ਦੇ ਪੰਨਾ 43 ਦੇ ਕਾਵਬੰਦ ਨੰਬਰ 89 ਵਿੱਚ ਤਾਂ ਕਮਾਲ ਹੀ ਕਰ ਛੱਡੀ ਹੈ। ਆਪਣੀ ਮੂਰਖਤਾ ਨੂੰ ਦਰਸਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ। ਪਤਾ ਨਹੀਂ ਕਿਸ ਅਗੰਮੀ ਅੰਬਰ ਦੀਆਂ ਉਚਾਰੀਆਂ ਉੱਪਰ ਬੈਠ ਕੇ ਇਹ ਬਾਣੀ ਰਚੀ ਹੈ ਕਿ ਇਹਨਾਂ ਨੂੰ ਗੁਰੂ ਨਾਨਕ ਸਾਹਿਬ ਜੀ ਦੀ ਮਹਾਨ ਸ਼ਖਸੀਅਤ ਵੀ ਨਜ਼ਰ ਨਾ ਆਈ। ਆਪਣੀ ਮੂਰਖਤਾ ਦਾ ਪ੍ਰਗਟਾਵਾ ਇਸ ਕਲਯੁਗੀ ਗੁਰੂ ਨੇ ਬੜੇ ਹੀ ਸੁੰਦਰ ਢੰਗ ਨਾਲ ਕੀਤਾ ਹੈ। ਜਿੰਨੇ ਵੀ ਗੁਜਰੇ ਅੱਜ ਤੱਕ ਆਪਣਾ ਆਪ ਨਾ ਪਾ ਸਕੇ, ਰਾਮ ਕ੍ਰਿਸ਼ਨ ਤੇ ਨਾਨਕ ਵਰਗੇ ਖੁਦ ਨਾ ਪਰਦਾ ਲਾ ਸਕੇ। ਅਵਤਾਰ ਕਹੇ ਪਰ ਅੰਨੀ ਦੁਨੀਆ ਐਵੇਂ ਪਾਉਂਦੀ ਸ਼ੋਰ ਰਹੀ। ਅਵਤਾਰ ਬਾਣੀ ਪੰਨਾ 43। ਇਸ ਰੂਹਾਨੀਅਤ ਭਰੀ ਅਵਤਾਰ ਬਾਣੀ ਦਾ ਚਰਨਹਾਰਾ ਬੜੇ ਫਕਰ ਨਾਲ ਗੱਲ ਲਿਖ ਰਿਹਾ ਹੈ ਕਿ ਜਿੰਨੇ ਵੀ ਹੋ ਗੁਜਰੇ ਅੱਜ ਤੱਕ, ਅਰਥਾਤ ਸਾਰੇ ਵਲੀ ਪੀਰ ਪੈਗੰਬਰ ਗੁਰੂ ਸਥਿਰ ਨਹੀਂ ਰਹੇ। ਪਰ ਜਰਾ ਸੋਚੋ ਕਿ ਇਹ ਸਦਾ ਸਥਿਰ ਰਿਹਾ ਜਾਂ ਇਸ ਦੀ ਦੇਹ ਬਿਨਸਣਯੋਗ ਨਹੀਂ ਹੈ। ਇਹ ਤਾਂ ਅਕਾਲ ਪੁਰਖ ਦਾ ਹੁਕਮ ਹੈ ਕਿ ਜੋ ਉਪਜਿਆ ਹੈ ਉਸਨੇ ਖਤਮ ਹੋਣਾ ਹੈ। ਪਰ ਵਿਦਵਾਨ ਵੀਰ ਸ਼ਾਇਦ ਇਹ ਨਹੀਂ ਜਾਣਦੇ ਕਿ ਸਿੱਖ ਪੰਥ ਦੇਹ ਦਾ ਉਪਾਸ਼ਕ ਨਹੀਂ ਹੈ, ਸਗੋਂ ਸ਼ਬਦ ਗੁਰੂ ਤੇ ਟੇਕ ਰੱਖ ਕੇ ਅਕਾਲ ਪੁਰਖ ਨਾਲ ਜੁੜਦਾ ਹੈ। ਦੇਹ ਦੇ ਪੁਜਾਰੀ ਤਾਂ ਮੇਰੇ ਵੀਰੋ ਤੁਸੀਂ ਹੋ, ਜੋ ਅੰਧ ਵਿਸ਼ਵਾਸੀ ਭਾਰਤੀ ਲੋਕਾਂ ਨੂੰ ਆਪਣੀਆਂ ਬਿਨਸਣਹਾਰ ਦੇਹਾਂ ਨਾਲ ਜੋੜਦੇ ਹੋ। ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਸਾਹਿਬ ਨੇ ਸ਼ਬਦ ਨੂੰ ਹੀ ਗੁਰੂ ਕਿਹਾ ਹੈ। ਜਿਹੜਾ ਲਫ਼ਜ਼ ਹੋ ਗੁਜਰੇ ਮੇਰੇ ਵੀਰਾਂ ਨੇ ਗੁਰੂ ਪਾਤਸ਼ਾਹ ਬਾਰੇ ਲਿਖਿਆ ਹੈ, ਉਹ ਉਹਨਾਂ ਲਈ ਜਾਇਜ਼ ਹੈ ਜੋ ਦੇਹ ਦੀ ਪੂਜਾ ਕਰਦੇ ਹਨ। ਸਿੱਖ ਪੰਥ ਦੇ ਜਾਗਤ ਜੋਤ ਗੁਰੂ ਪ੍ਰਗਟ ਗੁਰਾਂ ਕੀ ਦੇਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਜੁਗੋ ਜੁਗ ਅਟਲ ਹਨ। ਗੁਰੂ ਨਾਨਕ ਸਾਹਿਬ ਜੀ ਦਾ ਫਰਮਾਨ ਹੈ, ਪਵਨ ਆਰੰਭ ਸਤਿਗੁਰੂ ਮਤ ਵੇਲਾ, ਸ਼ਬਦ ਗੁਰੂ ਸੁਰਤ ਤੋਂ ਨਚੇਲਾ। ਗੁਰੂ ਨਾਨਕ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਭਾਵੇਂ ਦੇਹਧਾਰੀ ਗੁਰੂ ਦੀ ਪਰੰਪਰਾ ਸੀ, ਪਰ ਸਤਿਗੁਰਾਂ ਨੇ ਦੇਹ ਦੀ ਪੂਜਾ ਦਾ ਪ੍ਰਚਾਰ ਨਹੀਂ ਕੀਤਾ, ਸਗੋਂ ਸੰਗਤਾਂ ਨੂੰ ਸ਼ਬਦ ਗੁਰੂ ਨੂੰ ਹੀ ਅਕਾਲ ਪੁਰਖ ਦੀ ਪ੍ਰਾਪਤੀ ਦਾ ਸਾਧਨ ਦੱਸਿਆ। ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਪਦ ਬਖਸ਼ ਕੇ ਦੇਹਧਾਰੀ ਗੁਰੂ ਪਰੰਪਰਾ ਨੂੰ ਹਮੇਸ਼ਾ ਲਈ ਖਤਮ ਕਰ ਦਿੱਤਾ। ਪਰ ਗੁਰੂ ਸਮੱਤ ਬਖਸ਼ੇ ਕਿੰਨੇ ਅਣਜਾਣ ਹਨ ਇਹ ਅਖੌਤੀ ਗੁਰੂ ਅਤੇ ਉਹ ਲੋਕ ਜੋ ਇਹਨਾਂ ਦੇਹਧਾਰੀਆਂ ਨੂੰ ਜਾ ਕੇ ਮੱਥਾ ਟੇਕਦੇ ਹਨ। ਗੁਰੂ ਪਾਤਸ਼ਾਹ ਦਾ ਫਰਮਾਨ ਹੈ, ਸ਼ਬਦ ਗੁਰ ਪੀਰਾ ਗਹਿਰ ਗੰਭੀਰਾ, ਬਿਨ ਸ਼ਬਦੇ ਜਗ ਬੋਰਨ।
ਰਾਗ ਸੋਰਠ ਮਹੱਲਾ ਪਹਿਲਾ ਪੰਨਾ 634। ਅਗਲੀ ਸਤਰ ਵਿੱਚ ਇਸ ਬਾਣੀ ਦੇ ਰਚਨਹਾਰੇ ਅਖੌਤੀ ਗੁਰੂ ਨੇ ਰਾਮ ਕ੍ਰਿਸ਼ਨ ਅਤੇ ਗੁਰੂ ਨਾਨਕ ਸਾਹਿਬ ਜੀ ਨੂੰ ਇੱਕ ਸਮਾਨ ਦਰਜਾ ਦਿੱਤਾ ਹੈ ਅਤੇ ਲਿਖਿਆ, ਨਾਨਕ ਵਰਗੇ ਆਪਣਾ ਪਰਦਾ ਨਾ ਲਾ ਸਕੇ, ਲੋਕਾਂ ਦਾ ਤਾਂ ਕੀ ਉਧਾਰ ਕਰਨਾ ਸੀ। ਸਦਕੇ ਜਾਈਏ ਅਜਿਹੇ ਇਹ ਵਿਦਵਾਨ ਭਾਈ ਦੇ। ਕਿੰਨੀ ਮੂਰਖਤਾਈ ਨਾਲ ਇਸਨੇ ਆਪਣੇ ਆਪ ਨੂੰ ਉੱਚਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਪਰ ਇੱਥੇ ਸਭ ਤੋਂ ਪਹਿਲਾਂ ਇਹ ਗੱਲ ਸਮਝਣੀ ਜ਼ਰੂਰੀ ਹੈ ਕਿ ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਗ੍ਰੰਥ ਸਾਹਿਬ ਵਿੱਚ ਹੋਰ ਕਿਰਤਮਨਾਮਾਂ ਦੀ ਤਰ੍ਹਾਂ ਰਾਮ ਕ੍ਰਿਸ਼ਨ ਆਦਿ ਦੀ ਵਰਤੋਂ ਕੀਤੀ ਗਈ ਹੈ, ਪਰ ਖਾਲਸਾ ਪੰਥ ਵਿੱਚ ਕਿਸੇ ਤਰ੍ਹਾਂ ਦੇ ਅਖੌਤੀ ਦੇਵੀ ਦੇਵਤੇ ਦੀ ਪੂਜਾ ਦਾ ਵਿਧਾਨ ਨਹੀਂ ਹੈ। ਪੰਥਕ ਧਰਮ ਭਾਵੇਂ ਕਿਸੇ ਵਲੀ ਪੀਰ ਦੇਵਤੇ ਦੀ ਨਿੰਦਿਆ ਨਹੀਂ ਕਰਦਾ, ਪਰ ਇਸ਼ਟ ਸਿਰਫ ਅਕਾਲ ਪੁਰਖ ਜੀ ਨੂੰ ਹੀ ਮੰਨਦਾ ਹੈ। ਭਾਵੇਂ ਕਿ ਹਿੰਦੂ ਮਤ ਇਹਨਾਂ ਦੀ ਹੋਂਦ ਦੀ ਮਿੱਥ ਪ੍ਰਗਟ ਕਰਦਾ ਹੈ, ਪਰ ਸਿੱਖ ਪੰਥ ਵਿੱਚ ਇਹਨਾਂ ਦੀ ਉਪਾਸਨਾ ਦਾ ਕੋਈ ਵਿਧਾਨ ਨਹੀਂ ਹੈ। ਗੁਰੂ ਦਸਮ ਪਿਤਾ ਦਾ ਫਰਮਾਨ ਹੈ, ਬਿਨ ਕਰਤਾਰ ਨਾ ਕਿਰਤਮ ਨਾ ਮਾਨੋ, ਆਦ ਅਜੋਨ ਅਜੇ ਅਬਿਨਾਸੀ, ਤੇਹ ਪਰਮੇਸ਼ਰ ਜਾਨੋ। ਸ਼ਬਦ ਹਜ਼ਾਰੇ ਪਾਤਸ਼ਾਹੀ ਦਸਵੀਂ। ਜੋ ਇਸ ਅਖੌਤੀ ਮਹਾਂਪੁਰਖ ਨੇ ਰਾਮ ਕ੍ਰਿਸ਼ਨ ਹੋਰ ਪੀਰਾਂ ਫਕੀਰਾਂ ਦੀ ਗੁਰੂ ਨਾਨਕ ਸਾਹਿਬ ਜੀ ਨਾਲ ਸਮਾਨਤਾ ਤੁਲਨਾ ਕੀਤੀ ਹੈ, ਨਿਰਮੂਲ ਹੈ। ਕਿਸੇ ਹੋਰ ਧਰਮ ਦੇ ਨਾਮ ਤਰੀਕੇ ਦੇਵਤੇ ਰਾਮ ਕ੍ਰਿਸ਼ਨ ਤਾਂ ਸੰਸਾਰ ਮਾਰਗ ਤੋਂ ਜਾ ਚੁੱਕੇ ਹਨ, ਪਰ ਗੁਰੂ ਨਾਨਕ ਦੇ ਪੰਥ ਦੇ ਅਨੁਯਾਈ ਦਾ ਰਾਮ ਸਦੀਵੀ ਸੱਚ ਅਤੇ ਅਟਲ ਹੈ। ਉਹ ਪਰਮੇਸ਼ਰ ਅਜੂਨੀ ਅਤੇ ਅਕਾਲ ਪੁਰਖ ਹੈ। ਉਸਦਾ ਸਭ ਤੋਂ ਅਣਹੋਣੀ ਗੱਲ ਜੋ ਇਸ ਅਖੌਤੀ ਵਿਚਾਰਵਾਨਾਂ ਵੀਰਾਂ ਨੇ ਲਿਖੀ ਹੈ ਕਿ ਨਾਨਕ ਤੱਕ ਵੀ ਆਪਣਾ ਪਰਦਾ ਨਾ ਲਾ ਸਕੇ। ਕਿੰਨੀ ਅਜੀਬ ਗੱਲ ਹੈ ਕਿ ਜਿਸ ਰਹਿਨੁਮਾ ਬਾਰੇ ਅਜਿਹੀ ਗੱਲ ਲਿਖੀ ਹੈ, ਉਹਨਾਂ ਵਰਗਾ ਮਹਾਨ ਕ੍ਰਾਂਤੀਕਾਰੀ ਆਗੂ, ਵਿਚਾਰਵਾਨ, ਸਮਾਜ ਸੁਧਾਰਕ ਅਤੇ ਉਹਨਾਂ ਜਿਹੀ ਦਇਆਵਾਨ ਹਸਤੀ ਸ਼ਾਇਦ ਕਦੀ ਦੁਨੀਆ ਵਿੱਚ ਪੈਦਾ ਹੋਵੇਗੀ। ਅੱਜ ਕੱਲ੍ਹ ਦੇ ਗੁਰੂ ਤਾਂ ਪੈਸੇ ਕਮਾਉਣ ਅਤੇ ਸਾਧ ਸੰਗਤ ਦੀ ਕਮਾਈ ਤੇ ਐਸ਼ ਕਰਨ ਵਿਦੇਸ਼ ਜਾਂਦੇ ਹਨ, ਪਰ ਮੇਰੇ ਗੁਰਦੇਵ ਪਿਤਾ ਨੇ ਸੰਸਾਰਕ ਜੀਵਾਂ ਦੇ ਉਧਾਰੇ ਵਾਸਤੇ ਪ੍ਰਚਾਰ ਦੌਰੇ ਕੀਤੇ। ਆਪ ਜੀ ਦੇ ਅਣਥੱਕ ਮਿਹਨਤ ਅਤੇ ਪ੍ਰਚਾਰਕ ਦੌਰਿਆਂ ਜਾਂ ਉਦਾਸੀਆਂ ਦੀ ਸਫਲਤਾ ਸਦਕਾ ਹਰ ਮਾਈ ਭਾਈ ਤੇ ਮੁਖਾਰ ਬਿੰਦ ਵਿੱਚੋਂ ਸੁਭਾਵਿਕ ਹੀ ਨਿਕਲਦਾ ਹੈ, ਧੰਨ ਨਾਨਕ ਤੇਰੀ ਵੱਡੀ ਕਮਾਈ। ਹਿੰਦੁਸਤਾਨ ਦੇ ਇਤਿਹਾਸ ਵਿੱਚ ਗੁਰੂ ਨਾਨਕ ਸਾਹਿਬ ਜੀ ਤੋਂ ਪਹਿਲਾਂ ਕੋਈ ਅਜਿਹਾ ਮਹਾਂਪੁਰਸ਼ ਨਹੀਂ ਜਿਸ ਨੇ ਕਿਸੇ ਬਾਹਰੀ ਹਮਲਾਵਰ ਬਾਬਰ ਵਰਗੇ ਨੂੰ ਜਾਬਰ ਕਿਹਾ ਹੋਵੇ। ਸੋ ਅਜਿਹੇ ਮਹਾਨ ਯੁੱਗ ਪੁਰਸ਼ ਕ੍ਰਾਂਤੀਕਾਰੀ ਦੇ ਸੰਬੰਧ ਵਿੱਚ ਅਜਿਹਾ ਲਿਖ ਦੇਣਾ ਕਿ ਇਹ ਇੱਕ ਮਹਾਨ ਅਪਰਾਧ ਹੈ। ਅਵਤਾਰ ਬਾਣੀ ਨਾਮਕ ਕਿਤਾਬਚੇ ਵਿੱਚ ਹੋਰ ਵੀ ਕਈ ਇਤਰਾਜ਼ਯੋਗ ਕਾਵਿ-ਬੰਧ ਹਨ ਜੋ ਹੇਠਾਂ ਲਿਖੇ ਅਨੁਸਾਰ ਹਨ। ਰੱਬ ਦਾ ਰਸਤਾ ਪੁੱਛ ਰਿਹਾ ਹੈ ਪੁਸਤਕ ਵੇਦ ਗ੍ਰੰਥਾਂ ਤੋਂ। ਰੱਬ ਦਾ ਰਸਤਾ ਪੁੱਛ ਰਿਹਾ ਹੈ ਫਿਰਕੇਦਾਰੀ ਪੰਥਾਂ ਤੋਂ। ਤੂੰ ਹੀ ਤੂੰ ਨਿਰੰਕਾਰ ਕਰੋ ਤੇ ਪਲ ਪਲ ਇਹਨੂੰ ਯਾਦ ਕਰੋ। ਇਸ ਅੰਮ੍ਰਿਤ ਨੂੰ ਰੱਜ ਰੱਜ ਪੀਓ, ਤਨ ਸੌਖਾ ਦਿਲ ਸਾਧ ਕਰੋ। ਵਿਰਲਾ ਵਿਰਲਾ ਸਤਿਗੁਰੂ ਅਵਤਾਰ ਕੋਲੋਂ ਇਹ ਰਸ ਅੰਮ੍ਰਿਤ ਪੀਂਦਾ ਹੈ। ਗੰਗਾ ਜਮਨਾ ਅੰਮ੍ਰਿਤਸਰ ਵਿੱਚ ਨਹਾ ਕੇ ਜੇਕਰ ਪਾਪ ਉਤਰਦੇ ਤਾਂ ਤੇ ਮੱਛੀ ਡੱਡੂ ਕੱਛੂ ਇੱਕ ਇੱਕ ਕਰਕੇ ਸਾਰੇ ਤਰਦੇ। ਪਾ ਕੇ ਕੇਵਲ ਸ਼ੇਰ ਦਾ ਚੋਲਾ, ਸ਼ੇਰ ਨਾਮ ਰਖਾਵੇਂ ਤੂੰ। ਨੰਬਰ 1। ਪਹਿਲੀ ਗੱਲ ਤਾਂ ਇਹ ਕਿ ਖਾਲਸਾ ਪੰਥ ਅਜਿਹਾ ਪੰਥ ਹੈ ਜੋ ਫਿਰਕਾ ਪ੍ਰਸਤੀ ਵਿੱਚ ਯਕੀਨ ਨਹੀਂ ਰੱਖਦਾ। ਇਸ ਪੰਥ ਦੇ ਯੁੱਧ ਦਾ ਮਕਸਦ ਜਰ ਜੋਰੂ ਜਾਂ ਜ਼ਮੀਨ ਨਹੀਂ ਰਿਹਾ, ਸਗੋਂ ਮਜ਼ਲੂਮਾਂ ਦੀ ਰੱਖਿਆ ਰਿਹਾ ਹੈ। ਨੰਬਰ 2। ਸਿੱਖ ਧਰਮ ਅਨੁਸਾਰ ਸਿੱਖ ਉਹ ਹੀ ਅਖਵਾ ਸਕਦਾ ਹੈ ਜੋ ਖੰਡੇ ਦੀ ਪਹੁਲ ਦਾ ਧਾਰਨੀ ਹੈ। ਨੰਬਰ 3। ਸਿੱਖਾਂ ਨੂੰ ਅੰਮ੍ਰਿਤ ਦੀ ਦਾਤ ਕੇਵਲ 5 ਪਿਆਰਿਆਂ ਤੋਂ ਹੀ ਪ੍ਰਾਪਤ ਹੁੰਦੀ ਹੈ, ਜਿਸ ਬਦਲੇ ਸੀਸ ਭੇਟ ਤਨ ਮਨ ਧਨ ਅਰਪਣ ਕਰਨਾ ਪੈਂਦਾ ਹੈ। ਨੰਬਰ 4। ਭਾਵੇਂ ਸਿੱਖ ਪੰਥ ਤੀਰਥ ਇਸ਼ਨਾਨਾਂ ਦਾ ਖੰਡਨ ਕਰਦਾ ਹੈ, ਪਰ ਦਰਬਾਰ ਸਾਹਿਬ ਸਿੱਖਾਂ ਦੀ ਭਗਤੀ ਤੇ ਸ਼ਕਤੀ ਦਾ ਪ੍ਰਤੀਕ ਹੈ। ਇਸ ਨਾਲ ਸਿੱਖਾਂ ਦਾ ਇਤਿਹਾਸ ਅਤੇ ਜਜ਼ਬਾਤੀ ਧਾਰਨਾਵਾਂ ਜੁੜੀਆਂ ਪਈਆਂ ਹਨ। ਡਿੱਠੇ ਸੱਭੇ ਥਾਂ ਨਹੀਂ ਤੁਝ ਜੇਹਾ, ਬੋਧੋ ਪੁਰਖ ਵਿਧਾਤੇ ਤਾਂ ਤੂੰ ਸੋਹਿਆ। ਨੰਬਰ 5। ਗੁਰੂ ਪਾਤਸ਼ਾਹ ਦੇ ਪੰਥ ਦੇ ਸਿੰਘ ਸ਼ੇਰ ਕੇਵਲ ਨਾਮ ਧਾਰਿਕ ਹੀ ਨਹੀਂ ਹਨ, ਸਗੋਂ ਸਾਰਾ ਵਿਸ਼ਵ ਇਹਨਾਂ ਦੀ ਤੇਗ ਦਾ ਲੋਹਾ ਮੰਨਦਾ ਹੈ। ਖਾਲਸਾ ਪੰਥ ਹੱਕ ਅਤੇ ਸੱਚ ਲਈ ਜਦੋਜਹਿਦ ਕਰਨ ਵਾਲੇ ਮਰਜੀਵੜਿਆਂ ਦਾ ਧਰਮ ਹੈ। ਇਸ ਧਰਮ ਖੰਡੇ ਦੀ ਧਾਰ ਅਤੇ ਲਹੂ ਦੀਆਂ ਨਦੀਆਂ ਵਿੱਚੋਂ ਪੈਦਾ ਹੋਇਆ ਹੈ। ਇਸ ਧਰਮ ਦੇ ਮੋਢਿਆਂ ਨੇ ਜਿੱਥੇ ਤੱਤੀ ਤਵੀਆਂ ਤੇ ਬੈਠ ਕੇ ਸਾਨੂੰ ਸਬਰ ਸਿਦਕ ਵਿੱਚ ਪਰਪੱਕ ਕੀਤਾ, ਉੱਥੇ ਮਰਦ ਅਗਮੜੇ, ਨਾਸਰੋ ਮਨਸੂਰ, ਬਾਦਸ਼ਾਹ ਦਰਵੇਸ਼
ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸੂਰਬੀਰਤਾ ਅਤੇ ਕੁਰਬਾਨੀ ਵਿੱਚ ਪ੍ਰਪੱਕ ਕੀਤਾ ਹੈ। ਪਰ ਖਾਲਸਾ ਪੰਥ ਦੇ ਦੋਖੀਆਂ ਨੂੰ ਖਾਲਸਾ ਪੰਥ ਨੇ ਜਿਸ ਤਰ੍ਹਾਂ ਫਿਰ ਕਰਨੀ ਦਾ ਫਲ ਭੁਗਤਾਇਆ, ਇਸ ਬਾਰੇ ਨਾਰਾਇਣ ਸਿੰਘ ਲਿਖਦੇ ਹਨ ਕਿ ਸਰਕਾਰੀ ਸ਼ਹਿ ਅਤੇ ਪੰਥ ਦੁਸ਼ਮਣਾਂ ਤਾਕਤਾਂ ਦੇ ਸਹਾਰੇ ਨਕਲੀ ਨਿਰੰਕਾਰੀਆਂ ਨੇ ਸ਼ਬਦ ਗੁਰੂ ਦੇ ਸਿਧਾਂਤ, ਪੰਜ ਪਿਆਰਿਆਂ ਦੀ ਪਰੰਪਰਾ ਅਤੇ ਸਿੱਖ ਧਰਮ ਦਾ ਮਖੌਲ ਉਡਾਉਣਾ ਸ਼ੁਰੂ ਕਰ ਦਿੱਤਾ ਸੀ। ਦੇਹਧਾਰੀ ਦੰਬ ਦਾ ਇਹ ਕੂੜ ਪ੍ਰਚਾਰ ਖਾਲਸਾ ਪੰਥ ਲਈ ਵੱਡੀ ਚੁਣੌਤੀ ਬਣਦਾ ਜਾ ਰਿਹਾ ਸੀ। ਸਿੱਖਾਂ ਨਾਲ ਇਹਨਾਂ ਦਾ ਕਈ ਵਾਰ ਟਾਕਰਾ ਹੋ ਚੁੱਕਾ ਸੀ, ਪਰ ਇਹ ਆਪਣੀਆਂ ਪੰਥਕ ਵਿਰੋਧੀ ਗਤੀਵਿਧੀਆਂ ਤੋਂ ਟਲਣ ਦੀ ਥਾਂ ਹੋਰ ਵੀ ਅੱਗੇ ਵੱਧ ਰਹੇ ਸਨ। ਸਰਕਾਰ ਵੱਲੋਂ ਧੜਾ ਧੜ ਦਿੱਤੇ ਜਾ ਰਹੇ ਹਥਿਆਰਾਂ ਦੇ ਲਾਇਸੈਂਸ ਇਹਨਾਂ ਦੇ ਹੌਸਲੇ ਹੋਰ ਵੀ ਵਧਾ ਦਿੱਤੇ ਸਨ। ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਵਿਚਲੀ ਤਾਕਤਵਰ RSS ਅਤੇ ਨਿਰੰਕਾਰੀ ਲਾਬੀ ਇਹਨਾਂ ਦੀ ਪਿੱਠ ਤੇ ਸੀ। ਨਿਰੰਕਾਰੀ ਮੁਖੀ ਗੁਰਬਚਨ ਸਿੰਘ ਆਪਣੇ ਪ੍ਰਪੰਚ ਦੇ ਪ੍ਰਸਾਰ ਕਰਨ ਲਈ ਇਸ ਲਾਬੀ ਦਾ ਪੂਰਾ ਫਾਇਦਾ ਉਠਾ ਰਿਹਾ ਸੀ। ਉਸਨੇ ਖਾਲਸਾ ਪੰਥ ਨੂੰ ਖਾਲਸੇ ਦੇ ਘਰ ਅੰਮ੍ਰਿਤਸਰ ਵਿੱਚ ਹੀ ਵੰਗਾਰਨ ਲਈ ਖਾਲਸਾ ਪ੍ਰਗਟ ਦਿਵਸ ਦਾ ਪਵਿੱਤਰ ਦਿਹਾੜਾ ਚੁਣਿਆ। 13 ਅਪ੍ਰੈਲ 1978 ਨੂੰ ਉਸਨੇ ਗੁਰੂ ਰਾਮਦਾਸ ਜੀ ਦੀ ਨਗਰੀ ਅੰਮ੍ਰਿਤਸਰ ਵਿੱਚ ਆਪਣਾ ਸੰਮੇਲਨ ਰੱਖ ਲਿਆ। ਇਸ ਦੇ ਇਸ਼ਤਿਹਾਰ ਦਰਬਾਰ ਸਾਹਿਬ ਦੀਆਂ ਕੰਧਾਂ ਤੇ ਵੀ ਚਿਪਕਾਏ ਗਏ। ਉਸਨੇ ਸ਼ਾਹੀ ਠਾਠ ਨਾਲ ਅੰਮ੍ਰਿਤਸਰ ਵਿੱਚ ਮਾਰਚ ਕੀਤਾ। ਅੰਮ੍ਰਿਤਸਰ ਵਿੱਚ ਮਾਰਚ ਕੀਤਾ। ਕੋਈ ਪਖੰਡੀ ਖਾਲਸਾ ਪੰਥ ਨੂੰ ਖਾਲਸੇ ਦੇ ਘਰ ਆ ਕੇ ਵੰਗਾਰੇ। ਖਾਲਸੇ ਲਈ ਇਹ ਅਸਹਿ ਸੀ। ਸਿੱਖਾਂ ਦੇ ਦਿਲਾਂ ਅੰਦਰ ਇਸ ਪ੍ਰਪੰਚ ਲਈ ਰੋਹ ਜਾਗ ਪਿਆ। ਸੰਤ ਜਰਨੈਲ ਸਿੰਘ ਨੇ ਮੰਜੀ ਸਾਹਿਬ ਦੀਵਾਨ ਹਾਲ ਵਿੱਚ ਸੱਜੇ ਸਮਾਗਮ ਦੀ ਸਟੇਜ ਤੇ ਮੌਜੂਦ ਬਾਦਲ ਸਰਕਾਰ ਦੇ ਮਾਲ ਮੰਤਰੀ ਜੀਵਨ ਸਿੰਘ ਉਮਰਾ ਨੰਗਲ ਨੂੰ ਸਿੱਖ ਧਰਮ ਵਿਰੁੱਧ ਹੋ ਰਹੇ ਇਸ ਕੂੜ ਪ੍ਰਚਾਰ ਨੂੰ ਰੋਕਣ ਲਈ ਕਿਹਾ, ਪਰ ਉਸਨੇ ਆਪਣੇ ਆਪ ਨੂੰ ਸੈਕੂਲਰ ਦਿਖਾਉਂਦਿਆਂ ਸਿੱਖ ਸੰਗਤ ਦੀ ਆਵਾਜ਼ ਠੁਕਰਾ ਦਿੱਤੀ। ਸੰਤ ਜਰਨੈਲ ਸਿੰਘ ਉਸ ਤੋਂ ਕੋਰਾ ਜਵਾਬ ਸੁਣ ਕੇ ਇਹ ਕਹਿੰਦੇ ਹੋਏ ਦੀਵਾਨ ਚੋਂ ਤੁਰ ਪਏ ਕਿ ਫਿਰ ਅਸੀਂ ਨਿਰੰਕਾਰੀਆਂ ਦੇ ਸਿੱਖ ਧਰਮ ਵਿਰੁੱਧ ਪ੍ਰਚਾਰ ਨੂੰ ਰੋਕਣ ਜਾ ਰਹੇ ਹਾਂ। ਅਖੰਡ ਕੀਰਤਨੀ ਜਥੇ ਦੇ ਅਜੀਤ ਨਗਰ ਵਿੱਚ ਸੱਜੇ ਦੀਵਾਨ ਵਿੱਚ ਵੀ ਇਹ ਖਬਰ ਪਹੁੰਚ ਗਈ। ਭਾਈ ਫੌਜਾ ਸਿੰਘਾਂ ਦਾ ਜਥਾ ਲੈ ਕੇ ਪਹੁੰਚ ਗਏ। ਅਰਦਾਸ ਕਰਨ ਉਪਰੰਤ ਭਾਈ ਫੌਜਾ ਸਿੰਘ ਦੀ ਜਥੇਦਾਰੀ ਹੇਠ ਸਿੰਘਾਂ ਦੇ 5 ਜਥੇ ਵਾਹਿਗੁਰੂ ਦਾ ਜਾਪ ਕਰਦੇ ਰੇਲਵੇ ਕਲੋਨੀ B ਬਲਾਕ ਨਿਰੰਕਾਰੀ ਸੰਮੇਲਨ ਕੋਲ ਪਹੁੰਚ ਗਏ। ਬਾਦਲ ਸਰਕਾਰ ਦੀ ਪੁਲਿਸ ਨਿਰੰਕਾਰੀਆਂ ਦੀ ਸੁਰੱਖਿਆ ਲਈ ਅੱਗੇ ਤਾਇਨਾਤ ਸੀ। DSP ਜੋਸ਼ੀ ਅਤੇ ਇੰਸਪੈਕਟਰ ਅਨੂਪ ਸਿੰਘ ਨੇ ਸਿੰਘਾਂ ਦੇ ਜਥੇ ਨੂੰ ਅੱਗੇ ਵਧਣ ਤੋਂ ਰੋਕ ਲਿਆ। ਭਾਈ ਫੌਜਾ ਸਿੰਘ ਨੇ ਪੁਲਿਸ ਅਫਸਰਾਂ ਨੂੰ ਕਿਹਾ ਕਿ ਤੁਸੀਂ ਨਿਰੰਕਾਰੀਆਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਧਰਮ ਦਾ ਨਿਰਾਦਰ ਕਰਨ ਤੋਂ ਰੋਕੋ, ਪਰ ਪੁਲਿਸ ਤਾਂ ਨਿਰੰਕਾਰੀਆਂ ਨੂੰ ਅਜਿਹਾ ਪ੍ਰਚਾਰ ਕਰਨ ਦੀ ਸੁਰੱਖਿਆ ਦੇਣ ਵਾਸਤੇ ਆਈ ਸੀ, ਉਹ ਕਿਉਂ ਰੋਕਦੀ। ਉਧਰ ਨਿਰੰਕਾਰੀ ਸਿੰਘਾਂ ਦੇ ਲਹੂ ਦੇ ਧਿਆਏ ਸਨ। ਉਹਨਾਂ ਨੇ ਆਪਣੇ ਹਥਿਆਰਾਂ ਨਾਲ ਵਾਹਿਗੁਰੂ ਦਾ ਜਾਪ ਕਰ ਰਹੇ ਸਿੰਘਾਂ ਤੇ ਗੋਲੀ ਚਲਾ ਦਿੱਤੀ। ਭਾਈ ਫੌਜਾ ਸਿੰਘ ਸਮੇਤ 13 ਸਿੰਘਾਂ ਦੀ ਸ਼ਹੀਦੀ ਅਤੇ 78 ਸਿੰਘਾਂ ਦੇ ਜ਼ਖਮੀ ਹੋਣ ਨਾਲ 13 ਅਪ੍ਰੈਲ 1978 ਦੀ ਵਿਸਾਖੀ ਦਾ ਦਿਹਾੜਾ ਇਤਿਹਾਸਕ ਬਣ ਗਿਆ। ਸਿੰਘਾਂ ਦੇ ਡੁੱਲੇ ਪਵਿੱਤਰ ਲਹੂ ਦੀ ਮਹਿਕ ਪੂਰੇ ਸਿੱਖ ਜਗਤ ਅੰਦਰ ਫੈਲ ਗਈ। ਗਮ ਵਿੱਚ ਡੁੱਬੇ ਸਿੰਘਾਂ ਦੇ ਦਿਲਾਂ ਵਿੱਚ ਦੇਹਧਾਰੀ ਦੰਬ ਦੇ ਇਸ ਕੂੜ ਦਾ ਭਾਂਡਾ ਭੰਨਣ ਲਈ ਗੁੱਸਾ ਤੇ ਜੋਸ਼ ਭਰ ਗਿਆ। 22 ਅਪ੍ਰੈਲ 1978 ਨੂੰ ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸ਼ਹੀਦ ਸਿੰਘਾਂ ਦੀ ਯਾਦ ਵਿੱਚ ਸ਼ਹੀਦੀ ਸਮਾਗਮ ਸੱਜਿਆ। ਸਿੱਖ ਕੌਮ ਅੰਦਰ ਪੈਦਾ ਹੋਏ ਇਸ ਜੋਸ਼ ਦਾ ਪ੍ਰਗਟਾਵਾ ਕਰਦਿਆਂ ਸੰਤ ਜਰਨੈਲ ਸਿੰਘ ਜੀ ਨੇ ਆਪਣੀ ਤਕਰੀਰ ਵਿੱਚ ਕਿਹਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਵਿਸਾਖੀ ਦੇ ਸ਼ਹੀਦਾਂ ਬਾਰੇ ਜੋ ਪ੍ਰੋਗਰਾਮ ਉਲੀਕਣਗੇ, ਅਸੀਂ ਉਸ ਨੂੰ ਦੇਖਾਂਗੇ, ਕੋਖਾਂਗੇ ਅਤੇ ਕੋਈ ਕਦਮ ਕਾਹਲੀ ਵਿੱਚ ਨਹੀਂ ਚੁੱਕਾਂਗੇ। ਪਰ ਨਾਲ ਹੀ ਇਹ ਵੀ ਕਹਿੰਦੇ ਹਾਂ ਕਿ ਸਮਾਂ ਐਵੇਂ ਅਜਾਈ ਨਾ ਲੰਘ ਜਾਵੇ। ਸਾਡੀ ਇਹ ਪ੍ਰਤਿੱਗਿਆ ਹੈ ਕਿ ਸ਼ਹੀਦਾਂ ਦਾ ਖੂਨ ਅਜਾਈ ਨਹੀਂ ਜਾਣ ਦਿਆਂਗੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਪਮਾਨ ਹਰਗਿਜ਼ ਨਹੀਂ ਸਹਾਂਗੇ। ਅਸੀਂ ਮੰਗ ਕਰਦੇ ਹਾਂ ਕਿ ਪਖੰਡੀ ਨਿਰੰਕਾਰੀ ਮਿਸ਼ਨ ਤੇ ਪਾਬੰਦੀ ਲਾਈ ਜਾਏ, ਦੋਸ਼ੀਆਂ ਨੂੰ ਸਜ਼ਾਵਾਂ ਦਿੱਤੀਆਂ ਜਾਣ ਤੇ ਉਹਨਾਂ ਦਾ ਸਾਥ ਦੇਣ ਵਾਲੇ ਵਿਅਕਤੀਆਂ ਨੂੰ ਵੀ ਮਾਫ ਨਾ ਕੀਤਾ ਜਾਵੇ। ਮੈਨੂੰ ਆਸ ਹੈ ਕਿ ਸੰਗਤਾਂ ਪੰਜਾਬ ਸਰਕਾਰ ਵੱਲੋਂ ਦਿਵਾਏ ਗਏ ਭਰੋਸੇ ਤੇ ਯਕੀਨ ਕਰਨਗੀਆਂ, ਪਰ ਫਿਰ ਵੀ ਮੈਂ ਚੇਤਾਵਨੀ ਦਿੰਦਾ ਹਾਂ ਕਿ ਜੇ ਸਰਕਾਰ ਨੇ ਸਮਾਂ ਲੈ ਕੇ ਵੀ ਕੁਝ ਨਾ ਕੀਤਾ ਤਾਂ ਅਸੀਂ ਸੰਗਤਾਂ ਤੇ ਕਾਬੂ ਨਹੀਂ ਪਾ ਸਕਾਂਗੇ। ਪਰ ਜੇ ਸਰਕਾਰ ਦੀ ਪੁਲਿਸ ਮੂਕ ਦਰਸ਼ਕ ਬਣ ਕੇ ਸਿੰਘਾਂ ਦੇ ਹੋ ਰਹੇ ਕਤਲੇਆਮ ਨੂੰ ਤੱਕਦੀ ਰਹੀ ਹੋਵੇ, ਜਿਹੜੀ ਸਰਕਾਰ ਆਪਣੀ ਗੱਡੀ ਵਿੱਚ ਚੜਾ ਕੇ ਕਾਤਲ ਟੋਲੇ ਦੇ ਮੁਖੀ ਗੁਰਬਚਨ ਸਿੰਘ ਨਿਰੰਕਾਰੀ ਨੂੰ ਪੰਜਾਬ ਤੋਂ ਬਾਹਰ ਸੁਰੱਖਿਅਤ ਭੇਜ ਦੇਵੇ, ਜਿਸ ਸਰਕਾਰ ਨੇ ਕਾਤਲਾਂ ਨੂੰ ਮੌਕੇ ਤੇ ਫੜਨ ਦੀ ਕੋਸ਼ਿਸ਼ ਹੀ ਨਾ ਕੀਤੀ ਹੋਵੇ, ਉਸ ਤੋਂ ਇਨਸਾਫ ਦੀ ਕੀ ਆਸ। ਸੰਤ ਜਰਨੈਲ ਸਿੰਘ ਭਲੀ ਭਾਂਤ ਜਾਣਦੇ ਸਨ ਕਿ ਬਾਦਲ ਸਰਕਾਰ ਸਿੱਖਾਂ ਨੂੰ ਇਨਸਾਫ ਨਹੀਂ ਦੇਵੇਗੀ,
ਪਰ ਉਹਨਾਂ ਨੇ ਫਿਰ ਵੀ ਕਾਨੂੰਨ ਅਨੁਸਾਰ ਇਨਸਾਫ ਕਰਨ ਦਾ ਸਰਕਾਰ ਨੂੰ ਪੂਰਾ ਮੌਕਾ ਦਿੱਤਾ, ਪਰ ਹੋਇਆ ਉਹ ਹੀ ਜਿਸ ਦੀ ਉਮੀਦ ਸੀ। ਸਰਕਾਰ ਅੰਮ੍ਰਿਤਸਰ ਖੂਨੀ ਸਾਕੇ ਦੇ ਮੁੱਖ ਦੋਸ਼ੀ ਨਿਰੰਕਾਰੀ ਮੁਖੀ ਨੂੰ ਅੰਮ੍ਰਿਤਸਰ ਦੀ ਅਦਾਲਤ ਵਿੱਚ ਪੇਸ਼ ਹੀ ਨਾ ਕਰ ਸਕੀ ਤੇ ਨਿਰੰਕਾਰੀਆਂ ਨੇ ਇਸ ਕੇਸ ਨੂੰ ਕਰਨਾਲ ਦੀ ਅਦਾਲਤ ਵਿੱਚ ਤਬਦੀਲ ਕਰਵਾ ਲਿਆ। ਬਾਦਲ ਸਾਹਿਬ ਦੀ ਪੁਲਿਸ ਦੇ ਇੰਸਪੈਕਟਰਾਂ ਅਤੇ ਇਸ ਕੇਸ ਦੇ ਆਈਓ ਨੇ ਆਪਣੀ ਗਵਾਹੀ ਮੁਲਜ਼ਮਾਂ ਨੂੰ ਸਜ਼ਾ ਦਿਵਾਉਣ ਲਈ ਨਹੀਂ, ਬਰੀ ਕਰਾਉਣ ਦੀ ਦਿੱਤੀ। ਹੁਣ ਤੁਸੀਂ ਇੱਥੇ ਨਾ ਇੱਕ ਇਹਦੇ ਉੱਤੇ ਐਂਗਲ ਜ਼ਰੂਰ ਆਪਾਂ ਨੂੰ ਸੋਚਣਾ ਚਾਹੀਦਾ ਕਿ ਜਿਹੜਾ ਤਬਦੀਲੀ ਕਰ ਦੇਣੀ ਕੇਸਾਂ ਦੀ, ਇਹ ਉਸ ਸਟੇਟ ਸਰਕਾਰ ਦੇ ਹੱਥ 'ਚ ਨਹੀਂ ਹੁੰਦੀ ਕਿ ਕੇਸ ਦੀ ਤਬਦੀਲੀ ਕਰਕੇ ਦੂਜੇ ਜਿਹੜਾ ਜੇ ਉਹ ਅੰਮ੍ਰਿਤਸਰ ਦੇ ਵਿੱਚ ਇਹ ਕਾਂਡ ਹੋਇਆ ਵਾ ਤੇ ਉਹਨੂੰ ਹਰਿਆਣੇ ਦੇ ਵਿੱਚ, ਇਹ ਸੈਂਟਰ ਦੇ ਕੋਲ ਹੁੰਦੀ ਆ ਸਾਰੀ ਜ਼ਿੰਮੇਵਾਰੀ। ਸੋ ਇੱਕ ਗੱਲ ਸਾਨੂੰ ਬਹੁਤ ਸਪਸ਼ਟ ਹੋਣੀ ਚਾਹੀਦੀ ਹੈ ਕਿ ਉੱਥੇ ਬਾਦਲ ਹੋਵੇ, ਕੈਪਟਨ ਹੋਵੇ, ਭਗਵੰਤ ਮਾਨ ਹੋਵੇ, ਚਾਹੇ ਉੱਥੇ ਹੋਰ ਵੀ ਜਿਹਨੂੰ ਅਸੀਂ ਸਮਝਦੇ ਹਾਂ ਕਿ ਇਹ ਬੰਦਾ ਪੰਜਾਬ ਦਾ ਬਹੁਤ ਵਧੀਆ ਕਰ ਸਕਦਾ, ਕੱਲ ਨੂੰ ਉਹ ਵੀ ਪਾਵਰ ਵਿੱਚ ਆ ਜਾਊਗਾ ਨਾ ਮੁੱਖ ਮੰਤਰੀ ਬਣ ਕੇ, ਉਹਨੂੰ ਵੀ ਉਹੀ ਕਰਨਾ ਪਊਗਾ ਜੋ ਉੱਤੋਂ ਫਰਲੇ ਆਉਣਗੇ ਸੈਂਟਰ ਵਾਲੇ ਪਾਸਿਓਂ। ਜੋ ਦਿੱਲੀ ਬੈਠੇ ਹਕੂਮਤੀ ਧਿਰ ਵਾ, ਜੋ ਉਹਨੇ ਉੱਥੋਂ ਲਿਖ ਕੇ ਦੇ ਦਿੱਤਾ ਉਹੀ ਉਹਨਾਂ ਨੂੰ ਕਰਨਾ ਪੈਣਾ, ਉਹਦੇ ਅਕੋਰਡਿੰਗ ਹੀ ਉਹਨਾਂ ਨੂੰ ਚੱਲਣਾ ਪੈਣਾ। ਉਹ ਚੱਲ ਹੀ ਨਹੀਂ ਸਕਦੇ ਉੱਥੋਂ 1 ਇੰਚ ਵੀ ਇੱਧਰ ਉੱਧਰ ਪੈਰ ਰੱਖ ਕੇ ਨਹੀਂ ਉਹ ਤੁਰ ਸਕਦੇ, ਨਹੀਂ ਤੇ ਅਗਲੇ 5 ਮਿੰਟ ਲਾਉਂਦੇ ਇਹਨਾਂ ਨੂੰ ਰੋਲਣ ਲੱਗਿਆ। ਸੋ ਸਾਡੇ ਲੀਡਰਾਂ ਦੀ ਇਹ ਕਮੀ ਆ ਕਿ ਉਹ ਕੁਰਸੀਆਂ ਨੂੰ ਫੜ ਕੇ ਪਏ ਨੇ, ਉਹ ਆਪਣੀ ਕੌਮ ਦਾ ਨਹੀਂ ਸੋਚਦੇ। ਜਿੱਦਾਂ ਸਰਦਾਰ ਕਪੂਰ ਸਿੰਘ ਦਾ ਵੀ ਪਿੱਛੇ ਆ ਚੁੱਕਾ ਕਿ ਜਿਹੜੇ ਲੀਡਰ ਵਾ ਸਾਡੇ, ਉਹ ਕਹਿੰਦੇ ਵੀ ਮੈਂ ਇਹਨਾਂ ਨੂੰ ਗਾਲਾਂ ਵੀ ਕੱਢਦਾ ਟੌੜੇ ਵਰਗਿਆਂ ਨੂੰ, ਬਾਦਲ ਵਰਗਿਆਂ ਨੂੰ, ਕਿ ਤੁਸੀਂ ਭੁੱਖੇ ਹੋ, ਲਾਲਚੀ ਹੋ ਤੁਸੀਂ। ਜੇ ਤੁਸੀਂ ਲਾਲਚੀ ਨਾ ਹੁੰਦੇ, ਬੇਸ਼ੱਕ ਉਹ ਦੋਖੀ ਆ ਬਹੁਤ, ਆਪਾਂ ਉਹਨਾਂ ਨੂੰ ਨਹੀਂ ਕਹਿੰਦੇ ਕਿ ਦੋਖੀ ਨਹੀਂ ਹੈਗੇ, ਪਰ ਉਹਨਾਂ ਤੋਂ ਕਰਾਉਣ ਵਾਲੀ ਧਿਰ ਜਿਹੜੀ ਪਿੱਛੋਂ ਉਹਨਾਂ ਨੂੰ ਇਹ ਸਾਰਾ ਕੁਝ ਲਿਖ ਕੇ ਦੇ ਰਹੀ ਹੈ, ਸਾਰਾ ਕੁਝ ਉਹ ਹੋਰ ਵਾ, ਉਹ ਦਿੱਲੀ ਆ, ਉਹ ਬ੍ਰਾਹਮਣਵਾਦੀ ਹਕੂਮਤ ਆ, ਉਹ ਭਾਰਤੀ ਸਰਕਾਰ ਆ ਜਿਹੜਾ ਸਾਰਾ ਕੁਝ ਇਹ ਸਿੱਖੀ ਦੇ ਉੱਤੇ ਕਰਾ ਰਹੀ ਦਿਨ ਪ੍ਰਤੀ ਦਿਨ। ਇਹ ਆਪਾਂ ਭੁੱਲਣਾ ਨਹੀਂ ਹੈਗਾ। ਆਪਾਂ ਇਕੱਲੇ ਬਾਦਲਾਂ ਤੱਕ ਨਹੀਂ ਸੀਮਤ ਰਹਿ ਜਾਣਾ ਇਹ ਪੜ੍ਹ ਕੇ। ਨਿਸ਼ਾਨਾ ਸਾਡਾ ਦਿੱਲੀ ਰਹਿਣੀ ਚਾਹੀਦੀ ਕਿ ਜਿੱਥੋਂ ਇਹ ਫਰਮਾਨ ਜਾਰੀ ਹੁੰਦੇ ਆ। ਇਸ ਕੇਸ ਦੇ ਆਈਓ ਨੇ ਬਾਦਲ ਸਾਹਿਬ ਤੇ ਮਾਲ ਮੰਤਰੀ ਉਮਰਾ ਨੰਗਲ ਦੀ ਬਿਆਨਬਾਜ਼ੀ ਨੇ ਵੀ ਕਾਤਲਾਂ ਦਾ ਬਚਾਅ ਕੀਤਾ। ਕਰਨਾਲ ਦੇ ਸੈਸ਼ਨ ਜੱਜ RS ਗੁਪਤਾ ਨੇ 4 ਜਨਵਰੀ 1980 ਨੂੰ ਸੁਣਾਏ ਆਪਣੇ ਫੈਸਲੇ ਵਿੱਚ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਸਮੇਤ ਸਾਰੇ ਦੇ ਸਾਰੇ 60 ਦੋਸ਼ੀ ਸਾਫ਼ ਬਰੀ ਕਰ ਦਿੱਤੇ। ਬਰੀ ਹੋ ਕੇ ਨਿਰੰਕਾਰੀ ਹੋਰ ਵੀ ਖੁਦੀ ਵਿੱਚ ਆ ਗਏ। ਉਹਨਾਂ ਨੇ ਇਹ ਕਹਿ ਕੇ ਸਿੱਖਾਂ ਦਾ ਗੁਰੂ ਤਾਂ 52 ਬੰਦੀ ਹੀ ਛਡਵਾ ਕੇ ਲਿਆਇਆ ਸੀ, ਸਾਡੇ ਮਹਾਰਾਜ ਨੇ 60 ਛਡਾਏ ਹਨ। ਗੁਰੂ ਹਰਗੋਬਿੰਦ ਪਾਤਸ਼ਾਹ ਦਾ ਅਪਮਾਨ ਕਰਨਾ ਸ਼ੁਰੂ ਕਰ ਦਿੱਤਾ। ਬਾਦਲ ਸਰਕਾਰ ਨੇ ਤਾਂ ਕਰਨਾਲ ਦੀ ਅਦਾਲਤ ਦੇ ਫੈਸਲੇ ਵਿਰੁੱਧ ਹਾਈ ਕੋਰਟ ਵਿੱਚ ਅਪੀਲ ਵੀ ਨਾ ਕੀਤੀ। ਇੰਜ ਸਿੱਖਾਂ ਲਈ ਇਨਸਾਫ ਦੇ ਸਭ ਕਾਨੂੰਨੀ ਦਰਵਾਜ਼ੇ ਬੰਦ ਹੋ ਗਏ। ਨਿਰੰਕਾਰੀ 26 ਸਤੰਬਰ 1978 ਨੂੰ ਕਾਨਪੁਰ ਵਿਖੇ 16 ਸਿੰਘਾਂ ਦਾ ਅਤੇ 6 ਨਵੰਬਰ 1978 ਨੂੰ ਦਿੱਲੀ ਵਿਖੇ 3 ਸਿੰਘਾਂ ਦਾ ਲਹੂ ਵਹਾ ਚੁੱਕੇ ਸਨ। ਹੁਣ ਸਿੰਘ ਪਾਸ ਇਨਸਾਫ ਲਈ ਦਸ਼ਮੇਸ਼ ਪਿਤਾ ਵੱਲੋਂ ਬਖਸ਼ਿਆ ਚੂੰ ਕਰ ਅੱਜ ਹਮ ਹੀਲ ਤੇ ਦਰ ਗੁਜਸਤ ਹਲਾਲ ਅਸਤ ਬੁਰਦਨ ਬਾ ਸ਼ਮਸ਼ੀਰ ਦਸਤ ਦਾ ਆਖਰੀ ਤਰੀਕਾ ਹੀ ਰਹਿ ਗਿਆ ਸੀ। ਗੁਰੂ ਮਹਾਰਾਜ ਨੇ ਇਸ ਹੁਕਮ ਤੇ ਪਹਿਰਾ ਦੇਣਾ ਹੁਣ ਸਿੰਘਾਂ ਦਾ ਧਰਮ ਕਰਮ ਤੇ ਫਰਜ਼ ਸੀ। ਸੰਤ ਜਰਨੈਲ ਸਿੰਘ ਨੇ ਭਾਈ ਲੱਖਾ ਸਿੰਘ ਨਾਗੋਕੇ, ਭਾਈ ਮੇਜਰ ਸਿੰਘ ਨਾਗੋਕੇ, ਭਾਈ ਨਿਰੰਤਰ ਸਿੰਘ ਉਰਫ ਭਾਈ ਕਾਬਲ ਸਿੰਘ ਸਮੇਤ ਕੁਝ 94 ਸਿੰਘਾਂ ਦੇ ਨਾਲ ਸਿੰਘਾਂ ਦੇ ਕਾਤਲ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਨੂੰ ਸੋਧਣ ਦੀ ਸਲਾਹ ਕੀਤੀ ਅਤੇ 10 ਜੂਨ 1980 ਤੱਕ ਹਰ ਹਾਲਤ ਵਿੱਚ ਸਿੰਘਾਂ ਦੇ ਇਸ ਕਾਤਲ ਦਾ ਸਿਰ ਵੱਢਣ ਦਾ ਆਪਣਾ ਫੈਸਲਾ ਸੁਣਾਇਆ ਅਤੇ ਨਾਲ ਹੀ ਕਿਹਾ ਕਿ ਜੇਕਰ ਸਿੰਘੋ ਤੁਸੀਂ ਇਸ ਦਿਨ ਤੱਕ ਇਹ ਨਾ ਕਰ ਸਕੇ ਤਾਂ ਫਿਰ ਮੈਂ ਖੁਦ ਇਸ ਕੰਮ ਲਈ ਜਾਵਾਂਗਾ। ਸਿੰਘਾਂ ਨੇ ਇਹ ਜ਼ਿੰਮੇਵਾਰੀ ਸੰਭਾਲ ਲਈ ਅਤੇ ਵਿਉਂਤ ਬਣਾਉਣ ਲੱਗ ਪਏ। ਭਾਈ ਲੱਖਾ ਸਿੰਘ ਨਾਗੋਕੇ, ਭਾਈ ਮੇਜਰ ਸਿੰਘ ਨਾਗੋਕੇ ਦੇ ਪਿੰਡ ਦਾ ਇੱਕ ਸਿੰਘ ਭਾਈ ਗਿਆਨ ਸਿੰਘ ਨਾਗੋਕੇ ਦਿੱਲੀ ਰਹਿੰਦਾ ਸੀ ਅਤੇ ਰਣਜੀਤ ਅਖਾੜਾ ਦਿੱਲੀ ਵਿਖੇ ਸਿੰਘਾਂ ਨੂੰ ਗੱਤਕਾਬਾਜੀ ਸਿਖਾਉਂਦਾ ਹੁੰਦਾ ਸੀ। ਭਾਈ ਗਿਆਨ ਸਿੰਘ ਗੱਤਕੇ ਦਾ ਇੰਨਾ ਮਾਹਰ ਸੀ ਕਿ 4 ਸਫੇਰਿਓਂ ਚੱਲ ਰਹੀਆਂ ਤੇਗਾਂ ਨੂੰ ਹੀ ਰੋਕ ਲੈਂਦਾ ਸੀ ਅਤੇ ਵਾਹਣ ਵਿੱਚ ਖੜਾ ਹੋ ਕੇ ਵੀ ਕਿਸੇ ਪਾਸਿਓਂ ਢੇਮ ਸਰੀਰ ਤੇ ਨਹੀਂ ਸੀ ਲੱਗਣ ਦਿੰਦਾ। ਉਸਨੇ ਚੈਲੰਜ ਰੱਖਿਆ ਸੀ ਕਿ ਜੇਕਰ ਇੱਕ ਕਿੱਲੇ ਤੇ ਖੜ ਕੇ 3-3 ਫਾਇਰ ਨਾਲ ਰਾਈਫਲ ਨਾਲ ਗੋਲੀ ਚਲਾਉਣ ਵਾਲੇ ਦੇ ਕੋਲ ਵਰਦੀ ਗੋਲੀ ਵਿੱਚ ਜੇ ਮੈਂ ਪਹੁੰਚ ਜਾਵਾਂ ਉਸਦਾ ਸਿਰ ਵੱਢ ਲਵਾਂਗਾ, ਪਰ ਕਿਸੇ ਨੇ ਵੀ ਇਹ ਚੈਲੰਜ ਨਹੀਂ ਮੰਨਿਆ ਸੀ। ਪਿੰਡ ਦੇ
ਹੋਣ ਕਰਕੇ ਭਾਈ ਲੱਖਾ ਸਿੰਘ ਤੇ ਭਾਈ ਮੇਜਰ ਸਿੰਘ ਦਾ ਭਾਈ ਗਿਆਨ ਸਿੰਘ ਨਾਲ ਕਾਫੀ ਪ੍ਰੇਮ ਤੇ ਨੇੜ ਸੀ। ਇਹ ਦੋਵੇਂ ਸਿੰਘ ਨਿਰੰਕਾਰੀ ਮੁਖੀ ਨੂੰ ਸੋਧਣ ਲਈ ਯੋਜਨਾ ਬਣਾਉਣ ਲਈ ਰਣਜੀਤ ਅਖਾੜਾ ਦਿੱਲੀ ਵਿਖੇ ਭਾਈ ਗਿਆਨ ਸਿੰਘ ਨਾਗੋਕੇ ਕੋਲ ਪਹੁੰਚ ਗਏ। ਭਾਈ ਰਣਜੀਤ ਸਿੰਘ ਵੀ ਰਣਜੀਤ ਅਖਾੜੇ ਭਾਈ ਗਿਆਨ ਸਿੰਘ ਤੋਂ ਗੱਤਕਾਬਾਜੀ ਸਿੱਖਦਾ ਰਿਹਾ ਸੀ ਤੇ ਨਿਰੰਕਾਰੀ ਭਵਨ ਵਿੱਚ ਤਰਖਾਣ ਕੰਮ ਕਰਦਾ ਹੁੰਦਾ ਸੀ। ਭਾਈ ਗਿਆਨ ਸਿੰਘ ਨਾਗੋਕੇ ਨੇ ਕੁਝ ਸਮਾਂ ਮੰਗਿਆ। ਕੁਝ ਦਿਨਾਂ ਦੇ ਅੰਦਰ ਹੀ ਭਾਈ ਰਣਜੀਤ ਸਿੰਘ ਨਾਲ ਗੱਲਬਾਤ ਹੋ ਗਈ ਅਤੇ ਭਾਈ ਰਣਜੀਤ ਸਿੰਘ ਇਸ ਕੰਮ ਲਈ ਤਿਆਰ ਹੋ ਗਿਆ। ਭਾਈ ਰਣਜੀਤ ਸਿੰਘ ਅਤੇ ਭਾਈ ਗਿਆਨ ਸਿੰਘ ਨਾਗੋਕੇ ਨੂੰ ਨਾਲ ਲੈ ਕੇ ਭਾਈ ਮੇਜਰ ਸਿੰਘ ਨਾਗੋਕੇ ਅਤੇ ਭਾਈ ਲੱਖਾ ਸਿੰਘ ਨਾਗੋਕੇ ਗੁਰਦੁਆਰਾ ਗੁਰਦਰਸ਼ਨ ਮਹਿਤੇ ਸੰਤ ਜਰਨੈਲ ਸਿੰਘ ਪਾਸ ਪਹੁੰਚ ਗਏ। ਸੰਤਾਂ ਨੇ ਕਿਹਾ ਕਿ ਉਸ ਦਾ ਸਿਰ ਵੱਢ ਕੇ ਲਿਆਉਣਾ ਹੈ। ਸੰਤਾਂ ਨੂੰ ਮਿਲ ਕੇ ਭਾਈ ਰਣਜੀਤ ਸਿੰਘ ਅਤੇ ਭਾਈ ਗਿਆਨ ਸਿੰਘ ਨਾਗੋਕੇ ਵਾਪਸ ਦਿੱਲੀ ਚਲੇ ਗਏ ਅਤੇ ਭਾਈ ਰਣਜੀਤ ਸਿੰਘ ਨੇ ਤਿਆਰੀ ਸ਼ੁਰੂ ਕਰ ਦਿੱਤੀ। ਭਾਈ ਰਣਜੀਤ ਸਿੰਘ ਨੇ ਨਿਰੰਕਾਰੀ ਭਵਨ ਵਿੱਚ ਜਾਣ ਲਈ ਭਾਈ ਗਿਆਨ ਸਿੰਘ ਦਾ ਪਾਸ ਵੀ ਬਣਾ ਲਿਆ। ਭਾਈ ਗਿਆਨ ਸਿੰਘ 2 ਵਾਰੀ ਰਣਜੀਤ ਸਿੰਘ ਨਾਲ ਨਿਰੰਕਾਰੀ ਭਵਨ ਵਿੱਚ ਵੀ ਗਿਆ। ਭਾਈ ਰਣਜੀਤ ਸਿੰਘ ਨੇ ਗ੍ਰਿਲਾਂ ਵੱਢ ਕੇ ਮੁਖੀ ਦੇ ਬੈੱਡਰੂਮ ਤੱਕ ਆਉਣ ਜਾਣ ਦਾ ਗੁਪਤ ਰਸਤਾ ਬਣਾ ਲਿਆ ਅਤੇ ਲੱਕੜ ਦੀ ਚੌਗਾਠ ਵਿੱਚ ਜਗ੍ਹਾ ਬਣਾ ਕੇ ਕਾਰਬਾਈਨ ਵੀ ਲੈ ਗਿਆ। ਪਰ ਉਸ ਦਾ ਗਨਮੈਨ ਪ੍ਰਤਾਪ ਸਿੰਘ ਸਾਰੀ ਰਾਤ ਜਾ ਕੇ ਪਹਿਰਾ ਦਿੰਦਾ ਸੀ ਅਤੇ ਥੋੜੀ ਜਿੰਨੀ ਵੀ ਅਣਗਹਿਲੀ ਨਹੀਂ ਸੀ ਵਰਤਦਾ। ਕਹਿੰਦੇ ਸਨ ਕਿ ਉਹ ਪ੍ਰਤਾਪ ਸਿੰਘ ਪਹਿਲਾਂ ਮਿਲਖਾ ਸਿੰਘ ਡਾਕੂ ਦਾ ਗਨਮੈਨ ਹੁੰਦਾ ਸੀ। ਫਿਰ ਇਹ ਪੇਸ਼ ਹੋ ਗਿਆ ਤੇ ਕੇਸ ਵਾਪਸ ਲੈ ਜਾਣ ਤੇ ਖਤਮ ਹੋ ਜਾਣ ਮਗਰੋਂ ਇਹ ਨਿਰੰਕਾਰੀ ਮੁਖੀ ਦਾ ਨਿੱਜੀ ਗਨਮੈਨ ਬਣ ਗਿਆ। ਇਸ ਦੀ ਯੋਗਤਾ ਨੂੰ ਵੇਖ ਕੇ ਨਿਰੰਕਾਰੀ ਮੁਖੀ ਨੇ ਇਸ ਨੂੰ ਆਪਣੀ ਸਿਕਿਉਰਿਟੀ ਫੋਰਸ ਦਾ ਕਮਾਂਡਰ ਬਣਾ ਦਿੱਤਾ। ਸਿੰਘ ਕਈ ਦਿਨ ਯਤਨ ਕਰਦੇ ਰਹੇ। ਅਖੀਰ ਮਿਤੀ 24/4/1980 ਨੂੰ ਇਸ ਦਾ ਅੰਤ ਆ ਗਿਆ। ਭਾਈ ਰਣਜੀਤ ਸਿੰਘ, ਭਾਈ ਨਿਰੰਤਰ ਸਿੰਘ ਉਰਫ ਭਾਈ ਕਾਬਲ ਸਿੰਘ ਅਤੇ ਭਾਈ ਦਲਬੀਰ ਸਿੰਘ ਕਾਰਬਾਈਨ ਲੈ ਕੇ ਫੀਐਟ ਕਾਰ ਤੇ ਸਵਾਰ ਹੋ ਕੇ ਇਸ ਨੂੰ ਸੋਧਣ ਚਲੇ ਪਏ। ਸਿੰਘਾਂ ਨੂੰ ਇਸ ਦੇ ਆਉਣ ਦੇ ਸਮੇਂ ਦੀ ਸੂਹ ਸੀ। ਭਾਈ ਕਾਬਲ ਸਿੰਘ, ਭਾਈ ਦਲਬੀਰ ਸਿੰਘ ਭਵਨ ਦੇ ਬਾਹਰ ਖੜੇ ਹੋ ਗਏ ਅਤੇ ਭਾਈ ਰਣਜੀਤ ਸਿੰਘ ਅੰਦਰ ਚਲਾ ਗਿਆ। ਸ਼ਾਮ ਨੂੰ ਜਦੋਂ ਸਿੰਘਾਂ ਦਾ ਕਾਤਲ ਨਿਰੰਕਾਰੀ ਮੁਖੀ ਗੁਰਬਚਨ ਸਿੰਘ ਆਪਣੀ ਘਰਵਾਲੀ ਤੇ ਗਨਮੈਨ ਪ੍ਰਤਾਪ ਸਿੰਘ ਨਾਲ ਭਵਨ ਗਿਆ ਤਾਂ ਭਾਈ ਰਣਜੀਤ ਸਿੰਘ ਨੇ ਕਾਰਨਾਮਾ ਕਰ ਦਿੱਤਾ। ਪਹਿਲਾਂ ਪ੍ਰਤਾਪ ਸਿੰਘ ਗਨਮੈਨ ਦੇ ਗੋਲੀ ਮਾਰੀ ਤੇ ਫਿਰ ਗੁਰਬਚਨ ਸਿੰਘ ਦੋਵੇਂ ਲੋਟਣੀ ਖਾ ਕੇ ਜ਼ਮੀਨ ਤੇ ਡਿੱਗ ਪਏ। ਅਚਾਨਕ ਇੱਕ ਗੋਲੀ ਨਿਰੰਕਾਰੀ ਮੁਖੀ ਦੀ ਘਰਵਾਲੀ ਦੀ ਲੱਤ ਵਿੱਚ ਵੀ ਲੱਗ ਗਈ। ਲੋਕਾਂ ਨੂੰ ਨਿਰੰਕਾਰ ਦੇ ਦਰਸ਼ਨ ਕਰਾਉਣ ਦਾ ਛਲ ਕਰਨ ਵਾਲਾ ਨਿਰੰਕਾਰੀ ਮੁਖੀ ਖੁਦ ਮੌਤ ਦੇ ਮੂੰਹ ਵਿੱਚ ਪੈ ਗਿਆ। ਸਿੰਘਾਂ ਨੇ ਆਪਣਾ ਕਾਰਨਾਮਾ ਦਿਖਾ ਕੇ ਸਿੱਖ ਕੌਮ ਨੂੰ ਇਨਸਾਫ ਦੇ ਦਿੱਤਾ, ਜਿਹੜਾ ਹਿੰਦੁਸਤਾਨ ਦੀ ਨਿਆਂਪਾਲਿਕਾ ਤੋਂ ਨਹੀਂ ਮਿਲਿਆ। ਭਵਨ ਦੇ ਬਾਹਰ ਪਿਛਲੇ ਪਾਸੇ ਖੜੀ ਫੀਐਟ ਕਾਰ ਵਿੱਚ ਬੈਠ ਕੇ ਸਿੰਘ ਨਿਕਲ ਗਏ। ਨਿਰੰਕਾਰੀਆਂ ਨੂੰ ਭਵਨ ਵਿੱਚ ਰਣਜੀਤ ਸਿੰਘ ਦੇ ਗਾਇਬ ਹੋਣ ਦਾ ਉਸ ਵੇਲੇ ਹੀ ਪਤਾ ਲੱਗ ਗਿਆ ਅਤੇ ਨਿਰੰਕਾਰੀ ਮੁਖੀ ਨੂੰ ਸੋਧਣ ਦਾ ਸ਼ੱਕ ਤੁਰੰਤ ਉਸ ਤੇ ਹੀ ਗਿਆ। ਸਾਰੇ ਪਾਸੇ ਰੈੱਡ ਅਲਰਟ ਹੋ ਗਿਆ ਅਤੇ ਥਾਂ-ਥਾਂ ਪੁਲਿਸ ਚੌਕਸੀ ਹੋ ਗਈ। ਸਿੰਘਾਂ ਨੇ ਸੁਰੱਖਿਅਤ ਨਿਕਲਣ ਦੀ ਕਾਰਬਾਈਨ ਜਮਨਾ ਵਿੱਚ ਸੁੱਟ ਦਿੱਤੀ ਅਤੇ ਆਪ ਸਹੀ ਸਲਾਮਤ ਨਿਕਲ ਗਏ। ਸਿੰਘਾਂ ਨੇ ਕਾਰਨਾਮੇ ਨਾਲ ਦਿੱਲੀ ਹਿੱਲ ਗਈ ਅਤੇ ਅਖੌਤੀ ਨਿਰੰਕਾਰੀ ਥਰ-ਥਰ ਕੰਬਣ ਲੱਗ ਪਏ। ਭਾਈ ਗਿਆਨ ਸਿੰਘ ਨਾਗੋਕੇ ਇਹ ਸੋਚ ਕੇ ਦਿੱਲੀ ਹੀ ਰਿਹਾ ਕਿ ਰਣਜੀਤ ਸਿੰਘ ਤਾਂ ਨਿਕਲ ਗਿਆ ਹੈ, ਉਸ ਤੇ ਕਿਸੇ ਨੂੰ ਸ਼ੱਕ ਨਹੀਂ ਪੈਣਾ। ਪਰ ਨਿਰੰਕਾਰੀ ਭਵਨ ਵਿੱਚ ਉਸ ਦੀ ਰਣਜੀਤ ਸਿੰਘ ਨਾਲ 2 ਵਾਰੀ ਐਂਟਰੀ ਹੋਣ ਕਾਰਨ ਪੁਲਿਸ ਨੇ ਉਸ ਨੂੰ ਦਿੱਲੀ ਤੋਂ ਹੀ ਫੜ ਲਿਆ। ਜਾਪਦਾ ਹੈ ਕਿ ਉਹ ਅਕਹਿ ਤੇ ਅਸਹਿ ਤਰੀਕਿਆਂ ਨਾਲ ਹਿਰਾਸਤ ਵਿੱਚ ਹੀ ਸ਼ਹੀਦ ਹੋ ਗਿਆ ਸੀ। ਕਾਰਨ ਉਸ ਦੀ ਉਸ ਜਗ੍ਹਾ ਉੱਗ ਸੁੱਗ ਹੀ ਨਹੀਂ ਕੱਢੀ ਗਈ। ਗਿਆਨ ਸਿੰਘ ਦੀ ਘਰਵਾਲੀ, ਬੱਚੇ ਅਤੇ ਅਖਾੜੇ ਦੇ ਲੋਕ ਉਸ ਦੇ ਫੜੇ ਜਾਣ ਤੇ ਤਾਂ ਚਸ਼ਮਦੀਦ ਗਵਾਹ ਹਨ, ਪਰ ਉਹਨਾਂ ਤੋਂ ਬਿਨਾਂ ਉਸ ਨਾਲ ਕੀ ਅਤੇ ਕਿਵੇਂ ਵਾਪਰਿਆ ਵਾਹਿਗੁਰੂ ਹੀ ਜਾਣਦਾ ਹੈ। ਭਾਈ ਦਲਬੀਰ ਸਿੰਘ ਅਤੇ ਭਾਈ ਕਾਬਲ ਸਿੰਘ ਜੂਨ 1984 ਦੇ ਫੌਜੀ ਹਮਲੇ ਸਮੇਂ ਹਿੰਦ ਫੌਜ ਨੂੰ ਲੋਹੇ ਦੇ ਚਣੇ ਚਬਾਉਂਦੇ ਹੋਏ ਸ਼ਹੀਦ ਹੋ ਗਏ ਅਤੇ ਭਾਈ ਰਣਜੀਤ ਸਿੰਘ ਦੇ ਕੇਸ ਚੱਲਿਆ ਤੇ ਉਮਰ ਕੈਦ ਦੀ ਸਜ਼ਾ ਹੋਈ। ਪੰਥ ਨੇ ਭਾਈ ਰਣਜੀਤ ਸਿੰਘ ਨੂੰ ਸ੍ਰੀ ਅਕਾਲ ਤਖਤ ਸਾਹਿਬ ਦੀ ਜਥੇਦਾਰ ਪਦਵੀ ਨਾਲ ਸਨਮਾਨਿਆ ਤੇ ਸਤਿਕਾਰ ਦਿੱਤਾ। ਪਰ ਨਿਰੰਕਾਰੀਆਂ ਨੂੰ ਸਿੰਘਾਂ ਦੇ ਲਹੂ ਵਿੱਚ ਨਹਾਉਣ ਵਾਲੇ ਅੰਮ੍ਰਿਤਸਰ ਸੰਮੇਲਨ ਕਰਨ ਲਈ ਨਿਰੰਕਾਰੀਆਂ ਨੂੰ ਸਿੰਘਾਂ ਦੇ ਲਹੂ ਵਿੱਚ ਨਹਾਉਣ ਲਈ ਅੰਮ੍ਰਿਤਸਰ ਸੰਮੇਲਨ ਕਰਨ ਲਈ ਦੀ ਆਪਣੀ ਸਰਕਾਰ ਵੱਲੋਂ ਪ੍ਰਵਾਨਗੀ ਦੇਣ ਵਾਲੇ ਬਾਦਲ ਨੂੰ ਇਹ ਕਿਵੇਂ ਰਾਸ ਆ ਸਕਦਾ ਸੀ ਕਿ ਭਾਈ ਰਣਜੀਤ ਸਿੰਘ ਅਕਾਲ ਤਖਤ ਦਾ ਜਥੇਦਾਰ ਰਹੇ ਅਤੇ ਉਸ ਦੀਆਂ ਪੰਥ ਵਿਰੋਧੀ ਕਾਰਵਾਈਆਂ ਨੂੰ ਰੋਕੇ। ਬਾਦਲ ਨੇ ਆਪਣੀ ਸੱਤਾ ਦੀ ਤਾਕਤ ਵਰਤੀ ਅਤੇ ਹਿੰਦੂ ਤਵੀਆਂ ਦੇ ਪੰਥ ਦੋਖੀਆਂ ਨੂੰ ਖੁਸ਼ ਕਰ ਲਈ ਭਾਈ ਰਣਜੀਤ ਸਿੰਘ ਨੂੰ ਇਸ ਪੰਥਕ ਪਦਵੀ ਤੋਂ ਲਾਹ ਦਿੱਤਾ। ਕੌਮ ਨੂੰ
ਜਿਵੇਂ ਇਹਨਾਂ ਸਿਰਲੱਥ ਯੋਧਿਆਂ ਦੇ ਕਾਰਨਾਮਿਆਂ ਤੇ ਫਕਰ ਹੈ, ਉੱਥੇ ਬਾਦਲ ਦੀ ਪੰਥ ਵਿਰੋਧੀ ਸੋਚ ਤੇ ਗੁੱਸਾ ਵੀ ਹੈ। ਹਾਂਜੀ, ਸੋ ਇੱਥੇ ਆਪਾਂ ਖਤਮ